ਕਿ ਤੁਸੀਂ ਜਿਸ ਤਰੀਕੇ ਨਾਲ ਕਰ ਰਹੇ ਹੋ ਗੱਲ, ਉਦਨ ਇਹ ਆਮਨ ਨਜ਼ੀਰ ਸਾਹਿਬ ਨੇ ਵੀ ਇਹਦੀ ਤਾਈਦ ਦੇ ਵਿੱਚ ਮੈਨੂੰ ਉਹ ਆਇਤ ਦਿੱਤੀ ਸੀ ਜੀ, ਖਾਤਮ ਅੱਲਾਹੁ ਅਲਾ ਕੁਲੂਬਿਹਿਮ व अला सामिहिम, ਕਿ ਅੱਲਾਹ ਤਾਲਾ ਨੇ ਮੋਹਰ ਕਰ ਦੀ ਹੈ। ਮੈਂ ਇਹ ਕਹਿ ਰਿਹਾ ਕਿ ਜੇ ਇਸ ਆਇਤ ਨੂੰ ਉਹਦੇ ਮੁਤਾਬਕ ਕੀਤਾ ਜਾਏ ਤੇ ਉੱਥੇ ਫਿਰ ਇਹ ਹੋਣਾ ਚਾਹੀਦਾ ਖਾਤਮਾ ਮੁਹੰਮਦਨ ਅਲਾ ਨਬੀयीन, ਫਿਰ ਤੁਸੀਂ ਮੰਨ ਸਕਦੇ ਜੀ ਉੱਥੇ ਨਬੀਆਂ ਦੇ ਉੱਤੇ ਮੋਹਰ ਹੋ ਗਈ। ਮੈਂ ਸਮਝ ਆ ਗਈ, ਮੈਂ ਸਮਝ ਗਿਆ ਤੁਹਾਡੀ। ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ ਇਹਦੇ ਤੋਂ ਖਤਮੇ ਨਬੂਵਤ ਕੱਢੀ ਜਾਂਦੀ ਹੈ ਗਲਤ ਹੈ, ਖਤਮੇ ਨਬੂਵਤ ਵਾਲਾ ਨਜ਼ਰੀਆ ਹੀ ਗਲਤ ਹੈ, ਬਲਕਿ ਅਜਰਾਏ ਨਬੂਵਤ ਸਾਬਤ ਹੁੰਦਾ ਇਹਦੇ ਤੋਂ, ਤੇ ਅਜਰਾਏ ਨਬੂਵਤ ਦਾ ਅਕੀਦਾ ਬਿਲਕੁਲ ਸਹੀ ਹੈ। ਇਹੋ ਕਹਿ ਰਹੇ ਹੋ ਨਾ? क्या मिर्जा साहब भी यही ਤੁਹਾਡੇ ਵਾਲਾ ਅਕੀਦਾ ਰੱਖਦੇ ਜਾਂ ਤੁਸੀਂ ਮਿਰਜ਼ਾ ਸਾਹਿਬ ਦੇ ਨਾਲ ਹੋ ਕੇ ਦੂਸਰਾ ਅਕੀਦਾ ਰੱਖਦੇ ਹੋ? ਬਿਲਕੁਲ ਉਹਨਾਂ ਦਾ ਵੀ ਇਹੀ ਅਕੀਦਾ ਸੀ, ਕਿਉਂਕਿ ਖਾਤਮ ਦਾ ਮਤਲਬ ਉਹਨਾਂ ਨੇ ਕਿਹਾ ਕਿ ਸ਼ਰੀਅਤ ਵਾਲੇ ਨਬੀ ਜਿਹੜੇ ਨੇ ਉਹ ਨਹੀਂ ਆ ਸਕਦੇ, ਉਮਤੀ ਨਬੀ ਆ ਸਕਦੇ ਨੇ। ਇਹ ਜਿਹੜਾ ਖਾਤਮ ਨਬੀयीन ਹੈ ਇਹਦੇ ਵਿੱਚ ਸ਼ਰੀਅਤ ਕਿਹੜੇ ਲਫ਼ਜ਼ ਦਾ ਮਾਨਾ ਹੈ? ਖਾਤਮ ਜਦੋਂ ਖੁਦਾ ਤਾਲਾ ਨੇ ਉਹਨਾਂ ਨੂੰ ਖਾਤਮ ਮੋਹਰ ਬਣਾ ਦਿੱਤਾ ਤੇ ਮੋਹਰ ਦਾ ਮਤਲਬ ਇਹ ਹੈ ਕਿ ਤਸਦੀਕ ਕਰਨ ਵਾਲੀ। ਔਰ ਦੂਸਰੀ ਗੱਲ, ਮੇਰਾ ਮਤਲਬ ਹੈ ਕਿ ਉਹਦਾ ਕਿਸੇ ਥਾਂ ਤੇ ਖਲੋਣਾ ਚਾਹੀਦਾ ਨਾ। ਬਸ ਸਾਹਿਬ ਹਰ ਗੱਲ ਤੇ ਮੇਰੀ ਸੁਣ ਲਵੋ ਨਾ। ਹਾਂ ਨਹੀਂ, ਇਹ ਗੱਲ ਤੁਹਾਡੀ ਠੀਕ ਹੈ ਜੀ ਜੀ। ਦੂਸਰੀ ਗੱਲ ਇਹ ਹੈ ਕਿ ਇਹ ਜਦੋਂ ਅੱਲਾਹ ਤਾਲਾ ਨੇ ਕੁਰਾਨ ਜੀ ਫਰਮਾ ਦਿੱਤਾ ਕਿ ਅਕਮਲਤੁ ਲकुम दीनुकुम, ਤੇ ਸ਼ਰੀਅਤ ਆਪੇ ਮੁੱਕ ਗਈ। ਮਤਲਬ ਖਾਤਮ ਨਬੀयीन ਨੂੰ ਛੱਡ ਕੇ ਫੌਰਨ ਅਸੀਂ ਅਕਮਲਤੁ ਲकुम दीनुकुम ਦੇ ਵਿੱਚ ਜਾ ਕੇ ਸ਼ਰੀਅਤ ਖਤਮ ਕਰਨੀ ਹੈ। कुरान एक दूजे दी मतलब खातम नबीयीन शरीयत खत्म कर रहे हैं या अकमलतु लकुम शरीयत नु खत्म कर रहे हैं? बिल्कुल कुरान मजीद जे एक दूजे दी आयतां जड़ी ने वजाहत कर दी है। पर मेरा मकसद है कि किसी एक आयत ते कोई 5 मिनट वास्ते खलोना भी चाहिए या आयत दा नाम लिया तो उन्हें छੱਡ के किसी और पासे? अब्दुल बासित साहब, ये जो नबियों को खत्म करने वाला है ना, यही शरीयत को खत्म कर रहे हैं। ਤੁਸੀਂ ਉਹਨਾਂ ਨੂੰ ਗੱਲ ਕਰ ਲੈਂਦੇ, ਉਹਨਾਂ ਨੂੰ ਗੱਲ ਕਰਨੀ ਆਉਂਦੀ, ਤੇਰੇ ਨਾਲ ਉਮਰ ਚ ਜ਼ਿਆਦਾ ਨੇ। अब्दुल बासित साहब, अमन नज़ीर साहब बीच में जो है ना वो आवारा लोगों की तरह बीच में साहब मैंने देखे सी मैं ये कह रहा हूं कर मैं पे ना उन्होंने गाल करन दे नबियों को खत्म करने वाला, ये नबियों को खत्म करने वाले से ही मतलब ये निकलता है शरीयत खत्म करने वाला। ये बता दिया ना भाई, ठीक नहीं है। सुने, अगर नहीं मानते, अगर नबियों को ख़त्म करने वाला ही आप मतलब हैं, फिर मैं ये कह रहा हूँ कि जो मैंने आयत पेश की है आल इमरान की, इसमें मुझे बता दें कि यहाँ कौन से नबियों का जिक्र है जो आने हैं, जिनको कत्ल किया जाना है। अगर ख़त्म नबूवत है फिर तो इस आयत की जरूरत ही नहीं होनी चाहिए। हाँ, ये तो नबूवत ख़त्म हो गई। हाँ, इस वजह से ख़त्म वाली बात जो है वो ठीक है ही नहीं। ख़त्म नबूवत वाला जो नजरिया है, ख़त्म वाली बात ये नहीं ठीक है। सैनी साहब तुसी ना तंज करते हो, तुसी दलील नहीं देंदे, तुसी करते हो मैं ਤੁਹਾਡੀ ਗੱਲ ਸੁਣਾਂਗਾ ਮੰਨੂਗਾ ਤੇ ਫਿਰ ਅੱਗੇ ਦਲੀਲ ਉਹ ਸਾਰ ਤੁਹਾਡੇ ਕੋਲ ਨਹੀਂ ਸਿੱਖ ਕੇ ਦਿਆਂਗਾ। ਇਹ ਆਇਤ ਆਲੇ ਇਮਰਾਨ ਦੀ ਜਿਹੜੀ ਮੈਂ ਕੱਢੀ ਹੈ, ਤੁਹਾਡੇ ਚੋਂ ਕੋਈ ਬੰਦਾ ਇੱਥੇ ਬੈਠਾ ਉਹ ਪਹਿਲੇ ਜਿਹੜੀ ਆਇਤ ਤੇ ਅਸੀਂ ਗੱਲ ਕਰ ਰਹੇ ਹਾਂ ਉਹਨੂੰ ਮੁਕਾ ਲਈਏ, ਜ਼ਰੂਰ ਇੱਥੇ ਜਾਾਂਗੇ ਤੇ ਗੱਲ ਕਰਾਂਗੇ ਜਿਹੜੀ ਤੁਸੀਂ ਫਰਮਾਉਂਦੇ ਹੋ। ਯਾਰ ਉੱਥੇ ਜਾਣ ਦੀ ਤੁਸੀਂ ਉਹਨੂੰ ਉਹ ਹੱਟਦਰਮੀ ਕਰਦੇ ਰਹੋ ਜੀ, ਖਤਮ ਹੋਤਾ ਆने वाला और क़यामत तक ਲੈ ਜਾਵੋ, ਉਹਦੇ ਤਰਜਮੇ ਚ ਮੈਂ ਤੁਹਾਡਾ ਕੀ ਕਰ ਸਕਦਾ? ਨਹੀਂ ਮੈਂ ਤੇ ਤੁਹਾਡੀ ਗੱਲ ਮੰਨ ਲਈ ਹੈ। ਤੁਸੀਂ फरमाया है कि ये जड़ा तर्जमा है कि नबियों को खत्म करने वाले और क़यामत तक कोई नबी नहीं आएगा, ये तर्जमा ठीक नहीं है। तुसी मैनू समझा दी है गल ते मैं मान ली है कि ठीक है। ਇਹਦਾ मतलब यह है कि जड़ा खत्मे नबूवत दा ਇਹਦੇ ਚੋਂ नजरिया ਲੈਣਾ है कि नबी खत्म हो गए ने ते हुण नहीं आवणगे, ये नहीं है ठीक। बल्कि ਉਹਦੇ ਤੋਂ ਤੁਸੀਂ शायद ਇਹਦੇ ਤੋਂ ਇਜਰਾਏ ਨਬੂਵਤ ਕਰ ਰਹੇ ਹੋ ਜਾਂ ਕਹਿ ਰਹੇ ਹੋ ਕਿ ਇਹਨੂੰ ਛੱਡ ਦਿਓ ਇੱਥੇ ਹੀ ਤੇ ਆਓ ਇਜਰਾਏ ਨਬੂਵਤ ਵਾਲੇ ਪਾਸੇ ਚਲੀਏ, ਇਹ ਸਮਝਾ ਰਹੇ ਹੋ ਨਾ ਤੁਸੀਂ ਜੀ। ਉੱਥੇ ਝਗੜਾ ਅਜਰਾਏ ਨਬੂਵਤ ਜਾਂ ਖਤਮੇ ਨਬੂਵਤ ਦਾ ਨਹੀਂ, ਉੱਥੇ ਝਗੜਾ ਹੈ ਕਿ ਖਾਤਮਾ ਦਾ ਤੁਸੀਂ ਤਰਜਮਾ ਕੀ ਕਰਦੇ ਹੋ। ਹਾਂ, ਖਾਤਮਾ ਦਾ ਤਰਜਮਾ ਸਹੀ ਜਿਹੜਾ ਉਹ ਹਾਂ, ਉਹ ਝਗੜਾ ਸਾਡਾ ਕਾਇਮ ਰਹਿਣਾ ਹੈ। ਉਹਦੇ ਤੇ ਨਾ ਹੀ ਤੁਸੀਂ ਕੋਈ ਸਾਬਤ ਕਰ ਸਕਦੇ ਹੋ, ਨਾ ਤੁਸੀਂ ਮੇਰੀ ਗੱਲ ਮੰਨੀ। ਮੈਂ ਤੁਹਾਨੂੰ ਕਹਿ ਰਿਹਾ ਇੱਕ ਹੋਰ ਆਇਤ ਪੇਸ਼ ਕਰ ਦਿੱਤੀ ਹੈ ਕਿ ਉਹਦੇ ਵਿੱਚ ਇਹ ਮੈਨੂੰ ਦੱਸੋ ਕਿ ਇੱਥੇ ਕਿਹੜੇ ਨਬੀ ਆਨੇ ਨੇ ਜਿਹੜਾ ਫੇਲ ਮੁਜ਼ਾਰਿਆ ਹੈ, ਜਿਹੜਾ ਕਿਆਮਤ ਤੱਕ ਇਹੀ ਇਹਦੇ ਵਿੱਚ ਕੁਰਾਨ ਦੀ ਆਇਤ ਰਹਿਣੀ ਹੈ। और ये केड़े बुशारत जिहड़ी बशरहुम बिअज़ाब अलीम, बुशारत हमेशा आउण वालियां नूं दित्ती जांदी है, मारी वालियां नूं नहीं दित्ती जांदी। मेरे ख्याल जिहनूं अदर वे कर लईए असीं। बासित भाई तुसीं एक गल हुणे कीती है कि जिहड़ा नबियां नूं खत्म करन वाली गल है, वो शरीयत वाले नबी खत्म होने वाली गल है। हज़रत मिर्ज़ा साहब ने वो किहड़ी आयत तो एक मिनट एक और एक मिनट ठहर दो, सवाल का एक और तरह रखने लगा हूं।
और नहीं साहब ने कौन सी आयत से ये शरीयत वाले नबी को खत्म भाई करने का मेरी बात की सुनो, दलील दी मेरी है? बात सुनो। नहीं, मेरा आप मिर्जा साहब पे बात नहीं कर रहे, मैं एक हम से पुराने रहे हैं, करीम पे अभी बात बात तो कर सुनो। रहे हैं। पहले मेरी ये मेरा आयत क्लियर कर सारी बातें दें, आपकी ठीक उसके है, बाद मैं फिर देखेंगे जी गुफ्तगू मिर्जा सुन रहा हूँ। साहब मैं क्या सिर्फ ये मुराद लेते हैं क्या नहीं लेते। सवाल एक ज़हन में आ गया है कि मिर्जा साहब ने जो शरीयत वाले नबी खत्म किए हैं वो कौन सी आयत से किए हैं? नबियों को खत्म करने वाले का और क्या मतलब हो सकता है? हाँ, वो भाई कौन सी आयत से किए हैं? भाई मेरे भाई वो मोहम्मद किस सैन आयत का साहब, तर्जुमा उन्होंने? मैं सिर्फ ये पूछना चाह रहा हूँ। मोहम्मद सैन साहब मेरी बात सुन लें आप। आपको इतलाज है सच में भी कि नबियों को खत्म करने वाला? मैं असल में वही सवाल रखा है कि वो खत्म करने वाला मतलब उन्होंने किस लफ्ज का लिया है? शरीयत वाले नबी जो खत्म किए ना, वो कौन सी आयत से किए हैं और किसका मतलब लिया उन्होंने? वो लफ्जी तर्जमा नहीं था, वो मफहूमन तर्जमा किया उन्होंने। वो किस आयत का किया है? किस आयत से उन्होंने ये साबित किया है कि शरीयत वाले नबी खत्म हो नबी गए? की जो आयत में ना उन्होंने मफहूमन जो किया है वो ये है कि नबियों को खत्म करने वाला। हाँ, तो खत्म जरा करने खातम वाला नबीयीन का से मतलब उन्होंने भी खत्म करने वाले लिया ना फिर। खत्म करने वाले से जैसे हुसैनी साहब जो हैं उनको भी इसका जवाब नहीं दे पाते कि खत्म करने से क्या तो मुराद फिर है। बात क्लियर हो गई, फिर सबकी बात ठीक थी। उनको ये नहीं समझ आ रही कि खत्म करने से क्या वो मुराद समझ है। तो आ रही है, अब मेरी अब शुरू से मोहम्मद साहब बात तो पूरी करने देना। आप खुद सवाल करते हैं, मैं खुद पीछे हट जाते हैं। जब खत्म करने वाले से मुराद ये है कि अब उनके तमाम के सिलसिले खत्म किए। अब कैसे सिलसिले खत्म होते हैं? अपना सिलसिला जारी करके, ठीक है। इससे पता चलता है कि शरीयत, क्योंकि सिलसिला किसका होता है? शरीयत वाले नबी का। तो शरीयत वाले नबियों के सिलसिले खत्म होते हैं ना, जो शरीयत वाला नहीं होता उसका तो सिलसिला नहीं होता। तो इसलिए ये जो कहना कि तमाम नबियों खत्म किया, मतलब ये है कि नबियों के सिलसिले ले जी हुसैन साहब, बात क्लियर हो गई है। जैसे वही आयत से जैसे खातम जैसे नबीयीन का मतलब बनु उमैया की बादशाहत कैसे खत्म की या उसकी खिलाफत कैसे खत्म की? बनु अब्बास ने अपनी खिलाफत जारी करके ठीक उनको होगा, खत्म कर दिया। ठीक होगा। चलिए जज़ाकल्लाह आगे पॉइंट। लेकिन हुसैन साहब एक बात तो वाज़ेह हो गई है कि जी। खत्म करने वाला मतलब इसी आयत से मिर्जा साहब ने लिया और यही कॉन्सेप्ट लिया है। वो ये ट्रुथ सीकर साहब नहीं, और बासर अब्दुल साहब जो बात कर रहे थे वो ये था, वही मेरे ख्याल जी। खातम नबीयीन से वो फौरन अल यौमा अकमलतु लकुम दीनकुम में चले गए थे, वहां से शरीयत खत्म कर रहे थे। तो वहां से अगर शरीयत वाले बंद हो जाएंगे तो वहां से बगैर शरीयत वाले बंद नहीं होंगे साथ ही। लेकिन मेरा नहीं ख्याल अगर कि अब शरीयत तो वाले- बासित भाई इनकार कर सकते हैं इस बात का। मुझे नहीं पता इन्होंने कैसे इनकार कर दिया है। जी? बासित भाई, ये जो शरीयत वाले नबी खत्म किए हैं मिर्जा साहब ने, कौन सी आयत से किए हैं? भाई मैंने पहले भी कहा है कि अभी मिर्जा साहब पे बात नहीं हो रही। आप लोगों में प्रॉब्लम ये है। नहीं जी सर, सब करें आप बात। जी एक तो ये है कि कोई पैसे नहीं, मुझे समझाया है बादशाह साहब ने बड़े अच्छे तरीके से कि इस तर्जमे को ना मानो जो तर्जमा ये किया गया है कि वो नबियों को ख़त्म करने वाले हैं और उनके बाद क़यामत तक कोई नबी नहीं आएगा। ये नहीं है ठीक, बल्कि इसका मतलब है कि और नबी आएंगे। तो ये अकीदा मैं इनको पूछ रहा हूँ कि मिर्ज़ा साहब ने तो ख़त्म नबूवत से किताबें भर दी हैं, तो उनके साथ रहते हुए आप जुल्म रहे और अमन भी हो ऐसे ये मुमकिन? तुम दोनों बातें, अंधेरा भी है और रोशनी है भी और गर्मी भी है, दोनों में से एक बात ठीक है, दूसरी ठीक नहीं है। अगर ख़त्म हैं तो ख़त्म है, और अगर जारी है तो फिर ख़त्म नहीं है, जारी है। इसमें से किस जगह ये खड़ा कर रहे हैं हमें उस आयत के ज़ैल में? और जो ये आयत पेश कर रहे हैं, दो आयतें, उसमें मिर्ज़ा साहब ने क्या मौक़िफ़ लिया? अगर उससे इजराए नबूवत लिया तो वो पढ़ के सुना दें, हम सुन लेते हैं। ये सूरत आले इमरान की आयात 21-22 गालबन बता रहे थे। उन आयात के तर्जमे से अगर उन्होंने इजराए नबूवत साबित की है तो ठीक है, बड़ी अच्छी बात है, पढ़ के सुनाएं ज़रा वो। उन्होंने इजराए नबूवत खातमुन नबीयीन के आयत साबित की है, क्योंकि उसमें हर एंगल से बात कवर हो जाती है कि कौन सी नबूवत खत्म हुई, कौन सी नबूवत जारी हुई। खातमुन नबीयीन बड़ी शानदार आयत है, जिससे ये पता चलता है कि कौन सी नबूवत खत्म हुई, कौन सी नबूवत जारी है। नहीं,
हजूर सल्लल्लाहु अलैहि वसल्लम ने तमाम अंबिया का सिलसिला ख़त्म किया, यानी ये सिलसिला कैसे ख़त्म होता है? ज़ाहिरी बात है, अपना सिलसिला जारी करके हजूर सल्लल्लाहु अलैहि वसल्लम का फैज़ नबूवत तो क़यामत तक कायम है, उनका सिलसिला जारी है, बाकी तमाम सिलसिले ख़त्म हो गए। ये ख़ातमुन नबीयीन की आयत इस लिहाज से बहुत शानदार है, इसलिए उन्होंने, क्योंकि ये हर जो तरीके से इस बात को नबूवत को किस किस्म की नबूवत जारी है, किस किस्म की नबूवत ख़त्म हो गई है, वो बड़ी ये ख़ातमुन नबीयीन की आयत उसे कवर करती है, इसलिए उन्होंने ख़ातमुन नबीयीन की आयत को इस्तेमाल किया है उम्मती नबूवत जारी बताने के लिए, और शरई नबूवत ख़त्म। ये ख़ातमुन नबीयीन की आयत में उम्मती नबूवत का भी जिक्र है? शरई नबूवत समझ लें या बुरूज़ी नबूवत समझ लें, जी, बुरूज़ी नबूवत का जिक्र है। ख़ातमुन नबीयीन में ये जिक्र है कि हजूर सल्लल्लाहु अलैहि ख़ातमुन की आयत में वसल्लम क्या क्या जिक्र है वो जरा समझा दें। हजूर सल्लल्लाहु अलैहि वसल्लम का सिलसिला जारी है और हाँ। दूसरों के सिलसिले खत्म हो गए। जी ठीक हो गई, ये तो ठीक है बात कि रसूलुल्लाह ता क़यामत है और कोई नहीं है उनकी जगह, ये तो ठीक है बात। तो ये ताक क़यामत है, यही बात है कि उनका कैसे खत्म किया, तमाम के सिलसिले वही खत्म जो दूसरों को खत्म किया और अपना सिलसिला जारी कर दिया। रसूलुल्लाह का सिलसिला जारी है और बाकी सारे सिलसिले खत्म हो गए। किया। उनका पैसा नबूवत क़यामत ठीक तक हो है। गया, उनकी नबूवत क़यामत तक। ठीक, ये बात तो सही है। अगर यही मुराद है इससे तो फिर तो मेरा ख्याल है कोई इख्तिलाफी बात नहीं है, यही एग्जैक्टली यही मुराद है। हैं? हाँ जी, एग्जैक्टली यही मुराद है। अच्छा सीकर साहब, एक मिनट जरा मुझे इसकी वजाहत अपनी आयत की ले लेने दे। ये अहमद नज़ीर साहब या वजाहत कर दे अगर हुसैनी साहब जो है नहीं इनको समझ आ रही कि आप अहमद नज़ीर साहब इस आयत से आप क्या समझते हैं? आले इमरान की जो आयत है इसे आप क्या समझते हैं? आयत 21 जो है, मेरा आवाज नहीं सही आ जा रही। हमारी आवाज आ रही तो नहीं? इनसे पूछ लें, अजीम अवान साहब से। चले अजीम अवान साहब बता दे, कोई शख्स बता दे मुझे इस आयत के जो आले इमरान की 21 है और 22 आयत है इसकी कोई मुझे वजाहत दे दे कोई भी। जी मैं क्या मैं पूछे आया बासत साहब ਬਈ ਇਹਨਾਂ ਦੋ ਆਇਤਾਂ ਦਾ ਮਿਰਜ਼ਾ ਸਾਹਿਬ ਨੇ ਇਹਦੇ ਵਿੱਚੋਂ ਅਜਰਾਏ ਨਬੂਵਤ ਸਾਬਤ ਕੀਤੀ ਹੈ। ਉਹ ਹੁਸੈਨੀ ਸਾਹਿਬ ਫੇਰ ਮੈਂ ਤੁਸੀਂ ਮਿਰਜ਼ਾ ਸਾਹਿਬ ਤੇ ਕਿਉਂ ਜਾਂਦੇ ਪਏ ਹੋ? ਮੈਨੂੰ ਕੁਰਾਨ ਨਾਲ ਵਜ਼ਾਹਤ ਦਿਓ। ਜਦੋਂ ਮਿਰਜ਼ਾ ਸਾਹਿਬ ਜਾਵਾਂਗੇ ਫਿਰ ਤੁਹਾਨੂੰ ਉਹਨਾਂ ਦੀ ਤਸ਼ਰੀਫ ਦੇ ਦੇਵਾਂਗੇ। ਤੁਸੀਂ ਅਜੇ ਤੇ ਮੈਂ ਤੁਹਾਨੂੰ ਕੁਰਾਨ ਮਜੀਦ ਦੀ ਇੱਕ ਆਇਤ ਪੇਸ਼ ਕੀਤੀ, ਉਹਦੀ ਮੈਨੂੰ ਉਹਦਾ ਹਵਾਲਾ ਦਿਓ, ਉਹਦਾ ਮੈਨੂੰ ਵਜ਼ਾਹਤ ਦਿਓ ਕਿ ਤੁਸੀਂ ਉਹਦੇ ਕੋਲੋਂ ਕੀ ਸਮਝਦੇ ਹੋ। ਸਹੀ ਫਰਮਾ ਰਹੇ ਹੋ ਤੁਸੀਂ, ਠੀਕ ਹੈ ਠੀਕ ਹੈ। ਮੈਂ ਤਾਂ ਮਿਰਜ਼ਾ ਸਾਹਿਬ ਦਾ ਨਹੀਂ ਪੁੱਛਣਾ, ਉਹਨਾਂ ਦੀ ਨਹੀਂ ਗੱਲ ਕਰਨੀ ਫਿਲਹਾਲ ਮਿਰਜ਼ਾ ਸਾਹਿਬ ਨੂੰ ਜਿਹੜੇ ਬਹਿਸ ਨਹੀਂ ਹੋਣਾ। ਨਹੀਂ ਉਹਨਾਂ ਨੂੰ ਜਿਹੜੇ ਬਹਿਸ ਤੁਸੀਂ ਕੁਰਾਨ ਮਜੀਦ ਦੇ ਆਇਤ ਜਿਹੜੀ ਮੈਂ ਪੇਸ਼ ਕੀਤੀ ਹੈ ਉਹ ਦੱਸੋ ਮੈਨੂੰ ਕਿ ਇਹਦੇ ਵਿੱਚ ਤੁਸੀਂ ਇਹਦੇ ਕੋਲੋਂ ਕੀ ਸਮਝਦੇ ਹੋ। ਸਹੀ ਬਾਤ ਹੈ। ਇਹਦੇ ਤੋਂ ਮੈਂ ਤੇ ਜਿਹੜਾ ਤੁਸੀਂ ਦੱਸਿਆ ਮੇਰੇ ਖਿਆਲ ਵਿੱਚ ਉਹਦੇ ਚ ਯਕਤਲੂਨ ਨਬੀयीन ਰਸੂਲਾਂ ਦੇ ਬਾਅਦ ਕਿਸੇ ਨੇ ਨਬੀਆਂ ਨੂੰ ਕਤਲ ਨਹੀਂ ਕੀਤਾ ਹਾਲੇ ਤੱਕ, ਬਹੁਤ ਸਾਰੇ ਨਬੀਆਂ ਨੂੰ। ਤੇ ਹੋਰ ਕੀ ਹੈ ਉਹਦੇ ਚ, ਉਹਦੀ ਕੀ ਰਿਕੁਆਇਰਮੈਂਟ ਹੈ? ਸਰ ਤੁਸੀਂ ਜਦੋਂ ਘਰ ਪਹੁੰਚੋਗੇ ਨਾ ਇਹ ਆਇਤ ਕੱਢ ਕੇ ਤੇ ਫਿਰ ਪੜ੍ਹ ਲੈਣਾ। ਉਹ ਰਿਕੁਆਇਰਮੈਂਟ ਤੁਸੀਂ ਅਜੇ ਗੱਡੀ ਚਲਾ ਰਹੇ ਹੋ, ਤੁਸੀਂ ਜਦੋਂ ਆਓਗੇ ਉਦੋਂ ਉਹ ਆਇਤ ਕੱਢਣਾ, ਉਹ ਪੜ੍ਹਨਾ। ਮੈਂ ਦੂਜੀ ਕੋਈ ਜ਼ਿਆਦਾ ਲਫ਼ਜ਼ ਤੇ ਹੈ ਨਹੀਂ, ਥੋੜੇ ਜਿਹੇ ਲਫ਼ਜ਼ ਨੇ। ਤੇ ਮੈਂ ਤੇ ਤੁਹਾਨੂੰ ਕਿਹਾ ਲਓ ਮੈਂ ਆਇਤ ਪੜ੍ਹ ਦੇਣਾ। ਇਨ ਅੱਲਜ਼ੀਨਾ ਕਰਦੇ ਰਹੋ ਤਰਜਮਾ, ਇਨ ਅੱਲਜ਼ੀਨਾ ਯਕਫੁਰੂਨਾ ਬੇ ਆयातिल्लाह। ਕਰੋ ਤਰਜਮਾ। ਯਕੀਨਨ ਉਹ ਲੋਕ ਜਿਹੜੇ ਇਨਕਾਰ ਕਰਦੇ ਨੇ ਅੱਲਾਹ ਤਾਲਾ ਦੀ ਆਇਤ ਦਾ। ਉਹ ਕਿਹੜੀ ਆਇਤ ਨੇ?
ਅੱਜ ਕੱਲ ਕਿਹੜੀ ਆਇਤ ਪੜ੍ਹਦੇ ਹੋ ਤੁਸੀਂ? ਅੱਲਾਹ ਤਾਲਾ ਦੀ ਆਇਤ ਨੂੰ ਅਸੀਂ ਕੁਰਾਨ ਮਜੀਦ ਅੱਜ ਕੱਲ ਸਿਰਫ ਕੁਰਾਨ ਮਜੀਦ ਦੀਆਂ ਆਇਤ ਪੜ੍ਹੀਆਂ ਜਾਂਦੀਆਂ। नहीं इस तरह और नहीं है किसी गल किताब ਦੀਆਂ ਨਹੀਂ ਪੜ੍ਹੀਆਂ। जब सुन लो कोई आयत अल्लाह जो किया जाए तो सिर्फ कुरान शरीफ दी आयत नहीं ने ਸਾਰੇ ਫਿਊਚਰ ਹੈ, ਇਹ ਮੁਜ਼ਾਰਿਆ ਦਾ ਸੀਗਾ ਹੈ। ਇਹ ਮੈਂ ਕੁਰਾਨ ਕਦੋਂ ਪਿਆ ਮਜੀਦ ਕਰਨਾ? ਤੋਂ ਆਇਤ ਨਾਜ਼ਲ ਹੋਈ, ਹਾਂ ਸਲਮ ਤੇ ਮੈਂ- ਆਇਤ ਨਾਜ਼ਲ ਹੋਈ ਹੈ। बस साहब मैं कदों कहना भाई फ्यूचर नहीं, मैं पे कहना अल्लाह दियां आयात जड़ियां ने ओदी को गिनती है, ਅਸੀਂ ਉਹਨੂੰ ਕਿਧਰੇ ਹੱਦ ਬਸ ਕਰ ਸਕਨੇ ਉਹਦੀ ਆਇਤ ਦਾ। ਕੁਰਾਨ ਸ਼ਰੀਫ ਵੀ ਇੱਕ ਆਇਤ ਹੈ, ਉਹਦੇ ਵਿੱਚੋਂ ਰਸੂਲullah ਵੀ ਆਇਤ ਨੇ, ਔਰ ਜਿਤਨੀਆਂ ਚੀਜ਼ਾਂ ਮਜ਼ਾਹਿਰ ਕੁਦਰਤ ਨੇ ਸਾਰੀਆਂ ਹੀ ਉਹਦੀਆਂ ਆਇਤ ਨੇ। ਔਰ ਉਹ ਚੀਜ਼ਾਂ ਜਿੱਥੇ ਤੱਕ ਸਾਡਾ ਐਕਸੈਸ ਨਜ਼ਰ ਨਹੀਂ ਜਾਂਦੀ, ਇਲਮ ਨਹੀਂ ਜਾਂਦਾ, ਉਹ ਵੀ ਉਹਦੀਆਂ ਆਇਤ ਨੇ। अच्छा आगे वयक्तुलून नबीयीना, वो यक़्तुलून नबीयीना, और ਉਹ ਨਬੀਆਂ ਨੂੰ ਬਗੈਰ ਕਤਲ ਕਰਦੇ, ਔਰ ਨਬੀਆਂ ਨੂੰ ਬਗੈਰ ਹੱਕ ਦੇ ਕਤਲ ਕਰਦੇ ਨੇ। ਹਾਂ ਤੇ ਉਹ ਕਿਹੜੇ ਨਬੀ ਨੇ? ਮੈਂ ਹੀ ਤੇ ਪੁੱਛਣਾ ਪਿਆ ਤੁਹਾਨੂੰ ਕਿ ਇਹ ਆਸਲਮ ਕੋਈ ਰਸੂਲਾਂ ਦੇ ਬਾਅਦ ਕੋਈ ਵੀ 3 ਨਬੀ ਕਤਲ ਨਹੀਂ ਹੋਏ ਜਿਹਨਾਂ ਬਗੈਰ। ਮੇਰੀ ਗੱਲ ਸੁਣੋ, ਮੈਂ ਇਹ ਅਗਰ ਨਹੀਂ ਹੋਏ ਜਾਂ ਨਹੀਂ ਹੋਣੇ ਅੱਗੋਂ, ਚਲੋ ਫਰਜ਼ ਕਰੋ ਜੀ ਹੁਣ ਤੱਕ ਨਹੀਂ ਹੋਏ, ਅਗਰ ਅੱਗੇ ਨਹੀਂ ਹੋਣੇ, ਮੈਂ ਮੰਨਿਆ ਤੁਹਾਡੀ ਗੱਲ ਦੀ ਲੋੜ ਕਿਹੜੀ ਸੀ? ਬਸ ਸਾਹਿਬ ਸਮਝਾਓ ਨਾ। ਬਸ ਸਾਹਿਬ ਮੈਂ ਤੇ ਤੁਹਾਡੇ ਨਾਲ ਇਹ ਨਿਕਾੜੇ ਤੁਸੀਂ ਉਹਦੇ ਤੇ ਗੌਰ ਨਹੀਂ ਹੋ ਫਰਮਾ ਰਹੇ ਮਸਰੂਫੀਅਤ ਦੀ ਵਜ੍ਹਾ ਨਾਲ। ਮੈਂ ਉਹੀ ਸੋਚ ਰਿਹਾ, ਉਹ ਆਪਣੀ ਸੋਚ ਨੂੰ ਅਲਾਈਨ ਕਰਕੇ ਤੁਹਾਡੇ ਪਿੱਛੇ ਤੁਸੀਂ ਫਰਮਾ ਰਹੇ ਹੋ ਕਿ ਇਸ ਆयत ਦਾ ਮਤਲਬ ਹੈ कि जो लोग कत्ल करते हैं या करेंगे, हाँ जी, जो इनकार करते हैं या इनकार करेंगे, ਇਹੋ ਕਿਹਾ ਨਾ ਤੁਸੀਂ, ਇਹੋ ਹੀ ਸਮਝਾਇਆ ਨਾ ਮੈਨੂੰ। हाँ जी यही समझाया ਤੇ ਮੈਂ ਉਹੀ ਮੰਨਿਆ ਜੋ ਤੁਸੀਂ ਸਮਝਾਇਆ। ਉਹਦੇ ਤੇ ਮੁਤਾਬਕ ਅਸੀਂ ਦੇਖਨੇ ਆ ਕਿ ਅੱਲਾਹ ਤਾਲਾ ਦੀਆਂ ਆਇਤ ਦਾ ਇਨਕਾਰ ਕਰਨ ਵਾਲੇ ਤੇ ਬਹੁਤ ਸਾਰੇ ਲੋਕ ਮਿਲਦੇ ਨੇ, ਅਥੀਸ ਮਿਲਦੇ ਨੇ, ਜਿਹੜੇ ਕਹਿੰਦੇ ਅਸੀਂ ਅੱਲਾਹ ਨੂੰ ਹੀ ਨਹੀਂ ਮੰਨਦੇ, ਕੋਈ ਕਹਿੰਦਾ ਅਸੀਂ ਕੁਰਾਨ ਨੂੰ ਨਹੀਂ ਮੰਨਦੇ, ਕੋਈ ਕਹਿੰਦਾ ਅਸੀਂ ਰਸੂਲullah ਨੂੰ ਨਹੀਂ ਮੰਨਦੇ, ਕੋਈ ਸਾਰੇ ਨਬੀਆਂ ਦਾ ਇਨਕਾਰ, ਕੋਈ ਕੁਛ ਕਰਦੇ ਨੇ। ਇਹੋ ਜਿਹੇ ਬੰਦੇ ਤੇ ਮਿਲਦੇ ਰਹਿੰਦੇ ਨੇ, ਇਹ ਠੀਕ ਹੈ। ਲੇਕਿਨ ਜਿਹੜਾ ਦੂਸਰਾ ਹਿੱਸਾ ਹੈ ਯਕਤਲੂਨ ਅਲ ਅੰਬਿਆ ਬਗੈਰ ਅਲ ਹਕ, ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੇ ਬਾਅਦ ਐਸੇ ਅੰਬਿਆ ਜਿਨ੍ਹਾਂ ਨੂੰ ਬਗੈਰ ਹੱਕ ਨਾ ਕਤਲ ਕੀਤਾ ਹੋਵੇ, ਉਹ ਜਮ੍ਹਾਂ ਦਾ ਸੀਗਾ, ਕਮ ਸੇ ਕਮ 3 ਤੇ ਹੋਣੇ ਚਾਹੀਦੇ ਨੇ। ਲੇਕਿਨ ਉਹਨਾਂ ਚੋਂ ਤਾਂ ਸਾਨੂੰ ਇੱਕ ਵੀ ਨਹੀਂ ਨਜ਼ਰ ਆਉਂਦਾ ਜਿਹਨੂੰ ਬਗੈਰ ਹੱਕ ਕਤਲ ਕੀਤਾ ਹੋਵੇ। ओहो हजे नहीं ना ਤੁਹਾਨੂੰ ਇਹਦਾ ਇਹ ਮੰਨ ਲਈ ਇਹ ਗੱਲ, ਮੈਂ ਉਹਦੇ ਤੇ ਉਹ ਮੈਂ ਮੁਤਰਦ ਨਹੀਂ ਹਾਂ, ਮੈਂ ਸਿਰਫ ਹਕੀਕਤ ਹਾਲ ਦੱਸ ਰਿਹਾ। ਇਹ ਹੈ, ਹੋ ਸਕਦਾ ਆਇੰਦਾ ਜਾ ਕੇ ਅੱਜ ਤੋਂ 10 ਸਾਲ ਬਾਅਦ 10-15 ਨਬੀਆਂ ਨੂੰ ਕਤਲ ਕਰ ਦਿੱਤਾ ਜਾਏ, ਤੇ ਫਿਰ ਉਹੀ ਮਤਲਬ ਹੋਏਗਾ ਜਿਹੜਾ ਤੁਸੀਂ ਕਹਿ ਰਹੇ ਹੋ। ਜਦੋਂ ਅਜਰਾਇਲ ਨੂੰ ਬੋਲਦਾ ਨਬੀਆਂ ਨੂੰ ਇੱਥੇ ਹੀ ਰੁਕ ਜਾਓ, ਇੱਥੇ ਹੀ ਰੁਕ ਜਾਓ। ਇਹਦਾ ਮਤਲਬ ਇਹ ਹੈ ਕਿ ਅਮਕਾਨ ਤੇ ਹੈ ਨਾ, ਮੈਂ ਇਮਕਾਨ ਤੇ ਹੋ ਜਾਏ ਜਾਰੀ ਹੈ ਨਾ। ਉਹ ਮਕਾਨ ਬਣਾਉਣ ਦਾ ਇਰਾਦਾ ਹੋਵੇ, ਮਕਾਨ ਬਣਾਉਣ ਦਾ ਇਰਾਦਾ ਹੋਵੇ ਤੇ ਇਮਕਾਨ ਤੇ ਹੋ ਜਾਂਦਾ ਨਾ, ਫਿਰ ਤੇ ਠੀਕ ਹੈ ਗੱਲ। ਉਹਦੇ ਪਿੱਛੇ ਅਲੱਗ ਹੀ ਲਾਣਾ, ਗੱਲ ਖਤਮ ਹੋ ਗਈ। ਫਬਸ਼ਰ ਫਿਰ ਨਾਲ ਇਹ ਵੀ ਫਰਮਾਇਆ ਕਿ ਉਹਨਾਂ ਨੂੰ ਨਾਲ ਜਿਹੜਾ ਇਹੋ ਜਿਹੇ ਕੰਮ ਕਰਨਗੇ ਤੇ ਉਹਨਾਂ ਨੂੰ ਅਜ਼ਾਬ, ਹਾਂ ਫਬਸ਼ਰਹੁਮ ਬਿਅਜ਼ਾਬਿਨ ਅਲੀਮ। ਜਿਹੜੇ ਵੀ ਗੁਨਾਹਾਂ ਦੀ ਵੀ ਉੱਥੇ ਵੀ ਹਰ ਥਾਂ ਇਹ ਅਜ਼ਾਬ ਅਲੀਮ ਤੋਂ ਡਰਾਇਆ ਗਿਆ, ਅਜ਼ਾਬ ਨਜ਼ੀਰ ਤੋਂ ਡਰਾਇਆ ਗਿਆ, ਇੱਥੇ ਵੀ ਉਸੇ ਅਜ਼ਾਬ ਅਲੀਮ ਤੋਂ ਡਰਾਇਆ ਗਿਆ। ਇਹਦਾ ਮਤਲਬ ਹੈ ਕਿ ਹਰ ਚੀਜ਼ ਦੇ ਅਮਕਾਨ ਮੌਜੂਦ ਨੇ। ਠੀਕ ਹੋ ਗਿਆ, ਗੱਲ ਖਤਮ, ਠੀਕ ਹੋ ਗਿਆ ਜੀ, ਸਮਝ ਆ ਗਈ। ਮਤਲਬ ਇਹ ਕਿ ਹਲੇ ਹੋਇਆ ਤੇ ਨਹੀਂ, ਇਹਨੂੰ ਅਸੀਂ ਇਸ ਰੰਗ ਚ ਨਹੀਂ ਲੈ ਸਕਦੇ। ਨਹੀਂ, ਸਾਡੇ ਨਜ਼ਦੀਕ ਤੇ ਇਹ ਵਾਕਿਆ ਹੋ ਵੀ ਗਿਆ। ਉਹ ਇਸ ਵਾਸਤੇ ਗਿਆ ਕਿ ਅੱਜ ਕੱਲ ਇਹਨਾਂ ਚੋਂ ਇੱਕ ਹਿੱਸਾ ਜਿਹੜਾ ਇਨਸਾਫ ਦੇ ਵਾਲਿਆਂ ਨੂੰ ਕਤਲ ਕਰਨ ਦੇ, ਇਹ ਤੁਹਾਡੇ ਕਾਜ਼ੀ ਫਾਇਜ਼ ਸਾਹਿਬ ਨੇ ਇੱਕ ਅਹਿਮ ਦੀ ਹੱਕ 'ਚ ਫੈਸਲਾ ਇਨਸਾਫ ਨਾਲ ਕੀਤਾ, ਔਰ ਸਾਰੇ ਤੁਹਾਡੇ ਮੌਲਾਨਾ ਹਜ਼ਰਾਤ ਜਿੰਨੇ ਸਨ ਉਹਦੇ ਚੈਂਬਰ 'ਚ ਟੁਰ ਗਏ, ਉਹਦੇ ਕੋਲੋਂ ਉਹ ਧਮਕੀਆਂ ਦੇ ਕੇ ਉਹ ਜਿਹੜਾ ਫੈਸਲਾ ਵਾਪਸ ਕਰਵਾਇਆ ਨੇ। ਤੇ ਉਹਦੇ ਨਾਲ ਜਿਹੜੇ ਨੇ 3 ਨਬੀ ਕਤਲ ਹੋਏ ਨੇ, ਨਬੀ ਕੋ ਪਕੜੇ 3 ਨਬੀਆਂ ਦੇ ਕਤਲ ਦੇ ਬਰਾਬਰ ਹੋ ਗਿਆ। ਜਿਹੜਾ ਉਹ ਨਬੀ ਆਇਆ ਕੋਈ ਜਿਹੜਾ ਮੁਸ਼ਕਲਾਂ ਸਾਰੀ ਉਹਦੇ ਦੇ ਉਹਦੇ ਇਨਸਾਫ ਵਾਲਿਆਂ ਦਾ ਵੀ ਜ਼ਿਕਰ ਹੈ ਕਿ ਇਨਸਾਫ ਵਾਲਿਆਂ ਨੂੰ ਵੀ ਕਤਲ ਕਰਦੇ ਨੇ। ਇਹ ਕਤਲ ਹੀ ਇਨਸਾਫ ਦਾ, ਹੋਰ ਕੀ ਹੈ ਚ ਮਤਲਬ ਜ਼ੋਰ ਅਸਲ ਵਿੱਚ ਇਨਸਾਫ ਔਰ ਨਾ ਇਨਸਾਫੀ ਦੇ ਉੱਤੇ ਹੈ। ਇਹ ਤੁਸੀਂ ਕਰੇ ਤੇ ਤੂੰ ਇਨਕਾਰ ਨਹੀਂ। ਸਾਹਿਬ ਗੱਲ ਇਹ ਹੈ ਕਿ ਤੁਸੀਂ ਨਾ ਇੱਕ ਉਹ ਤੁਹਾਨੂੰ ਮੈਂ ਕਿਹਾ ਨਾ ਕਿ ਤੁਹਾਡੇ ਚ ਤਨਜ਼ੀਆ ਗੁਫ਼ਤਗੂ ਦੇ ਤੁਸੀਂ ਮਾਹਿਰ ਹੋ, ਮਾਸਟਰ ਹੋ। ਤੁਸੀਂ ਆਪਣੀ ਗੱਲ ਤੇ ਅੜਿਆ ਰਹਿਣਾ। ਤੁਸੀਂ ਇਹ ਤਸਲੀਮ ਵੀ ਕਰ ਲਿਆ ਕਿ ਇਹ ਅਮਕਾਨ ਹੈ ਵੇ। ਜਦੋਂ ਅਮਕਾਨ ਹੈ ਵੇ ਤੇ ਇਹਦਾ ਮਤਲਬ ਨਬੀ ਆ ਸਕਦੇ ਨੇ, ਗੱਲ ਖਤਮ ਹੋਈ। ਤੇ ਫਿਰ ਰੌਲਾ ਕਾਹਦਾ?
ਕੋਈ ਰੌਲਾ ਨਹੀਂ। ਕੀ ਬਣਿਆ ਉਸ ਤਰਜਮੇ ਦਾ ਜਿਹੜਾ ਤੁਸੀਂ ਹੁਸੈਨੀ ਸਾਹਿਬ ਕੀਤਾ, ਉਹ ਨਬੀਆਂ को खत्म करने वाला? ਉਹ ਬਸ ਸਾਹਿਬ ਕਹਿੰਦੇ ਨੇ ਉਹ ਗਲਤ ਹੈ, ਤਰਜਮਾ ਠੀਕ ਨਹੀਂ। वो तर्जमा गलत है? ਜੀ वो तो ਉਹ मिर्जा ਗ੍ਰਾਮਰ साहब ਦੇ ਹਿਸਾਬ ਨਾਲ ਫਿੱਟ ਨਹੀਂ ਪੈਂਦਾ, ਕਿਉਂਕਿ ਖਾਤਮ ਦਾ ਜਿਹੜਾ ਲਫ਼ਜ਼ ਹੈ ਔਰ ਖਤਮਾ ਹੈ ਉਹਦੀ ਕੋਈ ਟੈਕਨੀਕਲ ਬਹਿਸ ਹੈ ਉਹਨਾਂ ਕੋਲ, ਜਿਹੜੀ ਉਹਦੇ ਹਿਸਾਬ ਨਾਲ ਉਹਨੂੰ ਗਲਤ करार दे रहे हैं। जो मैंने बात की थी वो आपने सुनी थी? हो सकता है ना सही है भाई, ग्रामर की मीर साहब जो मैंने बात की थी वो सुनी थी, या मेरा भी जवाब दे देना। नहीं नहीं मैंने सुनी। कसम हो खाए, सकता है कि कसम खाए कि आपने नहीं सुनी। यार मैंने गल तो कर लेंगे ना। आप कसम खाएं कि आपने नहीं सुनी थी। और यार मैं नहीं सुनी गल, ऐसी मैं क्या हो सकता है कि गलत ग्रामर बयानी कर रहे की हैं। सारी बात सुनी है तो यार हम सुनी कर रहे हैं। सब पधनी ना करो, कह रहे ने तो नहीं सुनी होनी गल, बस खत्म होई गल, नहीं सुनी होनी गल। बस खत्म होई गल। रून वाले तर्जमा दुरुस्त ना हो जी जी नबियों का खत्म करने वाला, क्योंकि ग्रामर नहीं पढ़ाई ना फजल लाई ते फजल अहमद दोस्त आसन मिर्जा साहब दे, हाँ उनको अरबी मिर्जा साहब ने पढ़ी है, कुरान वगैरह पढ़िया है ते फारसी पढ़ी है, ते ऐन मुमकिन के ग्रामर मिर्जा साहब ना जानते उन्होंने तर्जमा गलत। नहीं अहमद नज़ीर साहब माफ कीजिएगा, माजरत दे नाल ਅਸੀਂ ਮਿਰਜ਼ਾ ਸਾਹਿਬ ਦੀ ਜ਼ਾਤ ਤੇ ਜਾਂ ਉਹਨਾਂ ਦੇ ਇਲਮ ਤੇ ਬਹਿਸ ਨਹੀਂ ਕਰ ਰਹੇ, ਮੈਂ ਤੁਹਾਡੇ ਇਲਮ ਤੇ ਬਹਿਸ ਕਰ ਰਿਹਾ ਕਿ ਤੁਸੀਂ ਕੁਰਾਨ ਮਜੀਦ ਦੇ ਵਿੱਚ ਇਹਦੇ ਤਾਈਦ ਵਿੱਚ ਇੱਕ ਮੈਂ ਇਹ ਆਪਣੀ ਜਿਹੜੀ ਆਇਤ ਪੇਸ਼ ਕੀਤੀ ਹੈ ਆਲੇ ਇਮਰਾਨ ਦੀ ਆਇਤ ਨੰਬਰ 21 ਔਰ 22, ਮੈਂ ਉਹਨੂੰ ਉਹਦੀ ਤਾਈਦ ਤਰਜਮੇ ਦੀ ਤਾਈਦ ਵਿੱਚ ਪੇਸ਼ ਕੀਤਾ ਹੈ ਕਿ ਅਗਰ ਉਹ ਇਹ ਹੁੰਦਾ ਤੇ ਫਿਰ ਇਹ ਆਇਤ ਦੀ ਲੋੜ ਕੋਈ ਨਹੀਂ ਸੀ। ਤੁਸੀਂ ਇਹ ਆਇਤ ਦਾ ਲਫ਼ਜ਼ੀ ਤਰਜਮਾ करके मैनू दसो कि ये देखो की समझदे हो तुसी। चलो ये भी देख लेने हैं, लेकिन एक मैं कहना कि ये तो क्लियर हो गई गल। ये मिर्जा साहब ते अजे बहस नहीं करनी ਅਸੀਂ ਉਹਨਾਂ ਦਾ ਮਿਰਜ਼ਾ ਸਾਹਿਬ ਦਾ ਨਾਂ ਨਹੀਂ ਲੈਂਦੇ। ਫਿਰ ਮੈਨੂੰ ਕੁਰਾਨ ਜੀ ਨਾਲ ਸਮਝਾਓ, ਤੁਸੀਂ ਇਹ ਸਮਝੋ ਕਿ ਮੈਂ ਅਜੇ ਮਿਰਜ਼ਾ ਸਾਹਿਬ ਨੂੰ ਜ਼ੇਰੇ ਬਹਿਸ ਨਹੀਂ ਲਿਆਉਂਦਾ ਸਾਹਿਬ। मैं मिर्जा साहब की गल नहीं करने लगा, मैं कहना जे मैं तर्जमा करा नबियों का खत्म करने वाला तो गलत है, मिर्जा साहब करें तो फिर गलत नहीं ना, मिर्जा साहब तो बहस नहीं। ਮਿਰਜ਼ਾ ਸਾਹਿਬ ਮੈਨੂੰ ਤੁਸੀਂ ਆਪਣੀ ਗੱਲ ਕਰੋ, ਮਿਰਜ਼ਾ ਸਾਹਿਬ ਨੇ ਤਰਜਮਾ ਨਹੀਂ ਕੀਤਾ, ਜਿਹੜੇ ਤੁਸੀਂ ਕਰਦੇ ਹੋ ਉਹਨਾਂ ਦੇ ਤਰਜਮੇ ਤੁਸੀਂ ਨਹੀਂ ਸਾਨੂੰ ਸਮਝਾ ਸਕਦੇ, ਉਹਨਾਂ ਦਾ ਤਰਜਮਾ ਉਹਨਾਂ ਨੇ ਸਾਨੂੰ ਸਮਝਾਣਾ ਹੈ, ਔਰ ਉਹਨਾਂ ਨੇ ਦੀ ਵਜ਼ਾਹਤ ਬੜੀ ਏਰੀ ਕਰ ਛੜੀ ਹੋਈ ਹੈ। तर्जमा तो उत्थे लिखे है ना जालो हम उर्दू दे। हाँ तो ये भी बताए ना खत्म ਆਪਣਾ ਮੈਨੂੰ ਦੱਸੋ ਨਾ ਤਰਜਮਾ, ਤੁਸੀਂ ਦੱਸੋ ਤੁਸੀਂ ਆਪਣੀ ਅਰਬੀ ਦੇ ਤਹਿਤ ਇਹਦਾ ਤਰਜਮਾ ਕੀ ਕਰਦੇ ਹੋ? यही जेड़ा सैनी साहब ने दसिया अब्दुल बासित भाई इनसे पूछे कि पूरी तरह समझाएं कि इनको क्या समझ आई है, खत्म करने से क्या मुराद है, इनको क्या समझ आई है, पूरी तरह वजाहत से बताए ना खत्म करने से क्या मुराद है। जो ये बार बार खत्म करने से मुराद खत्म करना। हजरत मसीह मौद अलैहिस्सलाम का तर्जुमा बहुत पसंद आया है, उसे बहुत इम्प्रेस है, तो फिर अब खुल के बताए ना कि खत्म करने से क्या मुराद है, सारी चीज समझाएं। अच्छा यार ट्रुथ सीकर तन्नू मैं कल सवाल पूछा सी भी अब्दुल्ला आतम दी पेशगोई फरीक दे बारे सी कि सिर्फ अब्दुल्ला आतम दे बारे सी? ਅਹਿਮਦ ਨਜ਼ੀਰ ਸਾਹਿਬ ਨਾ ਡੰਡੀ ਨਾ ਮਾਰੋ, ये तो भाग फिर ਇਹਨੂੰ ਚੁੱਪ ਕਰਾ ਕੇ ਰੱਖੋ ਨਾ, ਫਿਰ ਇਹਨੂੰ ਚੁੱਪ ਕਰਾ, ਜਿਸ ਵੇਲੇ ਉਹ ਤੁਹਾਡੀ ਹਮਾਇਤ ਚ ਰੋਲਾ ਪਾਉਂਦਾ ਹੈ ਫਿਰ ਤੁਸੀਂ ਸਾਹਿਬ ਤੁਸੀਂ ਉਹਨੂੰ ਨਹੀਂ ਚੁੱਪ ਕਰਾਉਂਦੇ। ਅਹਿਮਦ ਨਜ਼ੀਰ ਸਾਹਿਬ ਅਗਰ ਮੈਂ ਤੁਹਾਡੀ ਗੱਲ ਮੰਨ ਲਵਾਂ, ਅਗਰ ਮੈਂ ਤੁਹਾਡੀ ਗੱਲ ਮੰਨ ਲਵਾਂ ਕਿ ਜੀ ਉੱਥੇ ਨਬੀਆਂ ਨੂੰ ਖਤਮ ਕਰਨ ਵਾਲਾ ਹੈ, ਮੈਂ ਤੁਹਾਨੂੰ ਇਹ ਪੁੱਛਿਆ ਕਿ ਇਹ ਫਿਰ ਦੱਸੋ ਕਿਹੜੇ ਨਬੀ ਨੇ ਜਿਹੜੇ ਆਲ ਇਮਰਾਨ ਦੀ ਸੂਰਤ ਦੇ ਵਿੱਚ ਬਿਆਨ ਕੀਤੇ ਗਏ ਨੇ ਆਇਤ 21 ਚ? ਕਿਉਂਕਿ ਅਗਰ ਨਬੀਆਂ ਦਾ ਖਤਮ ਕਰ ਹਰ ਕਿਸਮ ਦੇ ਨਬੀ ਖਤਮ ਹੋ ਗਏ ਨੇ ਤੇ ਫਿਰ ਇਹਨਾਂ ਨਬੀਆਂ ਦਾ ਉਹ ਕਿਹੜੇ ਨਬੀ ਨੇ ਜਿਨ੍ਹਾਂ ਦਾ ਜ਼ਿਕਰ ਹੈ ਕਿ ਇਹ ਮੁਸਤਕਬਲ ਵਿੱਚ ਆਉਣਗੇ? ਕਿੰਨੇ ਆਖਿਆ ਮੁਸਤਕਬਲ ਵਿੱਚ ਆਉਣਗੇ? ਇਹ ਵੇਖੋ ਨਾ, ਤੁਸੀਂ ਤਰਜਮਾ ਤੇ ਕਰੋ, ਮੈਂ ਇਹ ਤੇ ਕਹਿ ਰਿਹਾ, ਪੜੋ ਨਾ ਆਇਤ ਨੰਬਰ 21 ਪੜੋ, ਤੁਸੀਂ ਖੁਦ ਪੜ੍ਹ ਲਓ, ਕਿਹਦਾ ਪੜੋ ਪੜੋ ਕਿਹੜੀ ਆਇਤ ਨੰਬਰ 21 पे ਆਂਦੇ ਹੋ? ਇਨੱਲਜ਼ੀਨਾ ਯਕਫਰੂਨਾ ਬਿਆਇਆਤਿल्लाह ਹੈ। ਹਾਂਜੀ ਹਾਂਜੀ ਇਹ ਉਹਨਾਂ ਲੋਕਾਂ ਦਾ ਜ਼ਿਕਰ ਹੈ। ਇਨੱਲਜ਼ੀਨਾ ਦਾ ਮਤਲਬ ਹੁੰਦਾ ਹੈ ਉਹ ਲੋਕ, ਯਕਫਰੂਨਾ ਬਿਆਇਆਤਿल्लाह ਜਿਹੜੇ ਲੋਕ ਅੱਲਾ ਦੀਆਂ ਆਇਤਾਂ ਦਾ ਇਨਕਾਰ ਕਰਦੇ ਨੇ। ਕੋਈ ਬੰਦੇ ਨੇ, ਕੋਈ ਲੋਕ ਨੇ ਜਿਨ੍ਹਾਂ ਦਾ ਜ਼ਿਕਰ ਹੋ ਰਿਹਾ ਹੈ। ਵਯਕਤਲੂਨ ਨਬੀयीन ਬਗੈਰ ਹੱਕ, ਔਰ ਉਹ ਨਾਹਕ ਨਬੀਆਂ ਨੂੰ ਕਤਲ ਕਰਦੇ ਰਹੇ। ਵਯਕਤਲੂਨ ਅਲਜ਼ੀਨ ਯਅਮਰੂਨ ਬਿਲਕਿਸਤ ਮਿਨ अन्नास ਜਿਹੜੇ ਅਦਲੋ ਇਨਸਾਫ ਦਾ ਹੁਕਮ ਦਿੰਦੇ ਉਹਨਾਂ ਨੂੰ ਵੀ ਕਤਲ ਕਰ ਦਿੰਦੇ। ਫਬਸ਼ਰਹੁਮ ਬਿਅਜ਼ਾਬਿਨ ਅਲੀਮ, ਉਹਨਾਂ ਨੂੰ ਤੁਸੀਂ ਅਜ਼ਾਬ ਦੀ ਖਬਰ ਦੇ ਦਿਓ। ਉਲਾਇਕ ਅਲਜ਼ੀਨ ਹਾਬਿਤਤ ਆਮਾਲੁਹੁਮ ਫਿ ਦੁਨੀਆ ਵਲ ਆਖਿਰਾ, ਉਹਨਾਂ ਦੇ ਸਾਰੇ ਅਮਾਲ ਇਸ ਦੁਨੀਆ ਔਰ ਆਖਰਤ ਦੇ
ਉਹ ਗਾਰਤ ਗਏ ਨੇ, ਵਮਾ ਲਹੁਮ ਮਿਨ ਨਾਸਿਰੀਨ, ਤੇ ਉਹਨਾਂ ਦਾ ਕੋਈ ਮਦਦਗਾਰ ਨਹੀਂ ਹੋਏਗਾ। ਇਹਦੇ ਚ ਆਉਣ ਵਾਲੇ ਨਬੀਆਂ ਦਾ ਕਿਹੜਿਆਂ ਦਾ ਜ਼ਿਕਰ ਹੈ? ਇਹ ਮੈਨੂੰ ਇਹ ਦੱਸੋ, ਇਹ ਨਬੀਨ ਫਬਸ਼ਰ ਬਸ਼ਾਰਤ ਹਮੇਸ਼ਾ ਆਉਣ ਵਾਲੇ ਵਾਸਤੇ ਹੁੰਦੀ ਹੈ, ਮਾਜ਼ੀ ਵਾਸਤੇ ਨਹੀਂ ਹੁੰਦੀ। ਉਹ ਕਿਹੜੇ ਉਹਨਾਂ ਨੂੰ ਜਦੋਂ ਬਸ਼ਾਰਤ ਦਿੱਤੀ ਗਈ ਅਜ਼ਾਬ ਅਲੀਮ ਦੀ, ਇਹਦਾ ਮਤਲਬ ਨਬੀ ਆਣੇ ਨੇ, ਉਹਨਾਂ ਨੇ ਕਤਲ ਦੀ ਕੋਸ਼ਿਸ਼ ਕਰਨੀ ਹੈ। ਔਰ ਜਿਹੜਾ ਬਸ਼ਰ ਹੈ ਨਾ, ਇਹ ਸਰਕਾਸਟਿਕ ਹੈ। ਹੁਸੈਨੀ ਸਾਹਿਬ ਪਲੀਜ਼ ਮੈਨੂੰ ਉਹਨਾਂ ਨਾਲ ਗੱਲ ਕਰ ਲੈਣ ਦਿਓ। ਤੁਸੀਂ ਨਹੀਂ ਉਹਨਾਂ ਨਾਲ ਗੱਲ ਕਰਦੇ ਰਹੋ, ਸਿਰਫ ਬਸ਼ਰ ਦਾ ਨਹੀਂ, ਮੈਨੂੰ ਤੁਸੀਂ ਉਹਨਾਂ ਨਾਲ ਗੱਲ ਕਰਨ ਦਿਓ, ਉਹ ਆਪੇ ਵਜ਼ਾਹਤ ਕਰ ਦੇਣਗੇ ਪਲੀਜ਼। ਠੀਕ। ਅੱਲਾਹ ਤਾਲਾ ਨੇ ਨਬੀ ਅਲੈਹਿਸ ਸਲਾਮ ਨੂੰ ਕੀ ਆਖਿਆ? ਫਬਸ਼ਿਰਹੁਮ ਬਿਅਜ਼ਾਬਿਨ ਅਲੀਮ, ਉਹਨਾਂ ਨੂੰ ਹਾਂਜੀ ਦਰਦਨਾਕ ਅਜ਼ਾਬ ਦੀ ਖਬਰ ਦੇ ਦਿਓ। ਕਿਹਨਾਂ ਨੂੰ? ਦਰਦਨਾਕ ਜਿਹੜਾ ਕਿਹਨਾਂ ਨੂੰ ਖਬਰ ਉਸ ਬੰਦੇ ਨੂੰ ਦਿੱਤੀ ਜਾਂਦੀ ਜਿਹੜਾ ਸਾਹਮਣੇ ਹੋਵੇ, ਜਿਹੜਾ ਬੰਦਾ ਸੁਣਦਾ ਹੋਵੇ। ਮਾਜ਼ੀ ਵਾਲਿਆਂ ਨੂੰ, ਮੁਰਦਾ ਨੇ ਤਾਂ ਨਹੀਂ ਖਬਰ ਦੇਣੀ। ਆਹੋ ਤੇ ਮੌਜੂਦ ਸਨ ਅਹਿਲੇ ਕਿਤਾਬ ਦੀ ਗੱਲ ਨਾ ਤੇ ਇਹ ਆਇਤ ਜਿਹੜੀ ਇਹ ਸਾਰਿਆਂ ਵਾਸਤੇ ਕੋਈ ਐ ਯਾ ਅਯੁਹੱਲਜ਼ੀਨਾ ਯਾ ਅਲਲ ਕਿਤਾਬ ਤੇ ਨਹੀਂ ਲਿਖਿਆ ਹੋਇਆ। ਨਹੀਂ, ਕੀ ਕਰਦੇ ਹੋ? ਨਬੀਆਂ ਨੂੰ ਸੁਣ ਲਓ ਨਾ, ਜਿਨ੍ਹਾਂ ਨੇ ਨਬੀਆਂ ਨੂੰ ਕਤਲ ਕੀਤਾ ਤੇ ਅੱਲਾਹ ਦੀਆਂ ਆਇਤਾਂ ਨੂੰ ਝੁਟਲਾਇਆ ਹੈ। ਨਹੀਂ ਝੁਟਲਾਇਆ ਨਹੀਂ, ਮਾਜ਼ੀ ਦਾ ਤੇ ਜ਼ਿਕਰ ਹੀ ਨਹੀਂ। ਤੁਸੀਂ ਇਹ ਡੰਡੀ ਇੱਥੇ ਹੀ ਮਾਰਨ ਲੱਗੇ ਹੋ ਨਾ, ਇਹ ਮਾਜ਼ੀ ਦਾ ਤੇ ਜ਼ਿਕਰ ਹੀ ਨਹੀਂ। ਮੈਂ ਤੇ ਕਹਿਣਾ ਪਿਆ ਕਿ ਇੱਥੇ ਮੁਜ਼ਾਰਿਆ ਦਾ ਸੀਗਾ, ਔਰ ਮੈਨੂੰ ਦੱਸੋ ਮੁਜ਼ਾਰਿਆ ਮਾਜ਼ੀ ਦੇ ਵਿੱਚ ਹੁੰਦਾ ਹੈ? ਤੁਹਾਨੂੰ ਸੀਗੇ ਕਾਫੀ ਆਮਦੇ ਹੁੰਦੇ, ਸਾਨੂੰ ਨਹੀਂ ਸੀਗੇ ਆਮਦੇ ਅਬਦੁਲ ਬਾਸਿਤ ਸਾਹਿਬ। ਸਾਨੂੰ ਇੰਨਾ ਪਤਾ ਹੈ ਕਿ ਇੱਥੇ ਅਹਿਲੇ ਕਿਤਾਬ ਦੇ ਬਾਰੇ ਅੱਲਾਹ ਤਾਲਾ ਨੇ ਉਹਨਾਂ ਲੋਕਾਂ ਦੇ ਬਾਰੇ ਜ਼ਿਕਰ ਕੀਤਾ ਹੈ ਜਿਹੜੇ ਅਹਿਲੇ ਕਿਤਾਬ ਚੋਂ ਯਾਨੀ ਬਨੀ ਇਸਰਾਈਲ ਵਿੱਚ ਆਉਣ ਵਾਲੇ ਨਬੀਆਂ ਨੂੰ ਜਿਨ੍ਹਾਂ ਕਤਲ ਕੀਤਾ। ਇਨਸਾਫ ਕਰਨ ਵਾਲਿਆਂ ਨੂੰ ਵੀ ਬਲਕਿ ਇਸ ਆਇਤ ਦੀ ਤਫਸੀਰ ਵਿੱਚ ਹਾਫਿਜ਼ ਇਬਨ ਕਸੀਰ ਰਹਿਮਹੁੱਲਾ ਨੇ ਲਿਖਿਆ ਕਿ ਇੱਕ ਵਕਤ ਹੈ 300 ਨਬੀਆਂ ਨੂੰ ਪਹਿਲੇ ਟਾਈਮ ਕਤਲ ਕੀਤਾ, ਪਿਛਲੇ ਟਾਈਮ ਉੱਥੇ ਪਾਲਕ ਵੇਚਣ ਬੈਠੇ ਸੀ, ਤਰਕਾਰੀ ਸਬਜ਼ੀ ਵੇਚਣ ਬੈਠੇ ਸੀ। ਇੰਝ ਉਹਨਾਂ ਨਬੀਆਂ ਨੂੰ, ਅੱਲਾਹ ਦੇ ਨਬੀਆਂ ਨੂੰ ਕਤਲ ਕੀਤਾ। ਇਸ ਤਰ੍ਹਾਂ ਉਹਨਾਂ ਨੇ ਇਨਸਾਫ ਕਰਨ ਵਾਲਿਆਂ ਨੂੰ ਵੀ ਕਤਲ ਕੀਤਾ ਕਿ ਅੱਲਾਹ ਤਾਲਾ ਦਾ ਗਜ਼ਬ ਭੜਕਿਆ ਉਹਨਾਂ ਦੇ ਉੱਤੇ। ਬਸ ਉਹਨਾਂ ਦੀ ਗੱਲ ਹੋ ਰਹੀ ਹੈ। ਅੱਛਾ ਇੱਕ ਮਿੰਟ ਵਜ਼ੀਰ ਸਾਹਿਬ, ਇੱਕ ਮਿੰਟ ਆਇਆ ਜਦੋਂ ਹਜ਼ਰਤ ਮੂਸਾ अलैहिस्सलाम ਦੇ ਬਨੀ ਇਸਰਾਈਲ ਵਾਲ ਆਏ ਸਨ ਕਿ ਤੁਰਾਤ ਵਿੱਚ ਉਹਨਾਂ ਦੇ ਵਾਸਤੇ ਇਹ ਜ਼ਿਕਰ ਨਹੀਂ ਹੈ ਕਿ ਉਹਨਾਂ ਤੇ ਅਜ਼ਾਬ ਹੋਏਗਾ। ਜਦੋਂ ਈਸਾ अलैहिस्सलाम ਨੇ ਮੁਬਸ਼ਿਰ ਰਸੂਲ ਦੀ ਬਸ਼ਾਰਤ ਦਿੱਤੀ, ਉਹ ਆਉਣ ਵਾਲਿਆਂ ਵਾਸਤੇ ਦਿੱਤੀ ਸੀ ਜਾਂ ਪਿਛਲਿਆਂ ਵਾਸਤੇ ਦਿੱਤੀ ਸੀ? ਸਾਰੀ ਸਾਹਿਬ ਮਿਊਟ ਕਰੇ, ਤੁਹਾਡੇ ਕੋਲ ਆਵਾਜ਼ ਆ ਰਹੀ ਨਹੀਂ। ਬਸ਼ਾਰਤ ਤੇ ਬਿਲਕੁਲ ਆਉਣ ਵਾਲੀ ਖਬਰ ਹੀ ਹੁੰਦੀ ਹੈ। ਤੇ ਫਿਰ ਜਨਾਬ ਆਉਣ ਵਾਲੀ ਖਬਰ ਜ਼ਾਬ ਆਉਣ ਵਾਲਾ ਨਾ, ਜ਼ਾਬ ਤੇ ਇਹ ਕਿਆਮਤ ਵਾਲੇ ਦਿਨ ਤੋਂ ਬਾਅਦ ਆਉਣਾ ਨਾ। ਨਾ ਮੇਰੀ ਗੱਲ ਸੁਣੋ। ਤੁਸੀਂ ਮੈਨੂੰ ਇਬਨ ਕਸੀਰ ਦਾ ਹਵਾਲਾ ਦਿੱਤਾ ਹੈ। ਮੈਂ ਇਹ ਪੁੱਛਣਾ ਕਿ ਇਮਾਮ ਰਾਜ਼ੀ ਜਿਹੜਾ ਹੈ, ਉਹਨਾਂ ਨੇ ਇਹ ਫਰਮਾਇਆ ਕਿ ਇਹ ਜਿਹੜੇ ਨੇ ਇਹ ਫਿਊਚਰ ਵਾਸਤੇ ਹੈ, ਮੁਸਤਕਬਲ ਵਾਸਤੇ, ਔਰ ਕਿਆਮਤ ਤੱਕ ਇਹ ਜਰਾਇਮ ਹੋਣੇ ਨੇ। ਕਿਤੇ ਇਮਾਮ ਫਖਰੁद्दीन ਰਾਜ਼ੀ ਨੇ ਕਿਹਾ ਫਿਊਚਰ ਚ ਨਬੀ ਉਹਨਾਂ ਦੀ ਕਿਤਾਬ ਹੈ ਮਫਾਤੀਹੁਲ ਗੈਬ, ਲਿਆਓ ਉਹਦੇ ਚ ਲਿਖਿਆ ਉਹਨਾਂ ਨੇ ਕਿ ਨਬੀ ਆਣਗੇ ਹੋਰ ਤੇ ਉਹਨਾਂ ਨੂੰ ਕਤਲ ਕੀਤਾ ਜਾਏਗਾ। ਕਿੱਥੇ? ਤੇ ਉਹਨਾਂ ਨੇ ਕਿਆਮਤ ਤੱਕ ਜੁਰਮ ਜਦੋਂ ਕਿਆਮਤ ਤੱਕ ਹੋਣਾ, ਇਹਦਾ ਮਤਲਬ ਹੈ ਕਿ ਉਹ ਕਤਲ ਕਰਨਗੇ ਨਬੀਆਂ। ਤੁਸੀਂ ਇਹ ਮੈਨੂੰ ਦੱਸੋ ਨਾ, ਮੈਂ ਤੇ ਤੁਹਾਨੂੰ ਇਹ ਪੁੱਛਿਆ ਕਿ ਇਹ ਮਾਜ਼ੀ ਦੇ ਇਹ ਨਬੀਆਂ। ਹੁਣ ਮੈਂ ਤੁਹਾਨੂੰ ਇੱਕ ਹੋਰ ਆਇਤ ਦੇਣਾ ਜਿਹੜੀ ਇਹਦੀ ਤਸਦੀਕ ਕਰਦੀ ਹੈ। ਮੇਰੀ ਗੱਲ ਸੁਣੋ, ਇੱਕ ਹੋਰ ਆਇਤ ਦੇਣਾ ਮੈਂ ਨਹੀਂ ਹੋਰ ਨਾ, ਇੱਕ ਹੀ ਬੜੀ ਹੈ, ਇੱਕ ਇੱਕ ਕਰਕੇ ਪਹਿਲਾਂ ਇਹਨੂੰ ਨਿਬੇੜ ਲਈਏ ਫਿਰ ਮੈਂ ਉਹੀ ਦੱਸਣ ਲੱਗਾ ਇਹ ਕਿਹੜੇ ਨਬੀਆਂ ਦੇ। ਅਬਦੁਲ ਬਾਸਿਤ ਸਾਹਿਬ ਮੇਰੀ ਗੱਲ ਸੁਣੋ ਨਾ, ਤੁਹਾਡੇ ਬੰਦੇ ਸਾਰਾ ਦਿਨ ਇੱਥੇ ਆਇਤਾਂ ਨਾਲ ਤਮਾਸ਼ਾ ਕਰਦੇ ਰਹਿੰਦੇ ਨੇ, ਤੁਸੀਂ ਕੋਈ ਨਵੀਆਂ ਆਇਤਾਂ ਨਹੀਂ ਪੇਸ਼ ਕਰਨ ਲੱਗਿਆ ਹੈ। ਸੂਰਾ ਰਾਫ ਦੀ ਆਇਤ ਤੋਂ ਪੇਸ਼ ਸੂਰਾ ਰਾਫ ਦੀ ਆਇਤ ਨਹੀਂ ਤੁਹਾਨੂੰ ਪੇਸ਼ ਕਰਨਾ, ਮੈਂ ਉਹਨਾਂ ਦੀ ਆਇਤ ਪੇਸ਼ ਹੀ ਨਹੀਂ ਕਰਨੀ ਵਾਸਤੇ ਸਰ, ਮੈਂ ਨਹੀਂ ਉਹ ਪੇਸ਼ ਕਰਨੀ। ਮੈਂ ਉਹ ਵੀ ਕਰ ਲੋ, ਇਹ ਵੀ ਕਰ ਲੋ, ਇਹ ਤਮਾਸ਼ਾ ਹੀ ਹੈ, ਇਹਦੇ ਚ ਕੋਈ ਇਜਰਾਏ ਨਬੂਵਤ ਦਾ ਜ਼ਿਕਰ ਨਹੀਂ। ਇਮਾਮ ਫਖਰੁद्दीन, ਇੱਕ ਮਿੰਟ ਸੁਣ ਤੇ ਲੋ ਨਾ ਅਬਦੁਲ ਬਾਸਿਤ ਸਾਹਿਬ, ਇਮਾਮ ਫਖਰੁद्दीन ਰਾਜ਼ੀ ਦੇ ਉੱਤੇ ਵੀ ਤੁਸੀਂ ਐਡਾ ਵੱਡਾ ਇਲਜ਼ਾਮ ਤੇ ਲਾਉਂਦੇ ਹੋ ਕਿ ਉਹਨਾਂ ਨੇ ਵੀ ਲਿਖਿਆ ਕਿ ਮੁਸਤਕਬਲ ਚ ਨਬੀ ਆਣਗੇ। ਦੇਖੋ ਮੇਰੀ ਗੱਲ ਸੁਣੋ, ਜਿਹੜਾ ਉਹਨਾਂ ਨੇ ਲਿਖਿਆ ਜੀ ਇਹ ਜਰਾਇਮ ਕਿਆਮਤ ਤੱਕ ਹੁੰਦੇ ਰਹੇ। ਆਪਣਾ ਅਬਦੁਲ ਬਾਸਿਤ ਸਾਹਿਬ ਮੇਰੀ ਗੱਲ ਸੁਣੋ, ਇਮਾਮ ਫਖਰੁद्दीन ਰਾਜ਼ੀ ਨਾ ਤੇ ਜੁਰਮ ਕਾਹਦਾ ਹੋਣਾ ਚਾਹੀਦਾ? ਮੈਂ ਕਿਹਾ ਇਮਾਮ ਫਖਰੁद्दीन ਰਾਜ਼ੀ ਜਰਾਇਮ ਨਬੂਵਤ ਦੇ ਕਾਇਲ ਸਨ। ਲਿਖਿਆ ਉਹਨਾਂ ਨੇ ਇਸ ਆਇਤ ਦੀ ਤਫਸੀਰ ਪੜ੍ਹ ਲਓ ਜਾ ਕੇ। ਨਹੀਂ ਮੈਂ ਕਿੱਥੋਂ ਪੜ੍ਹ ਲਵਾਂ? ਤੁਸੀਂ ਗੱਲ ਕੀਤੀ, ਹਵਾਲਾ ਤੁਸੀਂ ਦੇਣਾ ਕਿ ਮੈਂ ਦੇਣਾ? ਨਹੀਂ ਮੈਂ ਤੇ ਤੁਹਾਨੂੰ ਕਿਤਾਬ ਦੱਸ ਦਿੱਤੀ ਹੈ। ਨਹੀਂ ਅਸੂਲ ਇਹ ਜਿਹੜਾ ਬੰਦਾ, ਮੇਰੀ ਗੱਲ ਸੁਣਾ, ਮਫਾਤੀਹੁਲ ਗੈਬ ਤੁਸੀਂ ਸਿਰਫ ਸੁਨੇਹਾ ਨਹੀਂ ਦੇਣਾ, ਤੁਸੀਂ ਜਿਹੜੀ ਗੱਲ ਕੀਤੀ ਉਹਦਾ ਸਬੂਤ ਦੇਣਾ। ਤੇ ਮੈਂ ਸਬੂਤ ਕਿਤਾਬ ਦਾ ਦੇ ਰਿਹਾ। ਇਮਾਮ ਫਖਰੁद्दीन ਰਾਜ਼ੀ ਨੇ ਕਿ ਨਬੀ ਉਹ ਚਲੋ ਤੁਸੀਂ ਮੈਂ ਨਾ ਤਫਸੀਰਾਂ ਛੱਡੋ, ਮੈਨੂੰ ਤੁਸੀਂ ਆਪ
ਇਹਦਾ ਜਿਹੜਾ ਹੈ ਇਹ ਤੁਸੀਂ ਇਮਾਨਦਾਰੀ ਨਾਲ ਦੱਸੋ ਖੁਦਾ ਮੈਂ ਤਾਲਾ ਨੂੰ ਇਮਾਨਦਾਰੀ ਨਾਲ ਹਾਜ਼ਰ ਦੱਸਣਾ ਹੈ ਕਿਤਾਬ ਸੁਣੋ, ਦੇ ਸੁਣੋ, ਬਾਰੇ ਮੇਰੀ ਗੱਲ ਸੁਣੋ, ਖੁਦਾ ਨੂੰ ਹਾਜ਼ਰ ਨਾਜ਼ਰ ਕਰਕੇ ਦੱਸੋ ਕਿ ਇਹ ਆਇਤ ਜਿਹੜੀ ਮੁਜ਼ਾਰਿਆ ਦਾ ਸੀਗਾ ਮਾਜ਼ੀ ਵਾਸਤੇ ਇਸਤੇਮਾਲ ਹੁੰਦਾ ਜਾਂ ਭਾਈ ਇਹ ਸੀਗੇ ਮੈਂ ਤੁਹਾਨੂੰ ਅਬਦੁਲ ਬਾਸਿਤ ਸਾਹਿਬ ਆਖਿਆ ਹੈ ਸੀਗਿਆਂ ਸੁਗਿਆਂ ਦਾ ਸਾਨੂੰ ਨਹੀਂ ਪਤਾ ਨਾ ਮੈਂ ਇੰਨੀ ਅਰਬੀ ਜਾਣਨਾ ਪਤਾ ਕਿਉਂ ਨਹੀਂ ਨਾ ਮੈਨੂੰ ਪਤਾ ਹੈ ਇਹ ਸਾਇਦ ਅੱਛਾ ਫਿਰ ਤੁਹਾਨੂੰ ਪਤਾ ਨਹੀਂ ਤੇ ਫਿਰ ਮੇਰੇ ਨਾਲ ਬਹਿਸ ਨਾ ਕਰੋ ਗੱਲ ਅੱਛਾ ਜੇ ਤੁਸੀਂ ਇੰਜ ਗੱਲ ਕਰਨੀ ਨਹੀਂ ਮੈਂ ਤੁਹਾਡੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ ਚਲੋ ਠੀਕ ਹੈ ਗੱਲ ਮੁੱਕ ਗਈ ਚਲੋ ਬਹਿਸ ਗਏ ਹੋ ਤੁਸੀਂ ਜਿਹੜਾ ਚੀਜ਼ ਤੋਂ ਹੀ ਮੁੱਕਰ ਗਿਆ ਜੀ ਮੈਨੂੰ ਸੀਗਿਆਂ ਦਾ ਨਹੀਂ ਪਤਾ ਨਹੀਂ ਮੈਨੂੰ ਨਹੀਂ ਆਉਂਦੇ ਐਵੇਂ ਮੈਂ ਝੂਠ ਪਿਆ ਮੈਨੂੰ ਸੀਗੇ ਆਉਂਦੇ ਨੇ ਮੈਂ ਅਰਬੀ ਨਹੀਂ ਗ੍ਰਾਮਰ ਤੁਸੀਂ ਛੱਡੋ ਮੈਂ ਤੁਹਾਡੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ ਜਦੋਂ ਤੁਹਾਨੂੰ ਸੀਗਿਆਂ ਦਾ ਨਹੀਂ ਤੁਸੀਂ ਜਾਣਦੇ ਹੋ ਗ੍ਰਾਮਰ ਸਾਰੀ ਤੁਸੀਂ ਜਾਣਦੇ ਹੋ ਅਰਬੀ ਗ੍ਰਾਮਰ ਸਾਰੀ ਜੇ ਤੁਹਾਨੂੰ ਮੈਂ ਅਰਬੀ ਗ੍ਰਾਮਰ ਦਾ ਕੋਈ ਸਵਾਲ ਕਰਾਂ ਜਵਾਬ ਦੇ ਲੋ ਦੇ ਨਹੀਂ ਮੈਂ ਮਜ਼ੀਦ ਸਵਾਲਾਂ 'ਚ ਨਹੀਂ ਜਾਂਦਾ ਲੇਕਿਨ ਇਸ ਗ੍ਰਾਮਰ ਨੂੰ ਨਹੀਂ ਮਜ਼ੀਦ ਸਵਾਲਾਂ ਜੇ ਤੁਸੀਂ ਮਤਲਬ ਇਹਦੇ ਤੋਂ ਜਾਨ ਸਿਰਫ ਇੰਨਾ ਹੀ ਸੁਣਿਆ ਜੇ ਕਿ ਫੇਲ ਮੁਜ਼ਾਰਿਆ ਹੈ ਮੇਰੀ ਗੱਲ ਤਾਂ ਸੁਣ ਲਓ ਜਾਨ ਬੁੱਝ ਕੇ ਤੁਸੀਂ ਜਾਨ ਬੁੱਝ ਅਬਦੁਲ ਬਾਸਿਤ ਸਾਹਿਬ ਤੁਸੀਂ ਇੱਕ ਗੱਲ ਕਿਉਂ ਸੁਣੀ ਹੈ ਵੀ ਫੇਲ ਮੁਜ਼ਾਰਿਆ ਹੈ ਤੇ ਤੁਸੀਂ ਉੱਥੋਂ ਜਰਾਏ ਨਬੂਵਤ ਦਿਲ ਨਾਲ ਘੜ ਲਈਏ ਅਰਬੀ ਆਉਂਦੀ ਹੈ ਜੇ ਗ੍ਰਾਮਰ ਆਉਂਦੀ ਜੇ ਮੈਂ ਆਖਿਆ ਸ਼ਾਇਦ ਤਰਕੀਬ ਕਰ ਦਿਓ ਕਰ ਲਓ ਮੈਂ ਤੁਹਾਡੇ ਕੋਲ ਅਰਬੀ ਤੇ ਬਹਿਸ ਹੀ ਨਹੀਂ ਕਰਦਾ ਮੈਂ ਤੇ ਤੁਹਾਨੂੰ ਪੁੱਛਿਆ ਤੇ ਤੁਸੀਂ ਹੁਣੇ ਤਾਂ ਮੈਨੂੰ ਐਡਾ ਤਾਨਾ ਦਿੱਤਾ ਤੁਸੀਂ ਆਖਿਆ ਜੇ ਤੁਹਾਨੂੰ ਸੀਗੇ ਨਹੀਂ ਆਉਂਦੇ ਤੁਸੀਂ ਇਹ ਸ਼ਾਇਦ ਦਾ ਮੈਂ ਮੇਰੀ ਗੱਲ ਸੁਣ ਲਵੋ ਮੈਂ ਤੁਹਾਨੂੰ ਇਹ ਕੱਲ ਪਰਸੋਂ ਚੌਥ ਤੱਕ ਮੋਹਲਤ ਦੇਣਾ ਕਿ ਇਸ ਆਇਤ ਦਾ ਮੈਨੂੰ ਇਹਦੇ ਇਲਾਵਾ ਕੋਈ ਤਰਜਮਾ ਕਰ ਦਿਓ ਕਿ ਇਹ ਜਿਹੜਾ ਤਰਜਮਾ ਮੈਂ ਕਰ ਦਿੱਤਾ ਇਹੀ ਤਰਜਮਾ ਹੈ ਕੱਲ ਪਰਸੋਂ ਵੀ ਆਈ ਨਹੀਂ ਤੁਸੀਂ ਮਾਜ਼ੀ ਦੇ ਤਰਜਮੇ ਕਰਦੇ ਫਿਰਦੇ ਹੋ ਮਾਜ਼ੀ ਤੇ ਲਾਉਂਦੇ ਫਿਰਦੇ ਹੋ तो खुदा ਦਾ ਖੌਫ ਕਰੋ ਅਮਨ ਨਜ਼ੀਰ ਸਾਹਿਬ ਕੋ ਖੁਦਾ ਦਾ ਖੌਫ ਕਰੋ ਅੱਲਾਹ ਤਾਲਾ ਨੂੰ ਜਾਨ ਦੇਣੀ ਜੇ ਲੋਕਾਂ ਨੂੰ ਮਿਸਗਾਈਡ ਨਾ ਕਰੋ ਅਗਰ ਤੁਸੀਂ ਇਹ ਸਮਝਦੇ ਹੋ ਕਿ ਅਸੀਂ ਮਿਸਗਾਈਡ ਵੀ ਕਰਨੇ ਆ ਤੇ ਮਿਸਗਾਈਡ ਅਸੀਂ 14 ਸਦੀਆਂ ਦੇ ਵੀ ਕਰਨੇ ਆ ਨਾ 14 ਸਦੀਆਂ ਚ ਕਿਸੇ ਗਲਤ ਕਰ ਲੈਂਦੇ ਹੋ ਨਾ ਅਬਦੁਲ ਬਾਸਿਤ ਸਾਹਿਬ 14 ਸਦੀਆਂ ਵਿੱਚੋਂ ਕਿਸੇ ਮੁਫੱਸਰ ਕਿਸੇ ਮੁਤਰਜਮ ਕਿਸੇ ਮੁਹੱਦਿਸ ਕਿਸੇ ਮੁਜੱਦਦ ਦਾ ਇਹ ਮਹੀਨਾ ਕੱਢ ਕੇ ਲਿਆ ਦਿਓ ਤੁਹਾਨੂੰ ਮੂੰਹ ਮੰਗਿਆ ਮੈਂ ਨਾਮ ਦਿਆਂਗਾ ਜਿਹੜਾ ਤੁਸੀਂ ਮਹੀਨਾ ਪੇ ਕਰਦੇ ਹੋ ਕਿ ਮੁਸਤਕਬਲ ਚ ਨਬੀ ਆਣਗੇ ਇੱਥੇ ਜਰਾਏ ਨਬੂਵਤ ਸਾਬਤ ਹੁੰਦੀ ਮੂੰਹ ਮੰਗਿਆ ਇਨਾਮ ਦਿਆਂਗਾ 14 ਸਦੀਆਂ ਚ ਕਿਸੇ ਦਾ ਲੈ ਉਹ ਤਰਜਮਾ ਤਫਸੀਰ ਹੈ ਜਿਹੜੀ ਮੈਂ ਤੇ ਤੁਹਾਨੂੰ ਦੱਸ ਦੇ ਮੇਰੀ ਤੁਸੀਂ ਅਗਰ ਇਹ ਸਮਝਦੇ ਹੋ ਅਗਰ ਤੁਸੀਂ ਇਹ ਸਮਝਦੇ ਹੋ ਨਾ ਮੇਰੀ ਗੱਲ ਸੁਣੋ ਤੁਸੀਂ ਅਗਰ ਇਹ ਸਮਝਦੇ ਹੋ ਕਿ 1400 ਸਾਲ ਵਿੱਚ ਕਿਸੇ ਨੂੰ ਕੁਰਾਨ ਦੀ ਇਸ ਆਇਤ ਦਾ ਮਤਲਬ ਨਹੀਂ ਸਮਝ ਆਇਆ ਤੇ ਅਸੀਂ ਪਿੱਛੋਂ ਆਏ ਆ ਤੇ ਸਾਨੂੰ ਸਹੀ ਸਮਝ ਆਇਆ ਤੇ ਸਾਰੇ ਤੁਹਾਨੂੰ ਮੁਬਾਰਕ ਮੈਂ ਤੁਹਾਨੂੰ ਆਖਿਆ ਤੁਹਾਡੇ ਭਰਾ ਇੱਥੇ ਉਹ ਤਰਜਮਾ ਤੇ ਉਹ ਆਇਤਾਂ ਵੀ ਪੇਸ਼ ਕਰੇ ਜੋ ਜਿਹੜੀਆਂ ਖੁਦ ਮਿਰਜ਼ਾ ਸਾਹਿਬ ਨੂੰ ਨਹੀਂ ਸੁਝੀਆਂ ਹਨ ਸੂਰਾ ਰਾਤ ਦੀ 35 ਨੰਬਰ ਆਇਤ ਮਿਰਜ਼ਾ ਸਾਹਿਬ ਨੂੰ ਨਹੀਂ ਸੁਝੀ ਤੁਹਾਡੇ ਮਰਬੀਆਂ ਨੂੰ ਸੁਝੀਆਂ ਨੇ ਤੁਹਾਡੇ ਚ ਖਰਾਬੀ ਇਹ ਵੇ ਕਿ ਤੁਸੀਂ ਮਿਸਾਕੁਨ ਨਬੀyin ਵਾਲੀ ਆਇਤ ਮਿਰਜ਼ਾ ਸਾਹਿਬ ਨੇ ਜਰਾਏ ਨਬੂਵਤ ਵਾਲੀ ਨਹੀਂ ਪੇਸ਼ ਕੀਤੀ ਤੁਹਾਡੇ ਮਰਬੀ ਮੇਰੀ ਸੁਣੋ ਗੱਲ ਨਜ਼ੀਰ ਸਾਹਿਬ ਤੁਸੀਂ ਜਿਹੜੇ ਲਫ਼ਾਜ਼ ਇਸਤੇਮਾਲ ਕਰ ਰਹੇ ਹੋ ਜੀ ਇਹ ਸਾਰਾ ਦਿਨ ਤਮਾਸ਼ਾ ਕਰਦੇ ਰਹਿੰਦੇ ਨੇ ਮੈਂ ਨਹੀਂ ਤੁਹਾਡੇ ਆ ਸਕਿਆ ਤੁਸੀਂ ਤਮਾਸ਼ਾ ਛੱਡ ਕੇ ਮਦਾਰੀ ਬਣੇ ਹੋਏ ਹੋ ਜਿਹੜਾ ਬੰਦਾ ਕੁਰਾਨ ਦੇ ਉਹ ਮਨ ਕੱਢਦਾ ਹੈ ਜਿਹੜਾ 14 ਕਿਸੇ ਨਹੀਂ ਕੱਢਦਾ ਮੈਂ ਤੇ ਤੁਹਾਨੂੰ ਇੱਕ ਗੱਲ ਪੁੱਛੀ ਹੈ ਮੈਂ ਪਿਆਰ ਕਰਨਾ ਅਬਦੁਲ ਬਾਸਿਤ ਸਾਹਿਬ ਜਿਹੜਾ ਕੁਰਾਨ ਦਾ ਇਹ ਮਨ ਨਹੀਂ ਕੱਢਦਾ ਨਾ ਜਿਹੜਾ 14 ਸਦੀਆਂ ਚ ਨਹੀਂ ਕਿਸੇ ਕੀਤਾ ਕੋਈ ਵੀ ਹੈ ਉਹ ਕੁਰਾਨ ਨਾਲ ਤਮਾਸ਼ਾ ਕਰਦਾ ਖਿਲਵਾੜ ਕਰਦਾ ਨਹੀਂ ਅੱਛਾ ਫਿਰ ਤੁਸੀਂ ਸਮਝਦੇ ਰਹੋ ਮੈਂ ਤੇ ਤੁਹਾਨੂੰ ਇਹ ਆਇਤ ਤੁਸੀਂ ਜਾ ਕੇ ਬਸ ਸਾਡੇ ਕੋਲ ਤੇ ਇਹੀ ਮਤਲਬ ਜਿਹੜਾ ਬਿਆਨ ਪੁੱਛ ਲੈਣਾ ਕਿਉਂਕਿ ਉਹਨਾਂ ਨੂੰ ਇੱਕ ਬੈਠਾ ਹੋਇਆ ਹੈ ਜ਼ਿਹਨ ਦੇ ਵਿੱਚ ਕਿ ਕਿਉਂਕਿ ਸਾਨੂੰ ਪਤਾ ਹੀ 14 ਸਦੀਆਂ ਦਾ ਨਹੀਂ ਲੱਗਾ ਕਰਮਾਂ ਨੂੰ ਤੁਸੀਂ ਮੇਰੀ ਗੱਲ ਸੁਣੋ ਫੇਲ ਮੁਜ਼ਾਰਿਆ ਦਾ ਪਤਾ ਲੱਗਾ ਤੇ ਸੀਗਿਆਂ ਦਾ ਪਤਾ ਲੱਗਾ ਸਾਰ ਗੱਲ ਸੁਣੋ ਇਹ ਮਹੀਨਾ ਲੱਗੇ ਦੱਸਣ ਸਾਨੂੰ ਤਾਂ ਪਤਾ ਹੀ ਨਹੀਂ 14 ਸਾਲ ਇੰਜੀਨੀਅਰਿੰਗ ਗੁਜ਼ਾਰ ਸਕਦੇ ਨੇ ਆਹੋ ਤੇ ਅੰਧੇਰੇ ਚ ਹੀ ਗੁਜ਼ਾਰਦੇ ਪਏ ਹੁਣ ਵੀ ਮੈਂ ਤੇ ਤੁਹਾਨੂੰ ਗੁਰਕਲਾਮ ਜੀ ਦੀ ਆਇਤ ਠੀਕ ਹੈ ਸਾਨੂੰ ਹਨੇਰੇ ਚ ਰਹਿਣ ਦਿਓ ਤੁਹਾਨੂੰ ਚਾਨਣ ਮੁਬਾਰਕ ਜਾ ਕੇ ਫੇਰ ਗੌਰ ਕਰ ਲਿਆ ਜੀ ਬਾਈ ਸਾਨੂੰ ਲੋੜ ਹੀ ਨਹੀਂ ਗੌਰ ਕਰਨ ਤੁਹਾਡੇ ਕੋਲ ਕੋਈ ਜਵਾਬ ਨਹੀਂ ਅਗਰ 14 ਸਦੀਆਂ ਵਿੱਚ ਤੁਹਾਡੇ ਕੋਲ ਕਿਸੇ ਇੱਕ ਬੰਦੇ ਦਾ ਵੀ ਇਹ ਮਹੀਨਾ ਮੌਜੂਦ ਨਹੀਂ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਤੇ ਤੁਸੀਂ ਆਪਣੇ ਆਪ ਨੂੰ ਬਹੁਤਾ ਸਿਆਣਾ ਸਮਝੋ ਨਾ ਸਾਨੂੰ ਬੇਵਕੂਫ ਸਮਝੋ ਯਾਰ ਸਿਆਣੇ ਦੀ ਗੱਲ ਨਹੀਂ ਮੈਂ ਤੇ ਤੁਹਾਨੂੰ ਕਿਹਾ ਮੈਨੂੰ ਇਹ ਦੱਸ ਦਿਓ ਕਿ ਕਿਹੜੇ ਨਬੀ ਨੇ ਚਲੋ ਤੁਸੀਂ ਦੱਸ ਦਿਓ ਤੁਸੀਂ ਕਹਿੰਦੇ ਹੋ ਮਾਜ਼ੀ ਚ ਲੈ ਜਾਂਦੇ ਹੋ ਮਾਜ਼ੀ ਦਾ ਤੇ ਜ਼ਿਕਰ ਹੀ ਕੋਈ ਨਹੀਂ ਚਾਹੀਦਾ ਇਹ ਸਿਰਫ ਔਰ ਸਿਰਫ ਉਹਨਾਂ ਹੀ ਕੌਮਾਂ ਦੀ ਤੇ ਉਹਨਾਂ ਹੀ ਨਬੀਆਂ ਦੀ ਗੱਲ ਜਿਹੜੇ ਨਬੀ ਕਤਲ ਹੋਏ ਨੇ ਨਬੀ ਅਲੈਹਿਸਲਾਮ ਤੋਂ ਬਾਅਦ ਉਹਨਾਂ ਨੂੰ ਬਸ਼ਾਰਤ ਦਿੱਤੀ ਹੈ ਨਾ ਕੋਈ ਕਤਲ ਹੋਣਾ ਸ਼ਾਬਾਸ਼ ਉਹ ਤੁਰਾਤ ਦੇ ਵਿੱਚ ਕੋਈ ਨਹੀਂ ਸੀ ਬਸ਼ਾਰਤ ਉਹਨਾਂ ਵਾਸਤੇ ਕਿ ਜੋ ਨਬੀ ਕਤਲ ਕਰਨਗੇ ਤੇ ਉਹਨਾਂ ਨੂੰ ਨਹੀਂ ਪਤਾ ਤੁਰਾਤ ਦਾ ਮੈਂ ਹਾਫਜ਼ ਹਾਂ ਤੁਰਾਤ ਦਾ ਮੈਨੂੰ ਕੀ ਪਤਾ ਹੈ ਨਹੀਂ ਤੇ ਇਹ ਦੱਸੋ ਮੂਸਾ ਅਲੈਹਿਸਲਾਮ ਨੇ ਉਹਨਾਂ ਨਹੀਂ ਵਾਰਨ ਕੀਤਾ ਹੋਣਾ ਤੁਹਾਡਾ ਕੀ ਕੁਰਾਨ ਵਿੱਚ ਬਨੀ ਇਸਰਾਈਲ ਦੇ ਬਾਰੇ ਔਰ ਮੁਤਅੱਦਦ ਆਇਤ ਵਿੱਚ ਅੱਲਾਹ ਦਾ ਗਜ਼ਬ ਇੱਕ ਸਰ ਇੱਕ ਗੱਲ ਹੋਰ ਸੁਣ ਲਵੋ ਤੇ ਹੁਣ ਇਹਦਾ ਮਤਲਬ ਹੈ ਕਿ ਮੈਂ ਤਰਾਜ ਜਾ ਕੇ ਤਰਾਜ ਵੀ ਹੈ ਕਿ ਨਹੀਂ ਸੁਣ ਲਓ ਇੱਕ ਗੱਲ ਹੋਰ ਸੁਣ ਲਓ ਕੁਰਾਨ ਮਜੀਦ ਵਿੱਚ ਕਈ
ਜਗ੍ਹਾ ਇਸ ਚੀਜ਼ ਦਾ ਜ਼ਿਕਰ ਆਇਆ, ਉੱਥੇ ਮਾਜ਼ੀ ਦਾ ਸੀਗਾ ਇਸਤੇਮਾਲ ਕੀਤਾ ਗਿਆ ਜੀ, ਉਹ ਨਬੀਆਂ ਨੂੰ ਕਤਲ ਕਰਦੇ ਰਹੇ ਨੇ, ਉਹ ਨਬੀਆਂ ਨੂੰ ਕਤਲ ਕਰਦੇ ਰਹੇ ਨੇ, ਕਰੇਗਾ ਕਿਧਰੇ ਵੀ ਨਹੀਂ ਆਇਆ, ਤਾਂ ਸਿਰਫ ਇਸ ਆਇਤ ਚ ਆਇਆ ਜੀ। ਸਮਝੇ? ਉਹ ਤੋਂ ਪਹਿਲੇ ਤੁਸੀਂ, ਮੈਂ ਤੁਹਾਨੂੰ ਕੱਲ 50 ਕਈ ਆਇਤਾਂ ਵਿਖਾ ਦਿਆਂਗਾ ਜਿਹਦੇ ਵਿੱਚ ਉਹਨਾਂ ਦਾ ਜ਼ਿਕਰ ਹੈ ਕਿ ਉਹ ਕਤਲ ਕਰਤੇ ਥੇ। ਅੱਛਾ, ਮੈਂ ਉੱਥੇ ਕरेंगे ਵਾਲਾ ਲਫ਼ਜ਼ ਕੋਈ ਨਹੀਂ ਹੈਗਾ। ਅਬਦੁਲ ਬਾਸਿਤ ਸਾਹਿਬ, ਅਬਦੁਲ ਬਾਸਿਤ ਉੱਥੇ ਜਿਹੜਾ ਇਹਦਾ ਮੈਂ ਨਾ ਜਿਹੜਾ ਤੁਸੀਂ ਤੇ ਕਰਦੇ ਹੋ, ਮੈਂ ਪਿਆਨਾ ਇਹ ਮੈਂ ਨਾ ਕਿਸੇ ਅੱਗੇ ਵੀ ਕੀਤਾ ਜਾਂ ਤੁਸੀਂ 2025 ਚ ਮੈਂ ਕਿਸੇ ਹੋਰ ਦਾ ਜ਼ਿੰਮੇਦਾਰ, ਮੈਂ ਸਰ ਕਿਸੇ ਹੋਰ ਦਾ ਜ਼ਿੰਮੇਦਾਰ ਨਹੀਂ ਹਾਂ। ਮੈਂ ਕਹਿੰਦਾ ਹੋ ਸਕਦਾ ਨਾ ਤੁਹਾਡੇ ਤੇ ਖੋਲਿਆ ਗਿਆ ਹੋਵੇ ਤੇ ਅੱਗੇ 1400 ਸਾਲ ਕਿਸੇ ਨਾ ਸਮਝਾਇਆ ਹੋਵੇ ਇਹਦਾ। ਮੈਂ ਨਹੀਂ, ਮੈਂ ਤੇ ਦੱਸਿਆ ਇਮਾਮ ਰਾਜ਼ੀ ਨੂੰ ਸਮਝਾਇਆ, ਮੈਂ ਹੋਰ ਵੀ ਤੁਹਾਨੂੰ ਇਮਾਮ ਰਾਜ਼ੀ ਨੇ ਇਹ ਲਿਖਿਆ, ਇਮਾਮ ਰਾਜ਼ੀ ਨੇ ਲਿਖਿਆ ਕਿ ਨਬੀ ਮੈਂ ਤੁਹਾਨੂੰ ਹਾਂ ਮੈਂ ਜਦੋਂ ਉਹਨਾਂ ਨੇ ਲਿਖਿਆ ਇਹ ਜੁਰਮ ਕਿਆਮਤ ਤੱਕ ਹੋਣੇ ਨੇ, ਇਹਦਾ ਮਤਲਬ ਨਬੀ ਆਏਗਾ ਤੇ ਕਤਲ ਹੋਏਗਾ, ਤੇ ਜੁਰਮ ਹੋਏਗਾ। ਮੇਰੀ ਗੱਲ ਸੁਣੋ ਨਾ, ਇਨਸਾਫ ਕਰਨ ਵਾਲਿਆਂ ਨੂੰ ਕਤਲ ਕਰਨ ਵਾਲੇ, ਆਇਤਾਂ ਨੂੰ ਝੁਟਲਾਉਣ ਵਾਲੇ, ਇਹ ਜੁਰਮ ਵਿੱਚ ਬਿਆਨ ਹੋਏ ਨੇ। ਉਹਨਾਂ ਇਹ ਤਾਂ ਨਹੀਂ ਆਖਿਆ ਨਬੀ ਆਣਗੇ, ਆਖਿਆ ਇਮਾਮ ਫਖਰੁਦੀਨ ਰਾਜ਼ੀ ਨਬੀ ਆਣਗੇ ਨਾ, ਤੇ ਉਹ ਜੁਰਮ ਜਦੋਂ ਨਬੀ ਨਹੀਂ ਆਣਾ ਤੇ ਉਹਨਾਂ ਜੁਰਮ ਕਿਹੜਾ ਕਰਨਾ? ਔਰ ਕਿਹੜੀ ਆਇਤ ਦੱਸਿਆ ਆਇਤਾਂ ਦਾ ਇਨਕਾਰ ਕਰਨ ਵਾਲਾ ਤੇ ਮੁਨਸਫੀਨ ਨੂੰ ਕਤਲ ਕਰਨ ਵਾਲਾ ਨਹੀਂ, ਤੇ ਬਾਕੀ ਜਿਹੜਾ ਨਬੀਨ ਉਹ ਵੀ ਇਹਦੇ ਨਾਲ ਹੀ ਹੈ ਨਾ ਵਿੱਚ। ਨਬੀਆਂ ਦਾ ਤਾਂ ਸਿਲਸਿਲਾ ਖਤਮ ਹੋ ਗਿਆ ਨਾ। ਨਬੀਨ ਨੂੰ ਕੱਢ ਛੜੋ ਵਿੱਚੋਂ, ਤੁਸੀਂ ਨਬੀਨ ਨੂੰ ਕੱਢ ਛੜੋ ਵਿੱਚੋਂ। ਅਗਰ ਇਮਾਮ ਫਖਰੁਦੀਨ ਰਾਜ਼ੀ ਨੇ ਕਹਿ ਦਿੱਤਾ ਹੈ ਨਾ, ਤਾਂ ਉਹਦਾ ਮਤਲਬ ਇੰਨਾ ਹੀ ਹੈ ਕਿ ਬਈ ਜਿਹੜੇ ਮੁਨਸਫੀਨ ਨੂੰ ਕਤਲ ਕਰਨ ਵਾਲੇ ਔਰ ਆਇਤਾਂ ਨੂੰ ਝੁਟਲਾਉਣ ਵਾਲੇ, ਇਹ ਸਿਲਸਿਲਾ ਜਾਰੀ ਰਹੇ ਦਾ ਕਿਆਮਤ। ਬਸ ਇੰਨੀ ਗੱਲ। ਸਾਹਿਬ ਮੇਰੀ ਗੱਲ ਸੁਣ, ਇਹ ਤੁਹਾਡੀਆਂ ਕਿਸੇ ਬੰਦੇ ਨੇ ਇਹ ਨਹੀਂ ਆਖਿਆ ਕਿ ਇਸ ਆਇਤ ਤੋਂ ਮੁਰਾਦ ਨਬੀਆਂ ਦਾ ਆਉਣਾ। ਜੇ ਕਿਸੇ ਨੇ ਆਖਿਆ ਤਾਂ ਤੁਸੀਂ, ਮੈਂ ਕਿਸੇ ਬੰਦੇ ਦਾ ਜ਼ਿੰਮੇਦਾਰ ਨਹੀਂ ਹਾਂ। ਜੇ ਤੁਸੀਂ ਮੈਂ ਤੁਹਾਡਾ ਜ਼ਿੰਮੇਦਾਰ, ਤਾਂ ਮੇਰੀ ਗੱਲ ਸੁਣੋ ਨਾ, ਮੈਂ ਤੁਹਾਡੇ ਕੋਲੋਂ ਪੁੱਛਿਆ, ਤੁਸੀਂ ਮੇਰੀ ਗੱਲ ਸੁਣੋ, ਸਾਡੇ ਗੱਲ ਕਾਹਨੂੰ ਪੇ ਪੈਂਦੇ ਹੋ ਤੁਸੀਂ? ਆਪਣਾ ਇਹ ਤਰਜਮਾ ਲੈ ਕੇ, ਇਹ ਤਫਸੀਰ ਲੈ ਕੇ ਤੇ ਖਿੱਚੀ ਪੱਟੀ ਚੱਲੋ। ਅਸੀਂ ਮੇਰੀ ਗੱਲ ਸੁਣੋ, ਮੈਂ ਤੇ ਤੁਹਾਨੂੰ ਕਿ ਤੁਸੀਂ ਆ ਜਾ ਕੇ ਰੋਜ਼ ਦਿਹਾੜੀ ਇਸੇ ਗੱਲ ਤੇ ਬਹਿਸ ਕਰਦੇ ਹੋ, ਇਸੇ ਗੱਲ ਤੇ ਬਹਿਸ ਕਰਦੇ ਹੋ, ਤੇ ਜਦੋਂ ਤੁਸੀਂ ਮੰਨਦੇ ਹੀ ਨਹੀਂ ਕਿਸੇ ਚੀਜ਼ ਨੂੰ, ਨਾ ਕੁਰਾਨ ਦੀ ਆਇਤ ਨੂੰ ਮੰਨਦੇ ਹੋ, ਨਾ ਕਿਸੇ ਹੋਰ ਚੀਜ਼ ਨੂੰ ਮੰਨਦੇ ਹੋ, ਤੇ ਫਿਰ ਬਹਿਸ ਨਾ ਕਰਿਆ ਕਰੋ ਭਾਈ। ਕੁਰਾਨ ਨੂੰ ਕਰਦੇ ਹੋ ਤੇ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ। ਕੁਰਾਨ ਸੁਣਨਾ ਜੇ ਤੁਹਾਡੇ ਬਾਰੇ ਕੁਰਾਨ ਚ ਆਇਆ ਯਤਬੇ ਗੈਰ ਸਬੀਲ ਅਲ ਮੋਮਿਨੀਨ, ਜਿਹੜੇ ਤੁਹਾਡੇ ਹਰ ਦੇ ਨਾ, ਉਹਨਾਂ ਨੂੰ ਅੱਲਾਹ ਤਾਲਾ ਨੇ ਆਖਿਆ ਨਵੱਲੇ ਹੀ ਮਾਤਵਲਾ, ਤੁਸੀਂ ਰੋਜ਼ ਐਤਾਂ ਇਹੋ ਜਿਹੀਆਂ ਟੁੰਨਣੀਆਂ ਨੇ, ਤੇ ਨੁਸਲੇ ਹੀ ਜਹੰਨਮ, ਤਿਆਰੀ ਕਰੋ ਆਪਣੀ। ਕੁਰਾਨ ਦੇ ਵਿੱਚ ਮੇਰੀ ਗੱਲ ਸੁਣ ਲਓ ਇੱਕ ਮਿੰਟ, ਕੁਰਾਨ ਦੇ ਵਿੱਚ ਲੋ ਜੀ, ਇਹ ਖੁਦਾ ਕੁਰਾਨ ਦੇ ਵਿੱਚ, ਉਹ ਭਾਈ ਉਹ ਚੁੱਪ ਕਰ, ਵਿੱਚ ਨਾ ਬੋਲ, ਖੁਦਾ ਉਹ ਚੁੱਪ ਕਰ, ਵਿੱਚ ਨਾ ਬੋਲ, ਤਕੱਬਰ ਵੇਖੋ ਜੀ, ਡਿਸਾਈਡ ਕਰ ਰਹੇ ਜੀ, ਨਾ ਬੋਲ, ਵਿੱਚ ਨਾ ਬੋਲ, ਬੋਲੋ ਨਜ਼ੀਰ ਸਾਹਿਬ ਬੋਲੋ ਨਾ, ਕਿ ਕੁਰਾਨ ਦੇ ਜਿਹੜੇ ਤੁਸੀਂ ਮਾਨੀ ਬਿਆਨ ਕਰਨ ਲੱਗੇ ਹੋ ਨਾ, ਇਹ ਮੈਨੇ 1400 ਸਾਲ ਵਿੱਚ ਅਗਰ ਮੁਸਲਮ ਉਮਤ ਵਿੱਚ ਇਹ ਕਿਸੇ ਨੇ ਵੀ ਬਿਆਨ ਨਹੀਂ ਕੀਤੇ। ਇਹਦੇ ਨਾਲ ਵੱਡਾ ਤਮਾਸ਼ਾ ਕੁਰਾਨ ਨਾਲ ਹੋਰ ਹੈ ਹੀ ਕੋਈ ਨਹੀਂ। ਨਾ ਖਾਰਜੀਆਂ ਇਹੋ ਜਿਹਾ ਕੀਤਾ ਹੈ, ਨਾ ਯਹੂਦੀਆਂ ਨੇ ਆਪਣੀਆਂ ਕਿਤਾਬਾਂ ਨਾਲ ਕੀਤਾ ਜਿਹੜਾ ਤੁਸੀਂ ਕੁਰਾਨ ਨਾਲ ਕਰਨ ਲੱਗੇ ਹੋ। ਅੱਛਾ, ਇਹ ਸਰ ਮੈਨੂੰ ਦੱਸੋ, ਸਦੀਆਂ 'ਚ ਕਿਸੇ ਨੂੰ ਨਹੀਂ ਪਤਾ ਲੱਗਾ ਕਿ ਫੇਲ ਬਣਾ ਰਿਹਾ ਹੈ ਇਹਦੇ ਤੋਂ ਮਰਾਦ ਨਬੀ ਆਵਣਗੇ ਤੇ ਉਹਨਾਂ ਨੂੰ ਮੁਸਲਮਾਨ ਕਤਲ ਕਰਨਗੇ। ਹੁਣ ਸੁਣ ਮੇਰੀ ਗੱਲ, ਕਿਹੜੇ ਨੇ ਉਹ ਨਬੀ ਜਿਨ੍ਹਾਂ ਨੂੰ ਕਤਲ ਕੀਤਾ ਗਿਆ? ਹੁਣ ਮੇਰੀ ਗੱਲ ਸੁਣ ਲਵੋ, ਮੇਰੀ ਗੱਲ ਕਿੱਥੇ ਨੇ ਉਹ ਨਬੀ ਜਿਨ੍ਹਾਂ ਨੂੰ ਕਤਲ ਕੀਤਾ ਗਿਆ? ਅੱਛਾ, ਗੱਲ ਕਰ ਲਈ ਜੀ, ਹੁਣ ਮੇਰੀ ਵੀ ਗੱਲ ਸੁਣ ਲਵੋ। ਜੇ ਤੁਸੀਂ ਇਹ ਦਿਓ ਮੈਨੂੰ ਦਲੀਲ, ਚਲੋ ਜਿਹੜੇ ਨੇ ਉਹ ਨਾ ਹੀ ਇਹ ਫਰਮਾਉਂਦੇ ਕਿ ਆਸਮਾਨ ਤੇ ਚੜ ਜਾਏਗਾ ਇਲਮ, ਨਾ ਹੀ ਉਹ ਇਹ ਫਰਮਾਉਂਦੇ ਕਿ ਜਿਹੜੇ ਉਦੋਂ ਦੇ ਕੁਰਾਨ ਦੇ ਕਾਰੀ ਹੋਣਗੇ ਉਹਨਾਂ ਦੇ ਗਲੇ ਤੱਕ ਰਹੇਗਾ, ਉਹਨਾਂ ਦੇ ਸੀਨੇ 'ਚ ਨਹੀਂ ਹੋਏਗਾ। ਜੇ ਇਹ ਸਾਬਤ ਹੁੰਦਾ ਹੈ ਕਿ ਤੁਸੀਂ ਜਿਹੜੇ ਹੋ ਕੁਰਾਨ ਮਜੀਦ ਤੋਂ ਹਟਦੇ ਜਾਣਾ ਹੈ, ਔਰ ਇਸੇ ਵਾਸਤੇ ਖੁਦਾ ਤਾਲਾ ਨੇ ਕੁਰਾਨ 'ਚ ਵੀ ਫਰਮਾਇਆ ਕਿ ਉਹ ਰਸੂਲ ਸਲਮ ਸ਼ਿਕਵਾ ਕਰਨਗੇ ਮੇਰੀ ਕੌਮ ਨੇ ਕੁਰਾਨ ਜਾਣਾ ਹੈ ਕਿ ਹਟ ਗਏ ਆ 1400 ਸਾਲ ਤੋਂ ਪਹਿਲਾਂ। ਸੋਚ ਕੇ ਗੱਲ ਕਰੋ ਨਾ, ਹਟਦੇ ਜਾ ਰਹੇ ਆ ਜਾਂ ਪਹਿਲੇ ਦਿਨ ਤੋਂ ਹਟੇ ਆ, 14 ਸਦੀਆਂ ਤੋਂ ਹਟੇ ਆ? ਤੁਸੀਂ ਰਸੂਲ ਸਲਮ ਨੇ ਤੇ ਕਿਧਰੇ ਵੀ ਨਹੀਂ ਮਨਾ ਕੀਤਾ ਜੀ ਨਬੀ ਕੋਈ ਨਹੀਂ ਆਣਾ ਚਾਹ। ਤੁਸੀਂ ਦੱਸੋ ਮੈਨੂੰ, ਮੇਰੀ ਗੱਲ ਸੁਣੋ, ਮੇਰੀ ਗੱਲ ਸੁਣ ਲਓ, ਨੇ ਤੇ ਸੁਣ ਲਓ ਨਾ ਬੋਲ, ਸੱਲੱਲਾਹੁ ਅਲੈਹਿ ਵਸੱਲਮ ਨੇ ਤੇ ਸੁਣ ਲਓ ਨਾ ਬੋਲ, ਸੱਲੱਲਾਹੁ ਅਲੈਹਿ ਵਸੱਲਮ ਨੇ ਤੇ ਸੁਣ ਲਓ ਨਾ ਬੋਲ। ਇਹ ਨਾ ਲਾ ਨਬੀ ਆਬਾਦੀ, ਮੇਰੇ ਬਾਅਦ ਕੋਈ ਨਬੀ ਨਹੀਂ ਹੈ। ਤੁਸੀਂ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਉਹ ਮੌਕੇ ਦੇ ਵਾਸਤੇ ਸੀ, ਉਹ ਚੁੱਪ ਕਰ ਜਾ, ਤੁਸੀਂ ਕਰ, ਮੇਰੇ ਕੋ ਕੋਈ ਹੋਰ ਨਾ ਆਵਾਜ਼ ਸੁਣ ਲਈ ਹੈ ਉਸ ਮੌਕੇ ਦੇ ਵਾਸਤੇ। ਤੇਰੇ ਵਾਸਤੇ ਮੈਂ ਇੱਕ ਸਵਾਲ ਰੱਖਿਆ, ਤੂੰ ਦੱਸ ਮਿਰਜ਼ਾ ਸਾਹਿਬ ਨੇ ਅਬਦੁੱਲਾ ਆਤਮ ਦੀ ਪੇਸ਼ਗੋਈ ਫਰੀਕ ਵਾਸਤੇ ਕੀਤੀ ਸੀ, ਕੱਲੇ ਅਬਦੁੱਲਾ ਆਤਮ ਵਾਸਤੇ? ਤੂੰ ਇਹਦਾ ਜਵਾਬ ਦੇਣਾ ਹੈ, ਤੂੰ ਇਹਦਾ ਜਵਾਬ ਦੇਣਾ ਹੈ ਕਿ ਅਬਦੁੱਲਾ ਆਤਮ ਦੀ ਪੇਸ਼ਗੋਈ ਮਿਰਜ਼ਾ ਸਾਹਿਬ ਨੇ ਫਰੀਕ ਵਾਸਤੇ ਕਿ ਤੂੰ ਜਾਣਦਾ ਕਿ ਉਹਨਾਂ ਨੇ ਐਡੀ ਲੰਮੀ ਵੀਡੀਓ ਬਣਾਈ ਹੈ
ਤੇ ਤੂੰ ਜਵਾਬ ਹੁਣ ਦੇ ਕਿ ਅਬਦੁੱਲਾ ਆਤਮ ਦੀ ਪੇਸ਼ਗੋਈ ਫਰੀਕ ਵਾਸਤੇ ਸੀ ਕਿ ਇਕੱਲੇ ਅਬਦੁੱਲਾ ਆਤਮ ਵਾਸਤੇ ਸੀ? ਤੂੰ ਇਹ ਜਵਾਬ ਦੇ। ਤੇਰੇ ਵਾਸਤੇ ਇਹ ਸਵਾਲ ਧਰਿਆ ਮੈਂ ਇੱਕ ਸਾਈਡ ਦੇ ਉੱਤੇ। ਤੂੰ ਜਦੋਂ ਤੈਨੂੰ ਤਫੀਕ ਹੋਈ ਨਾ ਇਹਦਾ ਜਵਾਬ ਦੇਣਾ ਮੈਨੂੰ। ਅਬਦੁੱਲਾ ਆਤਮ ਦੀ ਪੇਸ਼ਗੋਈ ਇਕੱਲੇ ਅਬਦੁੱਲਾ ਆਤਮ ਵਾਸਤੇ ਕਿ ਸਾਰੇ ਫਰੀਕ ਵਾਸਤੇ ਵੇ? ਉਹ ਝਗੜੇ ਨੂੰ ਤੂੰ ਛੱਡ, ਤੂੰ ਝਗੜਾ ਉਹ ਗੱਲ ਅਸੀਂ ਦੋਵੇਂ ਬੰਦੇ ਕਰਨੇ ਤੈਨੂੰ ਬੜੀ ਸੌੜ ਹੈ। ਦੇ ਜਵਾਬ। ਅਬਦੁੱਲਾ ਆਤਮ ਨੂੰ ਮਿਰਜ਼ਾ ਸਾਹਿਬ ਨੇ ਪੇਸ਼ਗੋਈ ਜਦੋਂ ਕੀਤੀ ਸੀ ਉਹਦੇ ਖਿਲਾਫ ਕੱਲੇ ਅਬਦੁੱਲਾ ਆਤਮ ਵਾਸਤੇ ਕੀਤੀ ਸੀ ਕਿ ਪੂਰੇ ਫਰੀਕ ਵਾਸਤੇ ਕੀਤੀ ਸੀ? ਸੁਣੀ ਹੈ ਗੱਲ, ਸੁਣਨਾ ਹੁਣ ਜਵਾਬ ਤੇ ਦੇਣਾ। मैंने जो बात ताजा हो गया है कि नबूवत खत्म तेरा करने ईमान ताजा हो गया ना वीडियो सुन करने के। से क्या मुराद है? उधर से आप भागे मैं पे कहना अब बता दो ना क्या है कौन। और फिर झगड़े पे इत्तेफाक किया कि झगड़ा करना है बस आपने। मैं सिर्फ ये पूछ रहा तू सानू दावत दिती है कि असां वीडियो बनाई है बड़ी लंबी अब्दुल्ला आतम दी पेशगोई दे बारे ते तू वेखदा नहीं। ਅੱਜ ਮੈਂ ਤੇਰੇ ਕਹਿਣ ਤੇ ਵੇਖੀਏ ਉਹਦੇ ਚ ਤੁਹਾਡਾ ਮਨਾਜ਼ਰ ਕਹਿਣ ਲੱਗੇ ਹੈ ਕਿ ਉਹ ਪੇਸ਼ਗੋਈ ਪੂਰੇ ਫਰੀਕ ਦੇ ਬਾਰੇ। ਇੰਜੇ ਗੱਲ है। आप जाके जो भी पूरी देख के जो भी आपके सवाल बनते हैं वो पूछो। किधर मुंह लांदे हो तसली वास्ते ज्ञान पता नहीं आ रहा। नहीं ਉਹ पे ਕੱਲ ਮੈਨੂੰ ਕਹਿੰਦਾ ਹੈ ਪੇਸ਼ਗੋਈ ਤੇ ਗੌਰ गाला ते आ जाओ, गाला ते झगड़ा ते मेले ते ठेले। नहीं ਇਹ ਬੰਦਾ ਬੜਾ ਜ਼ਿੰਮੇਦਾਰ उधर टुर जे के बात दिल दा गुबार कड्डो। ਇਹ ਜ਼ਿੰਮੇਦਾਰ ਆਦਮੀ ਹੈ ਕੋਈ ਗੱਲ ਦੱਸੇਗਾ। ਕੁਰਾਨ ਦੀ ਆਇਤਾਂ ਦੀ ਤਕਲੀਫਾਂ ਨੇ ਨਾ ਕੁਰਾਨ ਦੇ ਖੜੇ ਨਹੀਂ ਹੋ ਸਕਦੇ। ਗੱਲ ਤਾਂ ਸੁਣਨਾ ਤਕਲੀਫਾਂ ਕੱਢੋ ਯਾਰ। ਮੇਰੀ ਗੱਲ ਸੁਣ। ਤੇਰੇ ਕਹਿਣ ਤੇ ਮੈਂ ਵੀਡੀਓ ਦੇਖੀ ਏ ਤੇ ਉਹਦੇ ਚੋਂ ਤੁਹਾਡਾ ਡਿਬੇਟਰ ਜਿਹੜਾ ਜਿਹਨੇ 2-3 ਘੰਟੇ ਦੀ 4 ਘੰਟੇ ਦੀ ਵੀਡੀਓ ਬਣਾਈ ਏ ਉਹਦੇ ਚ ਉਹਨੇ ਕਿਹਾ ਕਿ ਅਬਦੁੱਲਾ ਆਤਮ ਦੀ ਪੇਸ਼ਗੋਈ ਪੂਰੇ ਫਰੀਕ ਦੇ ਬਾਰੇ ਸੀ। ਐਮ ਆਈ ਰਾਈਟ? वो जाके आप उससे जो भी आपका सवाल है ਉਹ ਅੱਛਾ ਤੇ ਤੂੰ ਡਾਕੀਆਂ ਹੈ ਤੂੰ ਕੱਲ ਸਾਨੂੰ ਕਿਉਂ ਆਖਿਆ ਕਿ ਉਹ ਦੇਖੋ ਉਹਦੀ ਪੇਸ਼ਗੋਈ ਦੀ ਵੀਡੀਓ ਦੇਖੋ? ਜਗ੍ਹਾ ਜੋ ਤੁਸੀਂ ਸ਼ੋਰ ਮਚਾਉਂਦੇ ਫਿਰਦੇ ਹੋ ਜੇ ਤੁਹਾਨੂੰ ਉਹਨਾਂ ਨੇ ਜਵਾਬ ਦਿੱਤਾ ਤੇ ਸ਼ੋਰ ਮਚਾਣੇ ਤੇ ਸ਼ੋਰ ਤਾਂ ਹੁਣੀ ਮਚਾਣਾ ਨਾ ਪਿਆ। ਤੁਹਾਡੇ ਕੋਲ ਜਵਾਬ ਹੀ ਨਹੀਂ ਹੋ ਪਿਆ। ਵੇ ਮੈਂ ਸ਼ੋਰ ਮਚਾਉਂਦਾ प्रोग्राम का आपसे जवाब ही नहीं दिया गया। कितना मैं शोर कर रहे हैं आप कह रहे थे अपने सारे अपने चाचा गलत सुन ले। जैसे नजफ अब्बास हो गया ਉਹ ਗਲਤ ਕਰਨ ਦੇ। ਮੈਂ ਤੈਨੂੰ ਕਹਿਣਾ ਕਿ ਸ਼ੋਰ ਤੇ ਮੈਂ ਹੁਣ ਨਹੀਂ ਮਚਾ ਰਿਹਾ ਨਾ। ये भी जाके ਤੂੰ ਹੁਣ ਗੱਲ ਦੱਸ ਨਾ। ਰਹਿਨੁਮਾਈ ਕਰਨਾ ਗੱਲ ਸੁਣ। ਜੋ ਇਹ ਰਹਿਨੁਮਾਈ ਕਰ ਤੇ ਦੱਸੋ ਪੇਸ਼ਗੋਈ ਫਰੀਕ ਦੇ ਬਾਰੇ ਕਿ ਇਕੱਲੇ ਬੰਦੇ ਦੇ ਬਾਰੇ? फिर हो गया वो सोहेब राजा हो गया। ये सारे ओ यार गल दा ते जवाब दे आपने कहा मैं इसका जवाब दूंगा। ओए आहो देऊंगा ना। मैं जवाब दे दूंगा। सवाल दा जवाब दे दे मैं इत्थे ही देना जवाब। मैं इस प्रोग्राम का जवाब दूंगा। मैं इत्थे ही तेनू देना आपसे रिकॉर्डिंग बनाई गई। ठीक है बिल्कुल ही लाजवाब हो गए आप। मैं एक सवाल पूछा था जवाब तो दे दे। उसके जवाब में कोई प्रोग्राम तो बनाए ना। वो उन्होंने आपके सवाल के जवाब पे सारा पूरा पेशगोई के बारे में जो आपने कहा था कि पेशगोई को मुझे बताओ जी, उन्होंने पूरा प्रोग्राम किया और माशाल्लाह हर एंगल से कवर किया और इतना जबरदस्त और ईमान अफरोज है वो। जो अगर आप मेरा ईमान अफरोज होया ना कि जो बात है वो सारे ईमान अफरोज होया। कान अफरोज है तन्नू इतना ही नहीं पता। पेशगोई को समझेंगे। उसके बाद आपका ये हाल हुआ कि आपसे जवाब ही नहीं दिया गया। मैं कहना तेरा ईमान कान अफरोजा लग गया। तेरे सारे साथियों को कह रहे थे मैं तो हुनी 12 बजे तक मैं जवाब दे देना है। ना जवाब दिया गया ना रिकॉर्डिंग बनाई गई। मानो केड़ा फरोजा लग गया जदों तन्नू ये ही नहीं पता कि पेशगोई फरीक दे बारे वे या कल्ले बंदे दे बारे। अब प्रोग्राम करें और उनको फिर भेजें, वो रिकॉर्डिंग करके भेजें। फिर वो देखिए कहां दा प्रोग्राम करी सवाल करिए तो बनेगा कि कोई जवाब दे सके उसका। गल तो सुनना। फिर उसने गल की जो आपके सवाल वगैरह होंगे फिर उन्होंने जेडी गल कीती है जेड़ा झूठ बोलिया है कि ए पेशगोई फरीक दे बारे ਇਹਦੇ ਤੇ ਹੁਣ ਅਸੀਂ ਕੀ ਕਰੀਏ? ਪੁੱਛ ਨਾ ਲਈਏ ਤੈਨੂੰ ਕਿ ਪੇਸ਼ਗੋਈ ਫਰੀਕ ਦੇ ਬਾਰੇ ਕਿ ਇਕੱਲੇ ਬੰਦੇ ਦੇ ਬਾਰੇ? ਕਿਉਂ ਮੌਤ ਵਾਕਿਆ ਹੋ ਜਾਂਦੀ? ਇੱਕ ਸਵਾਲ ਕਰੀਏ ਉੱਥੇ ਠੁੱਸ ਹੋ ਜਾਂਦੇ ਹੋ। 4 ਘੰਟੇ ਦੀ ਉਹਨੇ ਵੀਡੀਓ ਬਣਾਈ ਹੈ ਉਹਦੇ ਚ ਇੱਕ ਸਵਾਲ ਕੀਤਾ ਹੈ ਕਿ ਇਹ ਪੇਸ਼ਗੋਈ ਦੇ ਬਾਰੇ ਉਹਨੇ ਉੱਥੇ ਕਿਹਾ ਤੁਹਾਡੇ ਡਿਬੇਟਰ ਨੇ ਕਿ ਪੇਸ਼ਗੋਈ ਫਰੀਕ ਦੇ ਬਾਰੇ ਸਹੀ ਹੈ। ਇਹਦੇ ਤੇ ਮੁਤਫਿਕ ਹੈ ਫਰੀਕ ਦੇ ਬਾਰੇ ਹੈ ਪੇਸ਼ਗੋਈ ਪੂਰੇ ਗਰੋਹ ਦੇ ਬਾਰੇ कि कल्ले अब्दुल्ला आतम दे बारे सी? अलामा साहब सिर्फ सवाल है सवाल की अमन नजीर साहब तेरा सवाल जरा वजाहत सवाल है वे सवाल है वे सर कि एक कहंदा ट्रुथ सीकर गल कहंदा है
ਕਿ ਅਸੀਂ ਅਬਦੁੱਲਾ ਆਤਮ ਦੀ ਪੇਸ਼ਗੋਈ ਦੇ ਉੱਤੇ 4 ਘੰਟੇ ਦੀ ਵੀਡੀਓ ਬਣਾਈ ਹੈ, ਈਮਾਨ ਅਫਰੋਜ਼ ਵੀਡੀਓ। ਹੂੰ ਮੈਂ ਕਿਹਾ ਉਸ ਓਪਨ ਵੀਡੀਓ ਵਾਲੀ ਬਰੋਡ ਤੇ। ਹਾਂਜੀ, ਅੱਛਾ ਮੈਂ ਕਿਹਾ ਵੀ ਉਸ ਵੀਡੀਓ ਨੂੰ ਮੈਂ ਥੋੜਾ ਸੁਣਿਆ ਹੈ, ਤੇ ਉਹਦੇ ਚ ਇੱਕ ਸਵਾਲ ਹੈ ਜਿਹੜਾ ਉਹ ਤੁਹਾਡਾ ਡਿਬੇਟਰ ਪਿਆ ਬਿਆਨ ਕਰਦਾ ਹੈ, ਪਹਿਲੇ ਸੱਟੇ ਹੀ ਹੂੰ ਪਹਿਲੇ ਕਸਈ ਉਹਨੇ ਇਹ ਗੱਲ ਆਖੀ ਹੈ ਕਿ ਜਿਹੜੀ ਪੇਸ਼ਗੋਈ ਹੈ ਉਹ ਫਰੀਕ ਦੇ ਬਾਰੇ ਵੇ, ਪੂਰੇ ਫਰੀਕ ਦੇ ਬਾਰੇ, ਜਿੰਨੇ ਲੋਕ ਕ੍ਰਿਸਚਨਾਂ ਦੀ ਤਰਫੋਂ ਆਏ ਸੀ ਮੁਨਾਜ਼ਰਾ ਕਰਨ, ਉਹਨਾਂ ਸਾਰਿਆਂ ਦੇ ਬਾਰੇ ਵੇ। ਇਹ ਮੈਂ ਪੁੱਛਣ ਲੱਗੇ ਆ ਕਿ ਇਹ ਗੱਲ ਸੁਣ ਕੇ ਤੇਰਾ ਈਮਾਨ ਨੂੰ ਫਰੋਜ਼ਾ ਲੱਗਾ, ਫਰੋਜ਼ ਹੋਇਆ ਇਮਾਨ ਤੇਰਾ, ਪਤਾ ਲੱਗਾ? ਉਹ ਅਮਰਦੀਪ ਸਾਹਿਬ ਤੁਸੀਂ ਉਹ ਵੀਡੀਓ ਦੇਖੀ ਉਹਦੇ ਹੈ? ਮਾਂ ਨੂੰ ਲੇਪ ਲੱਗੇ ਆ ਨਿਗਲਾ ਲਾਮਾ ਸਾਹਿਬ ਸਾਹਿਬ। ਇੱਕ ਮਿੰਟ ਜ਼ਰਾ, ਤੁਸੀਂ ਉਹ ਗੁਲਕੰਦ ਗੁਫ਼ਤਗੂ ਸੁਣ ਲਈ ਹੈ ਜਿਹੜੀ ਹਾਂਜੀ वीडियो है? ਹਾਂਜੀ सुन ले। तो ਤੁਹਾਨੂੰ समझ आ गई है? ट्रुथ सीकर भाई आपने सुन ली है और आपको समझ आ गई है सारी वीडियो की? ट्रुथ सीकर भाई मेरे ख्याल से मसरूफ ने वो आंदे रहे थे, उन्होंने पूछ लेने, उन्होंने भी सुने ही होएगा। ਇਹ ਗੱਲ ਅਗਰ ਇਹ ਗੱਲ ਪੁੱਛਦੇ ਹੋ ਨਾ ਮੈਨੂੰ ਕਿ ਉਹ ਪੇਸ਼ਗੋਈ ਫਰੀਕ ਦੇ ਬਾਰੇ ਵੇ ਕਿ ਇਕੱਲੇ ਬੰਦੇ ਅਬਦੁੱਲਾ ਆਤਮ ਦੇ ਬਾਰੇ ਵੇ, ਤੇ ਬਾਕੀ ਮਸਲੇ ਮਸਾਇਲ ਜਿਹੜੇ ਨਮੀਦ ਫਿਰ ਅਗਾਂ ਟੁਰ ਪਵੰਦੇ, ਇਹ ਗੱਲ ਪੁੱਛਦੇ ਸਿਰਫ, ਇਹ ਗੱਲ ਪੁੱਛਦੇ ਸਿਰਫ। ਮੈਨੂੰ ਦੱਸ ਦਿਨ, उन्होंने सुनी होनी है वीडियो या उन्होंने लाइव देखा तो दस दिन रहनुमाई फरमानगे। ਉਹ ਆਂਦੇ ਨੇ ਮੇਰਾ ਈਮਾਨ ਜਿਹੜਾ ਫਰੋਜ਼ ਹੋ ਗਿਆ, ਤੇ ਸੁਣੀ ਤੇ ਹੋਣੀ ਤਾਂ ਈਮਾਨ ਫਰੋਜ਼ ਹੋਇਆ। ਉਹ ਕੋਈ ਨਹੀਂ ਸੁਣੀ, ਬਸ ਉਹਨਾਂ ਨੇ ਕਿਹਾ ਹੋਣਾ ਕਿ ਅਸੀਂ ਪ੍ਰੋਗਰਾਮ ਕੀਤਾ ਤੇ ਮੈਂ ਆ ਕੇ ਅੱਗੇ ਪੈਗਾਮ ਪਹੁੰਚਾ ਦਿੱਤਾ ਹੋਣਾ। ਤੇ ਫਿਰ ਮਾਨ ਇਹਦਾ ਮਾਨ ਕਿਸ ਤਰ੍ਹਾਂ ਫਰੋਜ਼ ਹੋਇਆ ਸੀ? ਮਾਨ ਫਰੋਜ਼ ਨਹੀਂ ਹੋਇਆ, ਦੱਸਿਆ ਗੁਲਕੰਦ ਦਾ ਲੇਪ ਲੱਗਿਆ ਉਧਰ ਲਾਮਾ ਸਾਹਿਬ। ਨਹੀਂ ਨਹੀਂ, ਉਹਦਾ ਮਾਨ ਚ ਇਜ਼ਾਫਾ ਹੋਇਆ ਹੈ ਤੇ ਕੋਈ ਉਹ ਜਿਹੜਾ ਜ਼ਾਫਾ ਹੋਇਆ ਸਾਨੂੰ ਪਤਾ ਹੈ ਨਾ ਲਾਮਾ ਸਾਹਿਬ, ਨਵਾਂ ਨਵਾਂ ਡਰਾਈਵਰ ਜਿਹੜਾ ਹਰਨ ਬੜੇ ਮਾਰਦਾ ਹੈ। ਹਾਂ बहरहाल सिकर भाई बड़े इल्मी दोस्त ने और हमेशा दफा करते ने, वो मसरूफ ने हुण आनगे ते उन्होंने गल कर लियो। सवाल तुहाडा आ गया है, उस सवाल का इंशाअल्लाह जवाब देंगे। ਇਹ ਜਵਾਬ ਲੈ ਦਿਓ ਤੇ ਕਾਫੀ ਮਸਲੇ ਮਸਾਇਲ ਹੱਲ ਹੋ ਜਾਣਗੇ, ਗੱਲ ਅਗਾਂ ਟੁਰ ਪਵੇ ਦੀ। जी हाँ बिल्कुल। चलो अगर जी, उन्होंने सुनया होया तो फिर वो देंगे। ईमान अफरोज प्रोग्राम उन्होंने किया है, मेरे ख्याल से लफ्ज ठीक नहीं इस्तेमाल कर रहे, उन्होंने फरोज ईमान क्या? अफरोज किया है। हाँ जी हाँ जी, मान फरोज ही क्या ने, ਤੇ ਮੈਂ ਕਿਹਾ ਵੀ ਮਾਨ ਫਰੋਜ਼ ਅਗਰ ਪ੍ਰੋਗਰਾਮ ਹੋਇਆ ਹੈ ਤੇ ਉਹਦੇ ਬਾਰੇ ਪਤਾ ਤੇ ਹੋਣਾ ਚਾਹੀਦਾ ਨਾ ਕਿ ਪ੍ਰੋਗਰਾਮ ਦੇ ਵਿੱਚ ਕੀ ਗੱਲਬਾਤ ਕੀਤੀ ਸਾਡੀ ਤਰਫੋਂ। हाँ नहीं सुनया आएगा, उन्होंने लाजमी सुनया आएगा और वो समझिया भी होएगा और दस देंगे तुहानू जवाब। सवाल तुहाडा ठीक है, तुहाडा सवाल गलत नहीं है। एक बुनियादी सवाल है कि वो पेशगोई किन्ना दे बारे च सी। ਬਈ ਅਸੀਂ ਤਾਂ ਕਿਹਾ ਕਿ ਮਿਰਜ਼ਾ ਸਾਹਿਬ ਦੀ ਪੇਸ਼ਗੋਈ ਝੂਠੀ ਨਿਕਲੀ ਕਿਉਂਕਿ ਅਬਦੁੱਲਾ ਆਤਮ ਨਹੀਂ ਮਰਿਆ 15 ਮਹੀਨੇ ਚ। ਇਹਨਾਂ ਨੇ ਪਹਿਲਾ ਜਵਾਬ ਹੀ ਇਹ ਦਿੱਤਾ, ਇਹਨਾਂ ਕਿ ਉਹ ਪੇਸ਼ਗੋਈ ਅਬਦੁੱਲਾ ਆਤਮ ਦੇ ਬਾਰੇ ਨਹੀਂ, ਉਹ ਤੇ ਫਰੀਕ ਪੂਰੇ ਦੇ ਬਾਰੇ ਸੀ। ਜੋ ਫਰੀਕ मिर्जा साहब पेशगोई च लिखा है ना, जो फरीक आमदन झूठ को इख्तियार कर रहा है। मैं तो नहीं जी सुनिया प्रोग्राम, मैं ओपन आइज दी ब्रॉड ते भी नहीं गया, इन्हां ने सुनिया ते ये तुहानू दस सकदे ने। मैं ओदे बारे नहीं ने सुनिया यार, सिर्फ डाकिए ने मान जो लिया हुसैन साहब नहीं ने सुनिया। अच्छा हाँ ਪਿੱਛੇ ਜੇ ਵੀ ਇਹਨਾਂ ਨੇ ਪਤਾ ਨਹੀਂ ਕੀ ਰੋਲਾ ਪਾਇਆ, ਇਹਨਾਂ ਨੇ ਕਿਹਾ ਜੀ ਉਹ ਪ੍ਰੋਗਰਾਮ ਕੀਤਾ ਅਸੀਂ ਫਲਾਣੇ ਨੇ ਕੀਤਾ, ਉਹਦੇ ਸਿਰਫ ਇੰਨਾ ਪੁੱਛ ਲਿਆ ਦੱਸੋ ਨਾ ਕੀ ਦਲਾਲ ਦਿੱਤੇ ਨੇ, ਚੁੱਪ ਕਰਕੇ ਬਹਿ ਗਏ, ਪਤਾ ਹੀ ਕੋਈ ਨਹੀਂ ਕੀ ਗੱਲ ਹੋਈ। मर गया सी तो पेशगोई पूरी हो गई सी। फरीक तो मुराद अब्दुल्ला आतम सी जी नहीं, लेकिन वो जेड़ा इन्हां दा डिबेटर है वो तो कहंदा फरीक तो मुराद ग्रोह सी। डिबेटर जो मर्जी कहंदा फिरे, मेन गल ते अब्दुल्ला आतम दी सी। ਤੇ ਫਿਰ ਇਹਦਾ ਈਮਾਨ ਕਿਸ ਤਰ੍ਹਾਂ ਫਰੋਜ਼ ਹੋ ਗਿਆ ਜੋ ਝੂਠ ਬੋਲ ਕੇ ਗਿਆ ਡਿਬੇਟਰ ਇਹਨਾਂ ਦਾ, ਉਹਨੇ 4 ਘੰਟੇ ਉੱਥੇ ਝੂਠ ਬੋਲੇ ਨੇ, ਇਹਦਾ ਈਮਾਨ ਕਿਸ ਤਰ੍ਹਾਂ ਫਰੋਜ਼ ਹੋ ਗਿਆ? और 4 घंटे ਉਹਦੇ ਤੇ ਗੱਲ ਕਰਨ ਦੀ ਜ਼ਰੂਰਤ ਵੀ ਨਹੀਂ ਸੀ, 4 ਘੰਟੇ ਕਿਉਂ ਚਾਹੀਦੇ ਸੀ? मैं भी ਉਹਦਾ ਜਵਾਬ ਦਿੱਤਾ, ਲੇਕਿਨ ਮੇਰੇ ਤੇ ਕੋਈ ਮੇਰਾ 5-7 ਮਿੰਟ ਦਾ ਜਵਾਬ ਹੈ ਬਸ। ਜੇ ਸਵਾਲ ਦਾ ਜਵਾਬ ਤੇ ਮੈਂ ਕੱਲ ਵੀ ਇਹਨਾਂ ਨੂੰ ਆਖਿਆ ਕਿ ਅਗਰ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਉਹਨੂੰ ਹਰ ਐਂਗਲ ਨਾਲ ਵੀ ਕਰਨਾ ਹੋਵੇ ਤਾਂ ਵੀ ਤੁਹਾਨੂੰ 1 ਘੰਟਾ ਲਾ ਲਓ। 10 ਸਵਾਲ ਨੇ 10 ਘੰਟੇ ਲਾ ਲਓ, ਉੱਥੇ ਇੱਕ ਸਵਾਲ ਦੇ ਉੱਤੇ 4-4 ਘੰਟੇ ਤੇ ਕੌਣ ਵੇਖੇਗਾ? ਤੇ ਮੈਨੂੰ ਆਂਦਾ ਤੇ ਵੇਖੀ ਨਹੀਂ ਹੈ, ਵੇਖੀ ਨਹੀਂ। ਮੈਂ ਕਿਹਾ ਚਲ ਮੈਂ ਵੇਖ ਲੈਣਾ, ਇੱਕ ਸਵਾਲ ਉਹਦੇ ਚ ਕਰਨਾ ਤੇ ਬੋਲਤੀ ਬੰਦ ਹੋ ਜਾਣੀ। ਪਹਿਲੀ ਚੋਰੀ ਤੇ ਪਹਿਲਾ ਹੀ
ਜ਼ਹੀਰ ਅਹਿਮਦ ਸਾਹਿਬ ਨੇ ਵੀ ਤੁਹਾਡੇ ਕੋਲ ਇੱਕ ਸਵਾਲ ਕੀਤਾ ਹੈ। ਜ਼ਹੀਰ ਅਹਿਮਦ ਸਾਹਿਬ ਦੇ ਸਵਾਲਾਂ ਦੇ ਜਵਾਬ ਮੇਰੇ ਕੋਲ ਨਹੀਂ ਹਨ, ਉਹ ਬਹੁਤ ਵੱਡੇ ਆਲਮ ਨੇ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਆਸਾਨ ਨਹੀਂ ਹਨ। ਦੇਵਾ ਸਾਹਿਬ ਤਸ਼ਰੀਫ ਲਿਆਓ, ਤੁਸੀਂ ਕੁਝ ਦਿਨ ਪਹਿਲੇ ਮੇਰੇ ਖਿਆਲ ਤੁਸੀਂ ਬਰੋਡ ਤੇ ਬੋਲ ਰਹੇ ਸੋ, ਚਲੋ ਕਿਉਂਕਿ ਤੁਸੀਂ ਇਹਨਾਂ ਨੂੰ ਵੱਲ ਸਕਦੇ ਹੋ, ਅਮਰ ਨਜ਼ੀਰ ਸਾਹਿਬ ਨੂੰ, ਇਹ ਨਹੀਂ ਬਲੇ ਜਾ ਰਹੇ। ਇਹ ਸਵਾਲ ਦਾ ਜਵਾਬ ਲੈ ਦਿਓ ਨਾ ਜ਼ਹੀਰ ਸਾਹਿਬ ਕੋਲੋਂ ਜਾਂ ਕਿਸੇ ਕੋਲੋਂ ਵੀ। ਜ਼ਹੀਰ ਸਾਹਿਬ ਦੇ ਕਾਫੀ ਦਿੰਦੇ ਨੇ, ਮਤਲਬ ਕਿ ਜੋ ਜ਼ਹੀਰ ਸਾਹਿਬ ਖੁਦ ਮੌਜੂਦ ਜੋ ਹੈ ਨੇ, ਤੇ ਫਿਰ ਵਕਤ ਤੁਸੀਂ ਚੱਲ ਕਿਉਂ ਪਵੇਗਾ। ਪੁੱਛਣਾ ਹੈ? ਜ਼ਹੀਰ ਸਾਹਿਬ ਖੁਦ ਮੌਜੂਦ ਨੇ। ਜ਼ਹੀਰ ਸਾਹਿਬ ਆਓ, ਤਸ਼ਰੀਫ ਲਿਆਓ, ਆ ਜਾਓ, ਤੁਸੀਂ ਥੱਲੇ ਲਿਖ ਵੀ ਰਹੇ ਹੋ, और थोड़ी गुफ्तगू करो, कुछ तबलीग कर दो, और इन्होंने जाहिल मुखालफा ਨੂੰ ਇਹਨਾਂ ਨੂੰ ਕੁਝ ਸਮਝਾਓਗੇ, ਅੱਛੀ ਗੱਲ ਦੱਸੋ। ਇਹ ਰਾਣਾ ਸਾਹਿਬ ਆਏ ਨੇ, ਇਹਨਾਂ ਦਾ ਵੀ ਮਾਨ ਉਸ ਦਿਨ ਜਾਹਿਲ ਮੁਖਾਲਿਫ ਜਿਹੜੇ ਨਬੀ ਦੀ ਤੋਹਮਤ ਲਗਾਉਂਦੇ ਨੇ ਮਿਰਜ਼ਾ ਸਾਹਿਬ ਤੇ। ਆ ਨਬੀ ਦੀ ਤੋਹਮਤ ਵੀ ਲਾਉਂਦੇ ਨੇ, ਵੈਸੇ ਵੀ ਤੇ ਕਾਫਰ ਹੀ ਨੇ ਨਾ, ਇਹ ਗੁੰਮਰਾਹ ਨੇ। ਤੇ ਕੋਈ ਅਹਿਮਦੀ ਕੋਈ ਅੱਛਾ ਦੋਸਤ ਆਏ, ਕੋਈ ਅੱਛੀ ਗੱਲ ਸੁਣਾਏ, ਹੋ ਸਕਦਾ ਹੈ ਅੱਲਾ ਮੀਆਂ ਇਹਨਾਂ ਨੂੰ ਹਦਾਇਤ ਦੇ। ਮੈਂ ਤੇ ਇਸ ਵਾਸਤੇ ਕੋਸ਼ਿਸ਼ ਕਰ ਰਿਹਾ ਕਿ ਅੱਲਾ ਮੀਆਂ ਕੋਈ ਹਦਾਇਤ ਦੇ ਦੇ, ਇਹਨਾਂ ਨੂੰ, ਤੇ ਕੋਈ ਅੱਛਾ ਦੋਸਤ ਅਹਿਮਦੀ ਆ ਕੇ ਗੱਲ ਸਮਝਾ ਦੇ। ਜ਼ਹੀਰ ਭਾਈ ਆਓ ਯਾਰ, ਤੁਸੀਂ ਕੋਈ ਕੁਰਾਨ ਤੋਂ ਕੋਈ ਗੱਲ ਸਮਝਾਓਗੇ, ਮਸੀਹ ਮੌਦ ਦੀ ਅੱਲਾਹ ਤਲੀਮ ਤਾਲਾ ਅਹਿਮਦੀ ਨੂੰ ਤੌਫੀਕ ਦੇ ਤੇ ਇਹ ਜਾਹਿਲ ਮੁਖਾਲਿਫ ਔਰ ਸ਼ਰਾਰਤ ਤੋਂ ਬਾਅਦ ਆ ਜਾ ਔਰ ਨਬੂਵਤ ਦੀ ਤੋਹਮਤ ਨਾ ਲਗਾਣ। ਨਾਲੇ ਕੋਈ ਦਲੀਲ ਦਿਓ ਨਾ ਕੋਈ ਚੰਗੀ, ਕਿ ਇਹਨਾਂ ਦੇ ਮੂੰਹ ਬੰਦ ਹੋਣ ਇਹ ਦੌੜਨ ਇੱਥੋਂ ਟਿਕਟੋਕ ਤੋਂ, ਤੇ ਜਾਂ ਫਿਰ ਇਹ ਸੱਚ ਨੂੰ ਮੰਨ ਲੈਣ, ਹੱਕ ਨੂੰ ਮੰਨ ਲੈਣ। ਤੁਸੀਂ ਵੀ ਤਾਂ ਅਹਿਮਦੀ ਹੋ, ਤੁਸੀਂ ਬੈਠੇ ਹੋ ਇੱਥੇ। ਮੈਂ ਦਿੰਦਾ, ਮੈਂ ਲਓ ਜੀ ਮਿਰਜ਼ਾਈ ਆਪਸ ਲੜਨ ਲੈ ਜੀ ਆਪਣਾ ਚੌਹਾਨ ਸਾਹਿਬ, ਤੁਸੀਂ ਨਹੀਂ, ਆਪਣਾ ਮੇਰੇ ਭਾਈ ਸੀਟ ਨੇ। ਬੈਲਟ ਬੰਨ ਲਓ, ਕਹੀ ਜਾਂਦੇ ਫਲਾਂ ਦੇ ਦੇ, ਜ਼ਹੀਰ ਦੇ ਦੇ, ਫਲਾਂ ਦੇ ਸੀਟ ਦੇ, ਬੈਲਟ ਬੰਨ ਲਓ। ਆਹ ਦੇ ਦੇ, ਇਸ ਤਰ੍ਹਾਂ ਤੇਜ਼ ਕਰ ਲੈਣਾ। खुद दे देना आप पहले जवाब। मैंने इनको मैं दलाल देता रहता हूँ इनको। अगर आप ये देखें समझते कि इनके मुंह बंद होने हैं, या हम ऐसी सोच नहीं होनी चाहिए हमारी कि हम इनके मुंह बंद करें, इनको प्यार नहीं, मोहब्बत उसी से- ने कहा है, नहीं, मैंने तो नहीं कहा ये, दलाइल से ठीक है, वो एक इस्तिहारत दलाइल तो बात मैंने है। कहा है मैंने, और कौन सा इनके मुंह में कोई और कोई चीज देखे तो रूम तो रहना है, मुंह में बंद कर रही, टेप लानी है, टेप लानी, मुंह बंद करना। लेकिन पता क्या है, सवाल का जवाब होता है, सवाल का जवाब होता है, बहस नहीं होती। और कभी भी ये नहीं सोचना चाहिए कि इससे कभी कोई सेटिस्फाई नहीं होंगे। ये नहीं कहना कि हाँ आपका जवाब दुरुस्त है, जवाब लेकिन ये आप है इस कि बात आपका पे जवाब तो गलत है। इस बात पे तो आप ईमान रखते हैं ना कि दलाइल से मुंह बंद हो जाता है। लेकिन आप ये तो कभी बात ठीक है समझते ना। हैं, मेरी बात सुने, आप मुझे समझाएं एक बात, कि आप समझते हैं कि इनको कोई भी जवाब किस तरह का भी दिया जाए तो ये कहते हैं हाँ जी आपका जवाब दुरुस्त है। मैं आपको ये क्योंकि ना उनको भी कह, पहले लेकिन पता है, दलाइल देखिए, से मेरी बात सुने मेरी बात, एक बात में सिर्फ सुने गौर से, मेरी बात सुनने की भी आदत डाला करें, सिर्फ बोलने की ना आदत डाला करें, अगले का मतलब भी समझें। आपको ये पता है कि मुखालफिन अहमदी जो भी सवाल करते हैं ना, वो उन्होंने रिसर्च की होती है। आमर साहब की खुद हमसे ज्यादा रिसर्च है, ठीक है, पहली बात। दूसरी बात, ये जो सवाल कर रहे हैं समझने के लिए नहीं कर रहे होते, ये उस पर एतराज कर रहे हैं, बेसिकली इनका एतराज होता है। वो एतराज उनका कभी दूर नहीं होगा। हाँ हाँ, हम हत्तल मकदूर जितनी हमारे इल्म और जितना टाइम होता है, हम अपना जवाब उनकी खिदमत में पेश कर देते हैं, बस वो पेश करके बात खत्म कर देनी चाहिए, क्योंकि नीचे से कोई लोग सुनने वाले होते हैं, उनको समझ आ जाती है। चलो चलो पेश करो फिर। ए ना जब नहीं, तक मैं अभी ट्रुथ नहीं कोई पेश कर रहा, मैं अभी बिजी हूँ। सीकर वेला होके नहीं आंदा ना, मैं की कतल वही मन अभी मोहम्मद प्यारी सैन लगी। साहब बताएंगे पहला सवाल। मिर्जा साहब दी बेस्ट किताब सैनी साहब मनु हकीकतल वही लगदी है, ते ओदा मैं एक रेफरेंस लेके आया, पूछना चाहना, मौजूद हो? निसाब मजीद सैन साहब बताएंगे आपको, ये बड़े नॉलेज वाले हैं। यानी कि बात सुनोगे सारे के सामने पेश कर दियो कि मैं तो अभी एक बात कर रहा था, देखो ये मुखालिफ है ना हमारे, तो इन्होंने बात को टोक दी। चला के सुनाओ ना सैदा मौजूद चलावांगा नहीं, थोड़ी देर चलाना। हकीकतल वही जेडी किताब है ना, मेरी फेवरेट किताब है। ठीक है, मेरी भी फेवरेट। राणा साहब ओदा एक हवाला मैं पूछना चौहान साहब। ਰਾਣਾ ਸਾਹਿਬ ਵੇਖ ਲਓ, ਮੁਖਾਲਫ ਨੇ ਗੱਲ ਨਹੀਂ ਕਰਨ ਦੇਣਗੇ। ਵੇਖੋ ਮੈਂ ਦਲੀਲ ਦੇਣ ਲੱਗਾ, ਇਹ ਗੱਲ ਕਰਨ ਨਹੀਂ ਕਰਨ ਦਿੰਦੇ ਗੱਲ। ਤਾਂ ਹੀ ਮੈਂ ਕਿਹਾ ਕੋਈ ਐਸਾ ਬੰਦਾ ਜਿਹੜਾ ਦਲਾਇਲ ਦਲਾਲਾਂ ਦੇ ਮੂੰਹ ਬੰਦ करे, वो तशरीफ ले आए। मैं इसी वास्ते कह रहा, राणा साहब जी जो मैं बात कर रहा था ना प्यारे भाई, मैं तो बहुत कम बोल रहा हूँ, आपने मुझे क्या मैं ज्यादा बोल रहा हूँ, लेकिन ठीक है। मैं ये कह रहा था कि आप ये बात तो मानते हैं ना कि दलाइल से दुश्मनों के, मुखालफों के मुंह बंद हो जाते हैं। सिर्फ मेरा ये फिक्र है, ये बात ठीक है ना, इनके मुंह बंद हो सकते हैं ना दलाइल से?
तो मेरे ख्याल में इसका जवाब यस में ही आपकी तरफ से होगा कि ये बात तो चुप्पी मेरी से नहीं चले है ना। गए। मैं ये कह रहा हूँ कि कभी भी हमें किसी भी एक अहमदी को ऐसे नहीं कहना चाहिए कि हाँ भी ट्रुथ सीकर तुम आओ, हाँ ये एक मजाक उड़ा रहे हैं बेसिकली अपने अहमदी भाइयों का, आप ठीक है, मजाक बनवा रहे हैं बेसिकली, उड़ा नहीं रहे। ठीक है। एक मिनट, खा मासूमियत में कह लें या जानबूझ के कह लें, देखिए मेरी बात सुनो हसन साहब, मैं सच्ची बात करता हूँ, खा किसी को कड़वी लगे, मैं कभी ਯਾਰ ਇਹਨਾਂ ਦੀ ਆਪਸ ਦੀ ਲੜਾਈ ਨਹੀਂ ਮੁੱਕਦੀ, ਗੱਲ आपको ਕੀ ਕਰਨੀ। अहमदियों का अपने अहमदी भाइयों का अगर हकीकतुल वही पढ़ के सुनाए तो मजाक होगा अहमदियों से। या जान के कर रहे हैं आप, जहीरा में तू आ जा भाई, तुम सीधा तू आ जा भाई, आप खुद करें, आप नहीं अहमदी। मैंने कभी कहा है किसी को कि मोहम्मद हसन तुम आगे नहीं, ट्रुथ सीकर आलिम है ना बहुत ज्यादा। मैं क्या जना बेसिकली आप मजाक उड़वा रहे हैं अपने लोगों का, और ये आपकी आदत है, ये आज की नहीं है, हमेशा की हुसैन साहब आ गए ने, राणा साहब ਤੁਸੀਂ ਇੱਕ ਮਿੰਟ ਲੜਾਈ आगे ਆਪਣੀ सर सवाल कोई ਕੀ ਕਿਹਾ ਹੁਸੈਨ ਸਾਹਿਬ? मैंने ये नहीं समझ आ रही कि हकीकत सही पढ़ने नाल मजाक क्यों हो जाता है अहमदियों। अल्लाह इदम तल ਤੁਹਾਡੀ ਆਵਾਜ਼ ਬ੍ਰੇਕ ਹੋ ਰਹੀ हाँ कि तुल भाई पढ़न नाल ये खुलासा सारियां किताबां ਜੀ। हवाला ये सारियां किताबां दा खुलासा है। अगर इन्हों पढ़ लोगे तो समझो सारे लिटरेचर च गुजर गए, आखिर दे उत्ते ये सारियां गल्लां जमा कर दित्तियां। ते अलामा साहब दी तारीख दे उत्ते कई लोकां नूं शौक होया पढ़न दा, मास्टर साहब ने शुरू कर दिता है, एक होर पता नहीं किहड़े दोस्त है वो भी कहंदे मैं भी शुरू कर दिया, ये कर दिता है, 2-3 बंदे शुरू कर रहे ने पढ़ना। ते राणा ਮੈਂ साहब ਕਹਿੰਦਾ ਇਹ ਪੜ੍ਹ ਲੈਣਗੇ ਤੇ ਮਿਰਜ਼ਾ ਸਾਹਿਬ ਦਾ ਬਹੁਤ ਕੁਛ ਇਹਨਾਂ ਤੇ ਜਿਹੜਾ ਨਾ ਉਹ ਵਾਜ਼ਿਹ ਹੋ ਜਾਏਗਾ, ਉਹਨਾਂ ਦੀ ਹਕੀਕਤ। ਮਿਰਜ਼ਾ ਸਾਹਿਬ नज़ीर साहब ने ਜਦੋਂ ਤੇ ਰੂਹਾਨੀ ਖੁਜ਼ਾਇਨ ਦਾ जा ਪੜਨਾ ਸ਼ੁਰੂ ਕੀਤਾ ਹੈ, ਜਮਾਤ ਅਹਿਮਦੀਆ ਦੇ ਲੋਕਾਂ ਨੂੰ ਵੀ ਸ਼ਗਫ ਹੋ ਗਿਆ ਉਹਦੇ ਨਾਲ। ਉਸ ਤੋਂ ਪਹਿਲੇ ਤਵੱਜੋ ਨਹੀਂ ਸੀ ਉਹਨਾਂ ਦੀ, ਤੇ ਅਸੀਂ ਬੜੇ ਅਹਿਸਾਨਮੰਦ ਹਾਂ ਆਮਰ ਨਜ਼ੀਰ ਸਾਹਿਬ ਦੇ, ਅਯਦਾ ਅੱਲਾਹ ਤਾਲਾ ਬਨਸਰ ਲਦੀਦ, ਜਜ਼ਾਕ ਕਿ ਉਹ ਸਾਨੂੰ ਤਵੱਜੋ ਦਿਲਾਉਂਦੇ ਨੇ ਇਮਾਮੁਲ ਕਲਾਮ ਕਲਾਮੁਲ ਇਮਾਮ ਵੱਲ। ਇਹ ਸਫਾ ਨੰਬਰ ਜੇ ਹੁਣ 435 ਠੀਕ ਹੈ। ਇੱਥੇ ਲਿਖਦੇ ਨੇ ਮਿਰਜ਼ਾ ਸਾਹਿਬ ਮਿਨ ਜੁਮਲਾ ਉਨ ਨਿਸ਼ਾਨੋਂ ਕੇ। ਰਾਣਾ ਸਾਹਿਬ ਨਿਕਲ ਗਏ ਨੇ ਨਾ ਨੀਵੇਂ ਜੇ ਹੋ ਕੇ। ਰਾਣਾ ਸਾਹਿਬ ਵਾਪਸ ਆਓ। ਰਾਣਾ ਸਾਹਿਬ ਹਕੀਕਤੁਲ ਵਹੀ ਬਰਦਾਸ਼ਤ ਨਹੀਂ ਕਰ ਸਕਦੇ, ਉਹਨਾਂ ਦੇ हकीकत मैं हकीकत भाई रोज पढ़नी करनी है थे। मिन जुमला उन निशानों के दूसरा निशान ये है कि मुझे 30 जुलाई 1906 में और बाद इसके और कई तारीखों में वही इलाही के ज़रिए से बतलाया गया कि एक शख्स इस जमात में से एक दम में दुनिया से रुखसत हो जाएगा और पेट फट जाएगा और शबान के महीने में वो फोत होगा। ये जी पेशगोई है कि एक शख्स जमात में से एकदम दुनिया से रुखसत हो जाएगा, पेट फट जाएगा, शबान के महीने में वो फोत होगा। ये कितने लिखी है? क्योंकि मिर्जा साहब कहते ने कि मैं ये इल्हाम था, एक पेट फट गया, ये उसकी तरफ इशारा है। नहीं, मिर्जा साहब कह रहे हैं कि ये निशान है मेरा, उन निशानों में से एक निशान ये है। मिन जुमला का मतलब होता है कि उन सारे निशानों में से एक निशान ये है कि 30 जुलाई 1906 और बाद इसके और कई तारीखों में वही इलाही के जरिए से बतलाया गया कि एक शख्स इथों शुरू होने लगा, पेशगोई इथों शुरू होने लगी, एक शख्स इस जमात में से एकदम दुनिया से रुखसत हो जाएगा और पेट फट जाएगा और शबान के महीने में वो फोत होगा। ये त्रैवे गल्लां किथे लिखियां ने मिर्जा साहब ने? ठीक है, हकीकतुल वही च लिखी है। नहीं, हकीकतुल वही उधर तो से तो बयान पढ़ पे रहे करते हैं, ने ना, उधर से तो पढ़ रहे हैं, इससे पहले का होना चाहिए ना कहीं बस पे, काफी है, ਅਸੀਂ वही मजीद से तक पहले होना नहीं चाहिए। करने। लेकिन ਸਾਡੇ ਲਈ ਤਾਂ ਕਾਫੀ ਉਹਨਾਂ ਨੇ ਲਿਖਿਆ ਤਾਂ ਬਸ ਠੀਕ क्या ਹੈ। नहीं है? ਤੁਸੀਂ ਹਦੀਸਾਂ ਦੀ ਤਹਕੀਕ ਨਾ ਕਰੋ। ਜਿਹੜੇ ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਅਸਮਾਨ ਸੇ ਆਵਾਜ਼ ਆਏਗੀ ਹਾਜ਼ਾ ਖਲੀਫਤੁल्लाह ਅਲ ਮਹਿਦੀ, ਉਹ ਭਾਵੇਂ ਨਹੀਂ ਵੀ ਦੁਨੀਆ ਦੀ ਕਿਸੇ ਕਿਤਾਬ 'ਚ, ਤੁਸੀਂ ਉਹ ਨਾ ਤਹਕੀਕ ਕਰੋ ਕਿਉਂਕਿ ਤੁਹਾਨੂੰ ਮਿਰਜ਼ਾ ਸਾਹਿਬ ਕਹਿੰਦੇ। ਲੇਕਿਨ ਜਿਹੜੀ ਗੱਲ ਮਿਰਜ਼ਾ ਸਾਹਿਬ ਨੇ ਆਪਣੀਆਂ ਕਿਤਾਬਾਂ ਦੇ ਬਾਰੇ ਕਹੀ ਹੈ ਕਿ ਮੇਰੀ ਪਿਛਲੀ ਕਿਸੇ ਕਿਤਾਬ 'ਚ ਇਹ ਗੱਲ, ਉਹਨੂੰ ਤਾਂ ਵੇਖਣਾ ਚਾਹੀਦਾ ਨਾ। ਇਹ ਤੇ ਇੱਕ ਇਲਹਾਮ ਹੈ ਨਾ, ਉਹਦੀ ਦੱਸ ਰਿਹਾ ਮੈਂ ਤੁਹਾਨੂੰ, ਤੁਸੀਂ ਕੋ ਸੁਣੋ ਤੇ ਫਿਰ ਹੈ ਨਾ, ਇੱਕ ਜਦੋਂ ਇਲਹਾਮ ਤੁਸੀਂ ਹੈ ਨਾ, ਇਹੋ ਜਿਹੀ ਕੋਈ ਗੱਲ ਨਹੀਂ ਲਿਖੀ। ਜਦੋਂ ਤੁਸੀਂ 85 ਕਿਤਾਬਾਂ 3 ਦਫਾ ਪੜ੍ਹ ਲੋਗੇ
ਫੇਰ ਜੇ ਤੁਹਾਨੂੰ ਨਾ ਲੱਭੀ ਤੇ ਫੇਰ ਸਾਡੇ ਨਾਲ ਗੱਲ ਕਰਨੀ। ਮੈਂ 30 ਦਫਾ ਪੜੀਆਂ ਨੇ, ਇਹ ਗੱਲ ਕਿਰੇ ਨਹੀਂ ਲਿਖੀ ਹੈ ਮਿਰਜ਼ਾ ਸਾਹਿਬ ਨਹੀਂ, ਤੁਹਾਡੇ ਕੋਲ ਕੀ ਸਬੂਤ ਹੈ ਕਿ ਵਾਕਈ ਤੁਸੀਂ ਪੜ੍ਹੀਆਂ? ਮੈਂ ਸਾਰੀਆਂ ਕਿਤਾਬਾਂ ਪੜੀਆਂ ਅਗਰ ਤੁਸੀਂ ਨੇ। ਪੜ੍ਹੀਆਂ ਹੁੰਦੀਆਂ ਤੇ ਤੁਹਾਨੂੰ ਇਹ ਮਿਲ ਜਾਂਦੀ ਹੈ ਚੀਜ਼। ਇਹਦਾ ਮੈਂ ਮਤਲਬ ਤੁਸੀਂ ਪੜ ਨਹੀਂ ਪੜ ਕੇ, ਮੈਂ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਪੜ ਅਸੀਂ ਕੇ ਸਾਬਤ ਅੰਨਾ ਕਰ ਹੋ ਦਿੱਤਾ ਗਿਆ। ਹੈ ਕਿ ਤੁਸੀਂ ਨਹੀਂ ਪੜ੍ਹੀਆਂ। ਚੌਹਾਨ ਸਾਹਿਬ, ਇਹ ਗੱਲ ਮਿਰਜ਼ਾ ਸਾਹਿਬ ਨੇ ਕਿਰੇ ਨਹੀਂ ਲਿਖੀ। ਅਗਰ ਲਿਖੀ ਤੁਸੀਂ ਪੇਸ਼ ਕਰਕੇ। ਅੰਨੇ ਲੋਕੀ ਤੇ ਬੜੇ ਫਿਰਦੇ ਨੇ, ਪਰ ਉਹ ਐਸੇ ਨਹੀਂ ਕਹਿੰਦੇ ਕਿ ਮੈਂ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਪੜ੍ਹ ਕੇ ਨਾ ਆਇਆ। ਮੈਂ ਤੇ ਬਹਰਲ ਕਿਤਾਬਾਂ ਪੜ੍ਹ ਕੇ ਨਾ ਆਇਆ। ਮੈਂ ਤਾਂ ਸਿੱਧੀ ਗੱਲ ਕਰਦਾ ਵਾਂ ਕਿ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਪੜ੍ਹ ਕੇ ਨਾ ਆਇਆ। ਮੇਰੀ ਨਜ਼ਰ 6/6 ਸਾਰੇ ਦੇ ਨਾਲ ਕੀ ਗੱਲ ਕਰਦੇ ਹੋ ਨਾ, ਸੱਚਮੁੱਚ ਤੇ ਨਹੀਂ। ਜਦੋਂ ਮੈਂ ਪਾਕਿਸਤਾਨੋਂ ਆਇਆ 6/6 ਸੀ ਮੇਰੀ ਨਜ਼ਰ, ਤੇ ਹਰ ਗੁਜ਼ਰਨ ਵਾਲੇ ਦਿਨ ਨਾਲ ਇਹ ਵੀਕ ਹੀ ਹੁੰਦੀ ਲੱਗੇਗੀ, ਵੀਕ ਹੀ ਹੁੰਦੀ ਲੱਗੇਗੀ। ਲੇਕਿਨ ਇਹ ਤੁਸੀਂ ਨਜ਼ਰਬਾਜ਼ੀ ਵਗੈਰਾ ਦੀ ਵਜ੍ਹਾ ਹੋਏਗੀ ਨਾ, ਇਹ ਮਿਰਜ਼ਾ ਸਾਹਿਬ ਤੇ ਇਲਜ਼ਾਮ ਨਾ ਲਾਓ। ਨਹੀਂ ਨਹੀਂ, ਇਹੀ ਵਜ੍ਹਾ, ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਉਹ ਤੇ ਤੁਹਾਡਾ ਬਿਆਨ ਹੈ ਨਾ, ਸਾਡੇ ਕੋਲ ਤਾਂ ਕੋਈ ਸਬੂਤ ਨਹੀਂ ਹੈ। ਮਤਲਬ ਇਹ ਅਸਲ ਗੱਲ ਤੇ ਹਵਾਲਾ ਢੂੰਡਣਾ ਹੈ ਨਾ, ਹਵਾਲਾ ਮਿਲ ਜਾਣਾ ਚਾਹੀਦਾ ਕਿਤੇ ਨਾ ਕਿਤੇ। ਔਰ ਦੂਸਰੇ ਉਹਦੀ ਐਪਲੀਕੇਸ਼ਨ ਵੀ ਮਿਲਣੀ ਚਾਹੀਦੀ ਹੈ ਕਿ ਕਿੱਥੇ ਵਾਕਿਆ ਸ਼ਾਬਾਨ ਦੇ ਮਹੀਨੇ 'ਚ ਕਿਸ ਤਰ੍ਹਾਂ ਹੋਇਆ, ਕਦੋਂ ਹੋਇਆ, कितने मैंने सब ये पढ़ा है किसी जगह पे, ढूंढ दूंगा मैं। इसकी जो एप्लीकेशन है वो मैंने पढ़ी है कहीं पे, जो जमात ने जवाब दिया। वाला मेरे कोल है, वाले चाहे गल कोई नहीं लिखी, वाला मेरे कोल है। किसकी किसका? हाँ, लेकिन उस पे इतना तो लिखा है ना, जो इल्हाम है पेट फट गया। नहीं, इल्हाम है जरा पेट फट गया, वो अगे लिखे है कि मालूम नहीं किसके बारे में। हाँ जी, ये वाली इशारा है ना। नहीं, इशारा नहीं, मिर्जा साहब आंदे ने कि मैं समझ गया ना, इतने उन्होंने प्लस तफसील मिर्जा साहब ने तफसील देती है। मिर्जा साहब सुन तो लो ना, मिर्जा साहब का तो दावा है कि 3 जुलाई 1906 और उसके बाद भी कई तरीकों च मनो वही इलाही के जरिए दसिया गया है कि एक शख्स इस जमात चों एकदम दुनिया च रुखसत हो जाएगा और पेट फट जाएगा और शबान के महीने फौत होगा। जिथे लिखे है पेट फट गया, उत्थे तो लिखे है कि पता ही नहीं ये बारे ये कौन है, हो सकता कोई गैर मुस्लिम हो सकता कोई गैर अहमदी हो, उत्थे तो जिक्र ही नहीं है। ठीक है, मैं तुहानू जवाब दवा दिओ। अल्लाह हज़रत दा फतवा वा तुसीं काफर हो, तो ज़हीद साहब कहते हैं बीना और नबीना बराबर हो सकते हैं, तुमने कौसर पर तशवीश क्यों नहीं की? जवाब आ गया साढ़े वालों। यार ऐज ना करो यार, शुगल ना लाओ मेरे नाल, यकीन करो ऐसे नहीं वेखो यार तुसी एक ही कतल वही पढ़ो तो सही, खोलो तो सही, ਤੁਹਾਡਾ क्यों नहीं दिल करता है? 435 सफ़ा खोलो, लाइन नंबर 70 नंबर 7 70 नंबर 7 रुहानी खजाइन 22वीं जिल्द निशानों के अंदर से ये भी निशान है। हाँ जी, निशान मिर्जा साहब दे बहुत प्यारे प्यारे, मैं और भी पढ़ के निशान कितना नंबर निशान है? ये निशान नंबर 2 इथों शुरू हुई है, तो शुरू हो काफी निशान ने अगे। पहला नहीं, ये निशान नंबर 2 है। ये 2 नहीं हो सकता, 2 जड़ा कोई मामला नहीं मतलब। अच्छा, ये नंबर 2 लिखे है उत्ते, तो पता नहीं फिर निशान नंबर 2 नहीं है, नंबर उन्हें 2 ही देते हैं। 200 तो उत्ते होएगा 20। अच्छा, मैं चेक करना, एक मिनट खोल के। हाँ जी, आप लोग बात करें तो फिर खातमुन नबीयीन की आयत पे जो मेरे से बात कर रहे थे आप, उसे तो फिर आपने बात नहीं करनी है आमिर जी साहब, उसे तो आप बात करो इनसे। तो स्पीकर साहब ये बताएं कि ये जो शरीयत वाली नबूवत बंद हो गई है और ख़त्म हो गई है, ये किस जगह पे लिखा है? एग्जैक्ट अल्फाज ये वाले जो आप कह रहे हैं वो नहीं लिखे हुए। है जी, कौन कह रहे हैं? ये अल्फाज मेरा केस खराब हो जाना ना, कि अल्लाह ताला ने दीन मुकम्मल किया और नेमत तमाम की। इसमें ये कहाँ लिखा है कि शरीयत वाली नबूवत खत्म हो गई? हाँ, ये नहीं लिखा हुआ, यही तो मैं कह रहा हूँ, ये अल्फाज नहीं है, लेकिन ये लिखा हुआ है कि दीन मुकम्मल हो गया और नेमत तमाम हो गई। इतना ही पढ़ना चाहिए, शरीयत वाली नबूवत खत्म हो गई, ये तो कोई ठीक है। जी जी, ये तो ऐसे ही एक काफी बात है जो कह देते हैं, पता नहीं क्यों कहते हैं। लेकिन साहब, ये शरीयत वाली नबूवत खत्म हो गई,
ये तो पता करें कौन सी आयत में लिखा हुआ है। मैं वही पूछ रहा हूँ कि वो कोई मुझे तो नहीं मिली कोई। वो किसी और आयत में होगा कि नबूवत खत्म हो गई शरीयत वाली। ट्रूथ सीकर यार, वो कौन सी आयत में है? जो बात मैं कर रहा था आमिर जी साहब से खातमुन नबीयीन पे, मुझे लगता है कि उसका शायद इनके पास जवाब नहीं था, क्योंकि मुझे उन्होंने चुप करा दिया और उधर से भाग गए और झगड़े की तरफ चले गए। ਅੱਛਾ ਹੁਸੈਨ ਸਾਹਿਬ, ਇਹ ਅਸਲ ਦੇ ਵਿੱਚ ਨਾ ਤਤਿਮਾ ਹੈ ਹਕੀਕਤੁਲ ਵਹੀ ਦਾ। ਹਾਂਜੀ। ਤੇ ਤਤਿਮੇ ਦੇ ਵਿੱਚ ਉਹਨਾਂ ਨੇ ਲਿਖਿਆ ਹੈ कि दूसरा अमर जो इस ततिम्मे में लिखने के लायक है वो चंद पेशगोइयाँ हैं जो हकीकतुल वही किताब के ख़त्म करने के बाद पूरी हुई हैं। तो एक उनमें से वो पेशगोई भी है जो गुज़श्ता ज़माने का निशान है, निशानों के तहरीर के वक्त उसका लिखना याद नहीं रहा था, इसलिए अब ततिम्मा में लिखा गया। ये यानी कि वो जड़ियाँ रह गई सन ਉਹਦੇ ਚ ਤਤਿਮੇ ਚੋਂ ਲਿਖੀਆਂ ਨੇ ਤੇ ਉਹਦੇ ਚ ਦੂਜੇ ਨੰਬਰ ਤੇ ਨਿਸ਼ਾਨ ਨੰਬਰ 2। ਇਹ ਫਿਰ ਨਵਾਂ ਨਿਸ਼ਾਨ ਦੇ ਅੰਦਾਜ਼ ਨਾਲ ਲਿਖਿਆ। ਹਾਂਜੀ, ਤਤਿਮੇ ਦੇ ਵਿੱਚ ਇਹ ਦੂਸਰਾ ਨਿਸ਼ਾਨ ਹੀ ਹੈ ਜਿਹੜਾ वो कहते हैं कि मिन जुमला उन निशानों के दूसरा निशान ये है कि 30 जुलाई 1906 को और उसके बाद भी कई तारीखों में वही इलाही के ज़रिए से बताया गया है कि एक शख्स इस जमात में से एकदम दुनिया में से रुखसत हो जाएगा और पेट फट जाएगा और शबान के महीने में फौत होगा। ये नहीं समझ आई कि गल कित्थे लिखी, ये निशान किस तरह बन गया। मिर्जा साहब ने तो कदे भी नहीं किसी ने कहा कि साड़ी जमात चो कोई बंदा फौत हो जाएगा, शबान के महीने तो ਉਹਦਾ पेट फट जाएगा, कदे भी नहीं ਇਹੋ ਜਿਹੀ कोई गल मिर्जा साहब ने लिखी। निशान इनू किस तरह बनाया गया? किसी अखबार कबूर च ना लिखी है या प्राइवेट महफिल च ना किया इस बारे में? ਕਿਸੇ ਅਖਬਾਰ ਚ ਨਹੀਂ, ਕਿਸੇ ਜਿਹੜੀ ਪ੍ਰਾਈਵੇਟ ਮਹਿਫਲ ਚ ਗੱਲ ਕਰਦੇ ਸੀ ਉਹ ਮਲਫੂਜ਼ਾਤ ਛਪ ਜਾਂਦੀ ਸੀ, ਹਕਮ ਤੇ ਅਲ ਬਦਰ ਚ ਛਪ ਜਾਂਦੀ ਸੀ, ਕਿਰੇ ਨਹੀਂ ਕਿਹਾ ਮਿਰਜ਼ਾ ਸਾਹਿਬ ਨੇ। नहीं, एक अद्धे हवाला ऐसा भी है कि उन्होंने आख्या कि मैं फलाने मजमे च ਇਹ ਗੱਲ ਕੀਤੀ ਸੀ। ਇੱਕ ਅੱਧਾ ਨਿਸ਼ਾਨ ਵੀ ਹੈ ਨਾ। ਇਹੋ ਜੀ ਗੱਲ ਮਿਰਜ਼ਾ ਸਾਹਿਬ ਨੇ ਕਿਸੇ ਜਗ੍ਹਾ ਦੇ ਉੱਤੇ ਨਹੀਂ ਕੀਤੀ, ਨਹੀਂ ਲਿਖੀ, ਨਾ ਕਿਸੇ ਖਤ ਵਿੱਚ, ਨਾ ਮਲਫੂਜ਼ਾਤ ਵਿੱਚ, ਨਾ ਇਸ਼ਤਿਹਾਰਾਤ ਵਿੱਚ। ਇਹ ਗੱਲ ਸਿਰਫ ਲੱਭਣ ਨਾਲ ਤਲਕ ਰੱਖਦੀ ਹੈ ਨਾ, ਰਿਸਰਚ ਕਰਨ ਨਾਲ ਤਲਕ ਰੱਖਦੀ ਹੈ ਕਿ ਬੰਦਾ ਅਖਬਾਰਾਂ ਫੋਲੇ ਜਾਂ ਕੋਈ ਕਿਸੇ ਨੂੰ ਪਤਾ ਹੈ ਕਿ ਕਿਹੜੀ ਜਗ੍ਹਾ ਤੇ ਲਿਖਿਆ। ਮੈਂ ਸਾਰੀਆਂ ਫੋਲਰ ਕੇ ਉਹਨਾਂ ਦੇ ਸਾਰੇ ਸਕੈਨ ਕੱਢ ਕੇ ਕੋਲੇ ਰੱਖ ਕੇ ਫਿਰ ਪੈ ਗੱਲ ਕਰਨਾ, ਜਿਹੜਾ ਆਂਦੇ ਮੈਂ ਕੱਢ ਦੇਣਾ, ਉਹਦੇ ਚ ਕਿਹੜੇ ਐ ਜ਼ਿਕਰ ਨਹੀਂ ਹੈ। ਨਹੀਂ, ਸਾਰੇ ਤੇ ਨਹੀਂ ਨੇ ਤੁਹਾਡੇ ਕੋਲ, ਉਹ ਹੋ ਸਕਦੇ ਤੁਸੀਂ ਉਹ ਮਿਸ ਕਰ ਸਕਦੇ ਹੋ। ਅਖਬਾਰ ਸਾਰੇ ਮੌਜੂਦ ਨਹੀਂ ਇਸ ਟਾਈਮ। ਨਹੀਂ, ਮਿਸ ਤਾਂ ਨਹੀਂ ਨਾ ਹੋ ਸਕਦਾ ਕਿ ਮੇਰੇ ਕੋਲ ਇੱਕ ਐਸਾ ਸਰਚ ਇੰਜਨ ਹੈ ਕਿ ਮੈਂ ਉਹਦੇ ਚ ਮਾਰਨਾ, ਜਿੱਥੇ ਜਿੱਥੇ ਉਹਦਾ ਜ਼ਿਕਰ ਹੈ ਉਹ ਸਾਰੇ ਆ ਜਾਂਦੇ ਨੇ ਮੇਰੇ ਸਾਹਮਣੇ। ਨਹੀਂ, ਅਖਬਾਰਾਤ ਨਹੀਂ ਨਾ ਨਿਕਲਦੇ ਉੱਥੋਂ, ਸਾਰੇ ਨਿਕਲ ਆਉਂਦੇ ਨੇ। ਉਹ ਕਿਹੜਾ ਸਰਚ ਇੰਜਨ ਹੈ? ਉਹ ਹੈ ਮੇਰੇ ਕੋਲ ਇੱਕ ਸਪੈਸ਼ਲ ਬਣਾਇਆ ਮੈਂ। ਉਹ ਕਿਹੜਾ ਬਣਾ ਲਿਆ? ਐਸਾ ਕੋਈ ਨਹੀਂ ਹੈ। ਉਹ ਸਰ ਆਪ ਬਣਾਇਆ ਆਪਣੇ ਇਸਤੇਮਾਲ ਵਾਸਤੇ ਵੇ। ਉਹਦੇ ਚ ਅਖਬਾਰਾਂ ਵੀ ਦੇਤੀਆਂ ਨੇ ਤੁਸੀਂ? ਸਾਰਾ ਕੁਝ ਅਖਬਾਰਾਂ ਤੁਹਾਡੇ ਕੋਲ ਸਾਰੀਆਂ ਹੈ ਹੀ ਨਹੀਂ ਤੇ ਉਹ ਕਿਸ ਤਰ੍ਹਾਂ ਦੇਤੀਆਂ ਨੇ? ਅਖਬਾਰਾਂ ਕਿਹੜੀ ਚਾਹੀਦੀ ਜੀ? ਅਖਬਾਰਾਂ ਸਾਰੀਆਂ ਸੇਵ ਨੇ ਮੇਰੇ ਕੋਲ। ਨਹੀਂ, ਤੁਹਾਡੇ ਕੋਲ ਬਦਰ ਅਲ ਹਕਮ ਉਹ ਸਾਰੇ ਮੌਜੂਦ ਨੇ? ਸਭ ਮੌਜੂਦ ਨੇ। ਉਹ ਚੀਜ਼ਾਂ ਵੀ ਮੌਜੂਦ ਨੇ ਮਿਰਜ਼ਾ ਸਾਹਿਬ ਦੀ ਤਹਰੀਰਾਂ ਜਿਹੜੀਆਂ ਛਪੀਆਂ ਨਹੀਂ? ਜਿਹੜੀਆਂ ਛਪੀਆਂ ਨੇ ਉਹ ਕਿਹੜੀਆਂ ਤਹਰੀਰਾਂ ਨੇ? ਹੈ ਨੇ ਨਾ, ਮੌਜੂਦ ਨੇ ਉਹ ਵੀ। ਨਹੀਂ, ਜਿੰਨੀਆਂ ਛਪੀਆਂ ਨੇ ਸਭ ਨੇ। ਅੱਛਾ, ਵੈਸੇ ਇਹ ਬੜੀ ਇੰਟਰਸਟਿੰਗ ਗੱਲ ਸੀ ਦੱਸੀ ਹੈ ਕਿ ਤੁਹਾਡੇ ਕੋਲ ਉਹ ਲਿਟਰੇਚਰ ਵੀ ਮੌਜੂਦ ਹੈ। ਅੱਛਾ, ਜਿਸ ਤਰ੍ਹਾਂ ਅਲ ਫਜ਼ਲ ਦੇ ਕੁਝ ਚੀਜ਼ਾਂ ਨਹੀਂ ਛਪੇ, ਵੈਬਸਾਈਟ ਤੇ ਨਹੀਂ ਮਿਲਦੀਆਂ, ਅਲ ਹਕਮ ਤੇ ਅਲ ਬਦਰ ਦੀ ਵੀ ਕੁਝ ਚੀਜ਼ਾਂ ਵੈਬਸਾਈਟ ਤੇ ਮਿਸਿੰਗ ਨੇ। ਤਸ਼ੀਜ਼ੁਲ ਅਜ਼ਾਨ ਚ ਲੱਭ ਜਾਂਦੀਆਂ ਨੇ। ਕੱਲ ਪਰਸੋਂ ਪਤਾ ਨਹੀਂ 1932 ਕਿ 33 ਦਾ ਤਸ਼ੀਜ਼ੁਲ ਅਜ਼ਾਨ, ਉਹਦੀ ਲੋੜ ਪਈ, ਇੰਝ ਮਾਰਿਆ ਸਰਚ ਇੰਜਨ ਨੂੰ। ਮੈਂ ਆਖਿਆ ਉੱਠ ਮੌਲਵੀ ਨਹੀਂ ਮਵਾਨ, ਉਹਨੇ ਇੰਝ ਕੱਢ ਕੇ ਲਿਆਂਦਾ ਜਿਵੇਂ ਉਹ ਉੱਤੋਂ ਆ ਕੇ ਨਾ ਤੇ ਉਹ ਬਾਜ਼ ਨਹੀਂ ਚੁੱਕ ਕੇ ਮੱਛੀ ਲੈ ਜਾਂਦਾ ਸਮੁੰਦਰ ਚ, ਇੰਝ ਚੁੱਕ। ਅੱਛਾ, ਕਿਸ ਤਰ੍ਹਾਂ ਕਰਦੇ ਨਹੀਂ ਮਵਾਨ ਵਾਸਤੇ ਦੱਸੋ। ਇਹ ਖਤਵੇ ਨਬੂਵਤ ਵਾਲਿਆਂ ਨੇ ਕੋਈ ਬਣਾਇਆ ਇੰਜ ਕੋਈ ਡਾਟਾ? ਜਿਹੜੀ ਖਤਵੇ ਨਬੂਵਤ ਵੈਬਸਾਈਟ ਹੈ ਇਹਦੇ ਉੱਤੇ ਤੇ ਉਹਨਾਂ ਨੇ ਕਾਫੀ ਕਿਤਾਬਾਂ ਦਿੱਤੀਆਂ ਨੇ। ਇਹ ਅਸੀਂ ਪ੍ਰਾਈਵੇਟ ਰੱਖਿਆ, ਉਹ ਖਤਮੇ ਨਬੂਵਤ ਵਾਲਿਆਂ ਨੂੰ ਦਈਏ ਤੇ ਇਹ ਖਤਮੇ ਨਬੂਵਤ ਵਾਲੇ ਜਿਹੜੇ ਮੌਲਵੀ ਨੇ ਸਾਰੇ ਸਾਡੇ ਉੱਤੇ ਸਵਾਰ ਹੋ ਜਾਣਗੇ ਨਾ। ਅਸੀਂ ਆਪਣੇ ਇਸਤੇਮਾਲ ਵਿੱਚ ਰੱਖਿਆ, ਸਾਡੀ ਇੱਕ ਟੀਮ ਹੈ, ਇੱਕ ਟੀਮ ਵਰਕ ਹੈ ਆਪਣਾ, ਅਸੀਂ ਸਾਰਿਆਂ ਤੇ ਨਹੀਂ। ਅਮਨ ਜੀ ਸਾਹਿਬ, ਇੱਕ ਸਵਾਲ ਦਾ ਜਵਾਬ ਦਿਓ। ਯਕੀਨ ਕਰੋ, ਇਹ ਮੈਂ ਆਪਣੇ ਕੋਲ ਸਵਾਲ ਨਹੀਂ ਕਰ ਰਿਹਾ, ਲੇਕਿਨ ਇਹ
ਗੱਲ ਮੈਂ ਸੁਣੀ ਹੈ ਕਿ ਜਿਹੜਾ ਇਹਨਾਂ ਨੂੰ ਲੋਕੀ ਟਾਈਮ ਦਿੰਦੇ ਨੇ, ਜਿਸ ਤਰ੍ਹਾਂ ਤੁਸੀਂ ਵਨ ਆਫ them, ਕਿ 10 ਘੰਟੇ 12 ਘੰਟੇ ਤੱਕ ਬੈਠੇ ਰਹਿੰਦੇ ਹੋ ਇੱਥੇ, ਹੋਰ ਵੀ ਲੋਕ ਨੇ ਇੱਥੇ, ਅਲੀਮ ਇਹ ਸਾਹਿਬ ਟੀਮ ਬਿਲਾਲ ਦੇ ਕੋਈ ਜ਼ਰੀਏ, ਰਿਪੋਰਟ ਚੁੱਕ ਲਓ। ਠੀਕ ਹੈ, ਟੀਮ ਬਣ ਕੇ ਕੰਮ ਕਰਦੇ ਹੋ। ਇਫ ਤੁਹਾਨੂੰ ਫੰਡਿੰਗ ਹੁੰਦੀ ਹੈ ਕਿਤੋਂ, ਮਤਲਬ ਕਿ ਕੋਈ ਪੈਸੇ ਮਿਲਦੇ ਨੇ, ਜਿਸ ਤਰ੍ਹਾਂ ਬਿਲਾਲ ਨੀਫ ਹੋ ਗਿਆ, ਇਹ ਵੀ ਪੱਕਾ ਪੱਕਾ ਬੈਠਾ ਹੈ, ਤੁਸੀਂ ਹੋ ਗਏ, ਹੋਰ ਇੱਥੇ ਕਾਫੀ ਜ਼ਿਆਦਾ 10-15 ਬੰਦੇ ਮੈਂ ਗਿਣ ਸਕਦਾ ਵਾਂ ਜਿਨ੍ਹਾਂ ਨੇ ਜੀਣਾ ਮਰਨਾ ਕੀਤਾ ਹੈ, ਇੱਥੇ ਹੀ ਬੈਠੇ ਨੇ। ਇਹ ਫੰਡਿੰਗ ਕੌਣ ਕਰਦਾ ਹੈ, ਔਰ ਇਹ ਕਿੱਥੋਂ ਪੈਸੇ ਹੁੰਦੀ ਹੈ ਕਿ ਨਹੀਂ ਹੁੰਦੀ, ਪਹਿਲਾਂ ਤਾਂ ਇਹ ਦੱਸੋ ਨਾ। ਬਈ ਮੈਨੂੰ ਤੇ ਆਪਣੀ ਜ਼ਾਤ ਦਾ ਪਤਾ ਹੈ ਅਲੀਮ ਸਾਹਿਬ, ਕਿ ਮੈਂ ਤੇ ਇਹਨੂੰ ਹਰਾਮ ਸਮਝਣਾ ਆਪਣੀ ਜ਼ਾਤ ਵਾਸਤੇ ਮੈਂ ਇਹਨੂੰ ਹਰਾਮ ਸਮਝਣਾ। ਖਤਮੇ ਨਬੂਵਤ ਦੇ ਨਾਂ ਉੱਤੇ ਟਿਕਟੌਕ ਦਾ ਪੈਸਾ, YouTube ਦਾ ਪੈਸਾ, ਕੋਈ CD, ਕੋਈ ਕਿਤਾਬ, ਕੋਈ ਕੈਸਟ, ਮੈਂ ਇਹਨੂੰ ਹਰਾਮ ਆਪਣੀ ਜ਼ਾਤ ਤੇ ਕਰਾਰ ਦਿੱਤੇ। ਦੂਜਿਆਂ ਦਾ ਮੈਨੂੰ ਪਤਾ ਨਹੀਂ। नहीं ठीक है, चलो। हराम किया वाले में मुझे जमात फंड करती है तो मेरे साथ के लिए। लेकिन कोई ये गल मैं सुनी है कि तो मैं इस तो मैं चलो पूछ लांगे, कभी मैं पहले पूछी नहीं गल है ठीक है। कि इन्हें टाइम देंदे ने और इन्हां दे पीछे टीम हुंदी है, हवाले इन्हां नूं कढ के देंदे ਟੀਮ ने। ਤੇ ਹਵਾਲੇ ਦਿੰਦੀ, ਉਹ ਫੀਸ ਵੀ ਲਾ ਦਿੰਦੀ ਕਿ ਉਹ ਮਿਹਨਤ ਮਜ਼ਦੂਰੀਆਂ ਲੋਕੀ ਕਰਦੇ ਨੇ ਆਪਣੀਆਂ। ਇਹ ਜਿਹੜਾ ਖਤਮੇ ਨਬੂਵਤ ਦੀ ਕੋਈ ਕਮੇਟੀ ਹੈ, ਕੋਈ ਬੰਦੇ ਨੇ ਜਿਹੜੇ ਇਹਨਾਂ ਨੂੰ ਪਹਿਲਾਂ ਪੈਸੇ ਦਿੰਦੇ ਕਿ ਠੀਕ ਹੈ ਤੁਸੀਂ ਅਮਦੀ ਦੇ ਕੋਈ ਖਿਲਾਫ ਕੰਮ ਬੰਦਾ ਕਰੋ, ਨਹੀਂ ਪੈਸੇ ਦਿੰਦਾ, ਕੋਈ ਬੰਦਾ ਨਹੀਂ ਪੈਸੇ ਦਿੰਦਾ। ਲੇਕਿਨ ਤੁਸੀਂ ਕੋਈ ਐਸੇ ਬੰਦਿਆਂ ਨੂੰ ਜਾਣਦੇ ਹੋ ਟਿਕਟੋਕ ਤੇ ਜਿਨ੍ਹਾਂ ਨੂੰ ਕੋਈ ਖਤਮੇ ਨਬੂਵਤ ਦੀ ਕੋਈ ਕਮੇਟੀ ਫੰਡ ਕਰਦੀ ਹੋਏ, ਇੱਥੇ ਟਿਕਟੋਕ ਤੇ ਮੌਜੂਦ ਨੇ ਕੋਈ? ਮੈਂ ਕਿਸੇ ਨੂੰ ਨਹੀਂ ਜਾਣਦਾ ਇਸ ਬੰਦੇ ਨੂੰ। ਚਲੋ ਤਾਂ ਸਵਾਲ ਹੀ ਸੀ। ਬਹਰਹਾਲ ਉਹ ਮੇਰੇ ਕੋਲ ਹਵਾਲੇ ਸਾਰੇ ਮੌਜੂਦ ਨੇ ਇਹਦੇ ਬਾਰੇ। ਇਹ ਗੱਲ ਮਿਰਜ਼ਾ ਸਾਹਿਬ ਦੀ ਕਿਰੇ ਨਹੀਂ ਹੈ ਮੌਜੂਦ, ਜਿਹੜੀ ਮਿर्जा साहब ने इन्होंने निशान बना लिया ना, मैं जुमला उन निशानों के एक निशान ये है कि 30 जुलाई 1906 को बता दिया था वही इलाही के जरिए से कि एक शख्स इस जमात में से एकदम में दुनिया से रुखसत हो जाएगा और पेट फट जाएगा और शबान के महीने में। ਸਾਡੇ ਇੱਕ ਆਲਮ ਦੋਸਤ ਨੇ, ਉਹਨਾਂ ਦਾ ਬੜਾ ਅੱਛਾ ਮੁਤਾਲਿਆ ਹੈ ਔਰ ਬੜੇ ਇੱਕ ਮੁਖਲਸ ਅਹਿਮਦੀ ਨੇ, ਜਵਾਦ ਭਾਈ, ਜਵਾਦ YYC ਉਹਨਾਂ ਦਾ ਨਾਮ ਹੈ। ਹਾਂਜੀ, ਇਹ ਸਵਾਲ ਮੇਰੇ ਖਿਆਲ ਚ ਉਹਨਾਂ ਨੇ ਵੀ ਸੁਣ ਲਿਆ ਹੈ ਤੇ ਮੈਂ ਵੀ ਸੁਣ ਲਿਆ ਹੈ, ਤੇ ਅਗਰ ਉਹ ਜਵਾਬ ਦੇਣਾ ਚਾਹਣ, ਉਹਨਾਂ ਦੇ ਕੋਲ ਹਵਾਲੇ ਵੀ ਹੁੰਦੇ ਨੇ ਔਰ ਉਹਨਾਂ ਦਾ ਮੁਤਾਲਿਆ ਵੀ ਬਹੁਤ ਅੱਛਾ ਹੈ, ਮੁਖਲਸ ਅਹਿਮਦੀ ਨੇ, ਤੇ ਉਹ ਤਸ਼ਰੀਫ ਲਿਆਉਣ, ਜਵਾਬ ਦੇਣ। ਲੈ ਦਿਓ ਜਵਾਬ, ਮੈਂ ਸਕੈਨ ਲਾ ਸਵਾਲ ਦੀ ਜਵਾਬ ਸਭ ਸੁਣ ਲਓ ਤੇ ਮੈਂ ਮੁਲਾਕਾਤ ਹੋਏਗੀ ਤੇ ਮੈਨੂੰ ਜਵਾਬ ਦੇ ਦਿਓ। ਮੈਂ ਨਹੀਂ ਤਸਰੀਹ ਕੀਤੀ ਜਦ ਮਿਰਜ਼ਾ ਸਾਹਿਬ ਨੇ ਅੰਦਰ ਤਸਰੀਹ ਨਹੀਂ ਕੀਤੀ, ਬਾਕੀ ਜਿਹੜਾ ਮਰਜ਼ੀ ਕੋਈ ਜਵਾਬ ਦਿੰਦਾ ਫਿਰ ਉਹ ਤਾਂ ਉਹਨਾਂ ਦੀ ਸਪੈਕੂਲੇਸ਼ਨ ਹੈ ਨਾ, ਜੋ ਮਿਰਜ਼ਾ ਸਾਹਿਬ ਨੇ ਕਹਿ ਦਿੱਤਾ ਕਿ ਕੋਈ ਨਾਮ ਕਿਸੇ ਨਾ ਕਿਸੇ ਅਲੀਮ ਅਹਿਮਦੀ ਸਾਹਿਬ ਦਾ ਨੂੰ ਮਤਲਬ ਕੋਈ ਪੰਚਰ ਪੁੰਚਰ ਲਾ ਗੱਲ ਹੈ, ਕਿਸੇ ਨਾ ਕਿਸੇ ਅਹਿਮਦੀ ਪੈਂਚਰ ਲਾਉਣ ਦੀ ਜ਼ਰੂਰਤ ਨਹੀਂ ਹੈ, ਬਸ ਮਿਰਜ਼ਾ ਸਾਹਿਬ ਨੇ ਕਹਿ ਦਿੱਤਾ ਅਸੀਂ ਮੰਨ ਤੁਸੀਂ ਇਸ ਤਰ੍ਹਾਂ ਨਾ ਕਰੋ। ਜਵਾਨ ਸਾਹਿਬ ਗੱਲ ਸੁਣੋ, ਇਹ ਮੁਖਾਲਫਾਂ ਦਾ ਕੰਮ ਅਸੀਂ ਤਾਂ ਇੰਝ ਹੀ ਕਰਾਂਗੇ, ਇਸ ਤਰ੍ਹਾਂ ਦੇ ਬੇਹੁਦਾ ਇਲਜ਼ਾਮਾਤ ਲਾਉਂਦੇ ਨੇ, ਜਿਹੜੇ ਮੁਖਾਲਫ ਨੇ ਨਾ ਜਮਾਤ ਦੇ ਜੀ, ਇਹ ਬੇਹੁਦਾ ਇਲਜ਼ਾਮਾਤ ਲਾਉਂਦੇ ਨੇ, ਇਸ ਤਰ੍ਹਾਂ ਦੀ ਗੱਲਾਂ ਲੱਭ ਕੇ ਨੁਕਤੇ ਲਿਆਉਂਦੇ ਨੇ। ਇਹਨਾਂ ਨੂੰ ਇੱਕ ਬੇਹੁਦਾ ਇਲਜ਼ਾਮਾਤ ਦਾ ਜਵਾਬ ਦੇਣਾ ਚਾਹੀਦਾ। ਤੁਸੀਂ ਕਹਿੰਦੇ ਹੋ ਫਲਾਂ ਦੇਗਾ ਵੀ ਸਾਨੂੰ ਜ਼ਰੂਰਤ ਹੀ ਨਹੀਂ, ਜਦੋਂ ਉਹਨਾਂ ਨੇ ਕਹਿ ਦਿੱਤਾ ਕਿ ਜ਼ਰੂਰਤ ਨਾ ਹੋਏ, ਇਹਦਾ ਮਤਲਬ ਇਹ ਹਰਗਿਜ਼ ਤੁਸੀਂ ਅਥਾਰਟੀ ਥੋੜੀ ਹੋ ਜੋ ਤੁਹਾਨੂੰ ਹੈ ਜ਼ਰੂਰਤ, ਤੁਸੀਂ ਜ਼ਰੂਰ ਪੰਗਾ ਲੈਣਾ। ਨਹੀਂ ਮੇਰੀ ਗੱਲ ਤੇ ਸੁਣੋ ਨਾ ਤੁਸੀਂ। ਲੋ ਜੀ ਵੱਡੀ ਸਕਰੀਨ ਕਰ ਦਿਓ, ਮੁਖਾਲਫ ਇਸ ਤਰ੍ਹਾਂ ਦੇ ਇਲਜ਼ਾਮਾਤ ਨਵੇਂ ਲੱਭ ਕੇ ਲਿਆਂਦੇ ਨੇ, ਤੇ ਤੁਹਾਨੂੰ ਮੈਂ ਯਾਦ ਕਰਾਂਦਾ ਰਵਾਂ ਕਿ ਚੌਹਾਨ ਸਾਹਿਬ ਤੁਹਾਡੇ ਦੀ ਕਿਉਂਕਿ ਜਮਾਤ ਬੜੀ ਛੋਟੀ ਹੈ ਔਰ ਤੁਸੀਂ ਸਾਰਾ ਦਿਨ ਤੁਸੀਂ ਖੁਦ ਵੀ ਇਲਜ਼ਾਮ ਲਾਉਂਦੇ ਹੋ ਜਮਾਤ ਅਹਿਮਦੀ ਹੈ, ਤੇ ਖਲੀਫਤੁਲ ਮਸੀਹ ਖਾਮਾ ਸਈਦੁल्लाह ਤਾਲਾ ਬਿਨ ਨਸਰ ਅਜ਼ੀਜ਼ ਨੇ ਫਰਮਾਇਆ ਹੈ, ਅਸੀਂ ਤੁਹਾਡੇ ਮੌਜੂਦ ਹੈ, ਸੁਣ ਲਓ ਨਾ। ਇਹਨਾਂ ਦਾ ਕੋਈ ਬੁਨਿਆਦ ਹੀ ਨਹੀਂ, ਮਿਰਜ਼ਾ ਸਾਹਿਬ ਦੀ ਮੇਰੀ ਗੱਲ ਮੰਨੇ, ਤੁਸੀਂ ਨਾ ਤੇ ਕੋਈ ਕੰਮ ਕਰ ਰਹੇ ਹੋ, ਕੋਈ ਬੁਨਿਆਦ ਨਹੀਂ, ਕੋਈ ਕੰਮ ਕੋਈ ਨਹੀਂ ਸਮੋਸੇ ਪਕੌੜੇ ਖਾ ਕੇ ਕੋਈ ਸਾਨੂੰ ਖਲੀਫਾ ਕਹਿ ਦੇ, ਉਹਦੇ ਨਾਲ ਕੋਈ ਖਲੀਫਾ ਨਹੀਂ ਬਣ ਜਾਂਦਾ। ਤੁਸੀਂ ਤੁਹਾਡਾ ਮਤਲਬ ਵੀ ਖਲੀਫਾ ਬਣਦਾ ਹੈ ਜਦੋਂ ਅੱਲਾਹ ਤਾਲਾ ਕਿਸੇ ਨੂੰ ਬਣਾਉਂਦਾ ਹੈ, ਸੁਣ ਲਓ ਕਮੇਟੀਆਂ ਦੇ ਬਣਾਏ ਖਲੀਫਾ ਨਹੀਂ ਹੁੰਦੇ। ਹੁਣ ਗੱਲ ਸੁਣ ਲਓ ਨਾ, ਵਾਰੀ ਗੱਲ ਕਰ ਲਈ, ਤੁਸੀਂ ਗੱਲ ਕਰ ਲਈ ਹੈ ਨਾ, ਆ ਗਈ ਤੁਹਾਡੀ ਗੱਲ, ਮੇਰੀ ਗੱਲ ਸੁਣ ਲਓ। ਤੁਸੀਂ ਤੇ ਮੇਰੀ ਗੱਲ ਪੂਰੀ ਸੁਣੀ, ਤੁਸੀਂ ਵਿੱਚ ਬੋਲੀ ਜਾਂਦੇ ਹੋ। ਨਹੀਂ ਮੈਂ ਸੁਣ ਲਈ ਗੱਲ ਤੁਹਾਡੀ, ਇਹ ਮਿਰਜ਼ਾਈਆਂ ਦਾ ਕੰਮ ਹੈ, ਕਿਉਂਕਿ ਉਹ ਦਲੀਲ ਤੋਂ ਆ ਰਹੀ ਹੁੰਦੀ ਗੱਲ ਜਿਹਨੇ ਕਰਨੀ ਸੀ, ਤੁਹਾਡੀ ਗੱਲ ਸੁਣ ਲਈ ਹੈ, ਉਹ ਭਾਈ ਤੁਹਾਡੀ ਗੱਲ ਸੁਣ ਲਈ ਹੈ। ਅੱਛਾ ਲੜਾਈ ਨਾ ਹੋ ਜਾਏ ਸ਼ੁਰੂ ਤੁਹਾਡੀ, ਮੈਂ ਮਸਲਾ ਆਪਣਾ ਰੱਖਿਆ,
ਤੁਸੀਂ ਫਿਕਰ ਨਾ ਸਾਡੇ ਕਰੋ, ਆਪਣੇ ਮਸਲੇ ਮੈਂ ਪੈ ਗਏ ਨੇ, ਮਿਰਜ਼ਾਈ ਦੀ ਚਿਤਰੋਲ ਕਰਕੇ ਮੈਨੂੰ ਸਕੂਨ ਮਿਲਦਾ, ਦਿਲੀ ਸਕੂਨ। ਸਾਡੇ ਆਪਣੇ ਮਸਲੇ ਪੈ ਗਏ ਨੇ, ਤੁਸੀਂ ਆਪਣਾ ਮਸਲਾ ਅਮਨ ਨਜ਼ੀਰ ਸਾਹਿਬ ਲੈ ਆਓ, ਆਪਣੇ ਘਰ ਲੜਾਈ ਪੈ ਗਈ ਹੈ। ਆਮਿਰ ਕੋਈ ਨਜ਼ੀਰ ਕਹਿਣਾ ਸਾਹਿਬ ਦਾ ਤੁਹਾਡੇ ਮਸਲਾ ਹੱਲ ਆਪਸ ਕਰ ਲੜਾਈ ਦਿੱਤਾ ਹੈ। ਸ਼ੁਰੂ ਹੋ ਗਈ। ਮਿਰਜ਼ਾ ਗੱਲ ਸਾਹਿਬ ਇਹ ਨੇ ਹੈ, ਜੋ ਵੀ ਲਿਖਿਆ ਸੁਣੋ, ਸਹੀ ਲਿਖਿਆ ਹੈ, ਠੀਕ ਹੱਲ ਹੋ ਹੋ ਗਿਆ ਨਾ ਗਿਆ ਮਸਲਾ। ਲੇਕਿਨ ਮਿਰਜ਼ਾ ਹੁਣ ਸਾਹਿਬ ਗੱਲ ਨੇ ਕਿੱਥੇ ਯਾਰ ਲਿਖਿਆ ਅਮਨ ਹੈ? ਨਜ਼ੀਰ ਸਾਹਿਬ ਪਹਿਲਾਂ ਆਪਣੀ ਗੱਲ ਤੇ ਮੁੱਕ ਲਾਂ, ਇੱਕ ਮਿੰਟ ਰੁਕੋ ਯਾਰ। ਚੌਹਾਨ ਸਾਹਿਬ ਹੁਣ ਮੇਰੀ ਗੱਲ ਸੁਣ ਲਓ, ਤੁਸੀਂ ਸੁਣਾ ਲਈ ਹੈ ਤੇ ਇਮਾਨਦਾਰੀ ਦਾ ਤਕਾਜ਼ਾ ਹੁੰਦਾ ਕਿ ਅਗਲੇ ਬੰਦੇ ਦੀ ਗੱਲ ਸੁਣੀ ਦੀ ਹੈ। ਪਹਿਲੀ ਦੀ ਗੱਲ ਹੈ, ਜਮਾਤ ਅਹਿਮਦੀ ਹੈ ਇਸਲਾਹ ਪਸੰਦ ਕੋਈ ਕੰਮ ਨਹੀਂ ਕਰ ਰਹੀ ਮੁਖਾਲਫੀਨ ਦੇ ਇਤਰਾਜ਼ਾਤ ਦਾ ਜਵਾਬ ਦੇਣ ਤੇ ਦੇ। ਤੁਸੀਂ ਬੜੇ ਖਾਮੋਸ਼ ਚੰਨ ਹੋਵੋ, ਚੜਾਈ ਖਾਮੋਸ਼ ਹੋਵੋ ਜਾਂਦੇ ਨਾ ਹੋ, ਜ਼ਰਾ, ਖਾਮੋਸ਼ ਹੋਵੋ, ਤੁਹਾਡੇ ਖਾਮੋਸ਼ ਖਲੀਫਾ ਜੀ ਹੋਵੋ। ਚੰਨ ਚੜਾਈ ਜਾਂਦੇ ਨੇ, ਅਸੀਂ ਚਲੋ ਕੁਝ ਨਹੀਂ ਜ਼ਰਾ ਕਰ ਰਹੇ। ਖਾਮੋਸ਼ ਹੋਵੋ ਨਾ, ਜ਼ਰਾ ਖਾਮੋਸ਼ ਤੇ ਹੋਵੋ। ਉਹ ਖਾਮੋਸ਼ ਹੋਵੋ, खलीफा जी ने सवाल पूछा जाता है हम ਯਾਰ अहमदी क्यों है, ਖਾਮੋਸ਼। वो कहते ने ਤੁਹਾਨੂੰ हमने ਮੈਂ कुछ ना कुछ तो होना था ना, तो ਇੱਕ ਮਿੰਟ ਜ਼ਰਾ है ਖਾਮੋਸ਼ उन्हों ਹੋਵੋ, दा ते ਕੁਛ ਨਾ ਕੁਛ ਖਾਮੋਸ਼ ਹੋਵੋ मुदल्लल ਨਾ ਜ਼ਰਾ। जवाब है उन्हों दा, ਉਹ ਭਾਈ ਜ਼ਰਾ ਖਾਮੋਸ਼ ਹੋ कुछ ना ਜਾਓ। कुछ तो होना था, चलो अहमदी हो गए, ਇਹ ਅੱਛੀ ਗੱਲ ਹੈ बहाई हो ਵਿੱਚ जाते ਬੋਲ ਰਹੇ ਹੋ, चंगा सी, जे कुछ ना ਇਹ कुछ होना ਅੱਛੀ ही सी ਗੱਲ ते। ਰਹੀ, ਇਹ ਅੱਛੀ ਗੱਲ ਜਿਹੜੇ ਵਿੱਚ ਟੋਕ ਰਹੇ ਹੋ, ਇਹ ਬਹੁਤ यानी ਅੱਛੀ ਤੁਹਾਡੇ ਗੱਲ ਹੈ। खलीफा दा इल्म दा यह हाल है, ਅੱਛਾ कुछ ਇਹ ना कुछ ਖਾਮੋਸ਼ तो ਹੋਵੋ हमने ਨਾ ਜ਼ਰਾ, होना ਮੈਨੂੰ था ना। ਗੱਲ ਕਰਨ ਦਿਓ ਜ਼ਰਾ, ਖਾਮੋਸ਼ ਹੋਵੋ, ਗੱਲ ਕਰਨ ਦਿਓ, ਉਹਨੂੰ ਖਾਮੋਸ਼ ਹੋਵੋ ਤੁਸੀਂ ਜ਼ਰਾ। ਕਹਿੰਦੇ ਹੋ ਇਹ ਖੁਦਾ ਨੇ ਬਣਾਇਆ ਹੈ, ਉਹ ਮੈਂ ਤੁਹਾਡਾ ਜ਼ਰਾ ਖੁਦਾ ਵੀ ਕੋਈ ਖਾਮੋਸ਼ ਹੋਵੋ ਹੋਰ ਨਾ ਹੈ, 2 ਮਿੰਟ। ਤੁਹਾਡੇ ਖਲੀਫਾ ਨੂੰ ਬਣਾਉਣ ਵਾਲਾ ਵੀ ਕੋਈ ਹੋਰ ਹੈ। ਚੌਹਾਨ ਸਾਹਿਬ ਜ਼ਰਾ ਖਾਮੋਸ਼ ਖੁਦਾ ਹੋਵੋ। ਤੇ ਇਹਨਾਂ ਦਾ ਯਲਾਸ਼। ਚੌਹਾਨ ये ਸਾਹਿਬ ਜ਼ਰਾ लाश ਖਾਮੋਸ਼ ਹੋਵੋ, ਗੱਲ ਗੱਲ ਕਰ ਸੁਣਨ ਦੀ ਮਦਦ ਪੈਦਾ ਕਰੋ, ਖਾਮੋਸ਼ ਹੋਵੋ ਜ਼ਰਾ। किस खुदा ने ਤੁਹਾਡਾ ਖਲੀਫਾ ਉਹ ਬਣਾਇਆ? ਚੌਹਾਨ ਯਲਾਸ਼ ਸਾਹਿਬ, ਨੇ। मोहम्मद ਯਲਾਸ਼। हुसैन किस खुदा ने खलीफा बनाया ਤੁਹਾਡਾ? मोहम्मद हुसैन, चौहान साहब उस तुसी उस खामोश खुदा हो, का गल नाम करन बताएं दियो। साइक का नाम है उसका। जरा जो खामोश हो, जो गल करन दियो। समोसे पकोड़े बना खा के आपको बना देता है खलीफा, वो खुदा कौन सा है? चौहान साहब खामोश हो, वो गल करन दियो बल्कि मैनू। वो तो खुदा मेरी काफी सारे हैं, मेरी क्योंकि वो बारी है, कमेटी गल खुदा है करन ना दियो। उसकी। चौहान साहब मैनू गल करन दियो, खामोश हो जाओ। तो इस तरीके से खलीफा नहीं बनता। मिर्जा साहब कहते हैं हर सदी के सर पर अल्लाह ताला भेजता है एक शख्स को, चौहान साहब मबूस दसना करता तुहानू, है, मैं हुण दसना वही तुहानू, वही मैं दसना इल्हाम कि से जवाब देना क्यों जरूरी है। उसको मुशर्रफ दसना करता है और उसको बताता है कि तू ओ हदायत के लिए भेजेगा सदी ओ के सर चौहान पर, साहब मैं और ये दसना वा सिलसिला कि कयामत तक जारी है। मेरे पता नहीं यार ਤੁਸੀਂ की ਪਤਾ ਨਹੀਂ ਇਹ ਗੱਦੀ ਵਾਲਾ ਸਿਲਸਿਲਾ चौहान ਕਿਉਂ ਵਿੱਚ साहब ਬਣਾ ਲਿਆ, कन्ना दे विचों ਜਦੋਂ ਇੱਕ कन्ना दे ਪਹਿਲੀ विच ਸਿਲਸਿਲਾ ਮੌਜੂਦ ਹੈ ਜਿਹੜਾ ਕਿਆਮਤ ਤੱਕ ਜਾਰੀ ਹੈ, ਉਹ ਕੰਧ ਫਿਰ ਵੱਲ ਮੂੰਹ ਕਰਕੇ ਨਵਾਂ ਬੋਲ ਰਹੇ ਹੋ। ਪੋਪ ਦੀ ਤਰਜ਼ ਧੂਏ ਦੇ ਬਗੈਰ ਸਿਲਸਿਲਾ ਇਹ ਸ਼ੁਰੂ ਕੰਧ ਵੱਲ करने ਮੂੰਹ की ਕਰਕੇ जरूरत ਬੋਲ है। ਰਹੇ ਹੋ, ਤੁਸੀਂ ਕੀ ਕਰਨ ਦੇ? ਕਿੱਧਰ ਨੂੰ ਕਿੱਧਰ ਨਾਲ ਗੱਲ ਕਰ ਰਹੇ धुएं के बगैर पोप की तर्ज पर ਹੋ आपको यार? सिलसिला शुरू करने की जरूरत थी, उन्होंने आप पोप के स्पीकर साथ पर ही मेरा मिल ला जाते। देता है, उन्होंने पोप हेडफोन के ला देता है सिलसिले में धुआं भी निकलता है, तो आपने माइक के धुएं के सामने बगैर रख एक दो, मैं जा सिलसिला रही बना हूँ। लिया। ये आपने अच्छा काम नहीं किया। चौहान साहब गल आप बताएं, आप पोप की तर्ज पर खलीफा तो बनाते हैं, धुआं क्यों मैं नहीं जवाब निकालते? देन लगा हूं, देन दियो, फिर अगे तो तुरने फिर कह रहे हो मैंने जवाब मेरा दे दो यार। आपसे मासूमाना तो सवाल है यार कि फिर आप खलीफा यार, बनते वक्त धुआं क्यों नहीं यार जो निकलता, मैं पहले बात करना चाह रहा हूँ वो तो करने दो ना, जबकि फिर देता हूँ आपने जवाब आपको। धुएं के बगैर एक खिलाफत बना ली? चौहान साहब तो धुएं के बगैर क्यों है, धुएं के साथ क्यों करना नहीं? बनो, टूथ ये सीकर ना मासूमाना बनो। सवाल है मेरा। चौहान साहब टूथ सीकर ना बनो, मैंने गल कर लें दियो, गल करन दियो। बात ये है मिर्जाई कोई मासूमाना सवाल का भी जवाब नहीं दे सकता, चौहान अजीब साहब गल है। गल नहीं गल गल एक मासूमाना सवाल है कि धुएं के चौहान बगैर साहब मैं पोप की कसम में तर्ज थल्ले पर ला देना जी, खिलाफत क्यों बनाई, मैं जबकि थल्ले पोप ला की देना जी, तर्ज मैंने पर गल कर खिलाफत लें पहले दियो। मौजूद थी ईसाइयों की, चौहान साहब मैं उसमें आप मिल थल्ले जाते ला जाके, के फिर गल करनी है, गल करन दे ला। और ताईद मेहरबानी इलाही करो भी उनके साथ है। चौहान साहब, मेहरबानी करो, इन्ना भी काफी होता है। गल ये है कि मैं इस बात का ताईद जवाब इलाही आपको भी देना। पोप के साथ है, तो आपने धुएं के बगैर खिलाफत बना ली है, ये क्या वजह है? चौहान साहब यार जब अली वाला भाई खिलाफत कुछ धुएं मदद कर वाली सकते हो आप मौजूद मेरी? है, तो धुएं के बगैर क्यों बना ली? अली वाला को मदद कर सकती हो, ये इनको जरा खामोश इसकी क्या करवाइए। वजह है? धुएं वाली खिलाफत छोड़ के बगैर धुएं वाली खिलाफत बनाने का क्या मतलब? चौहान साहब करन तो गल उन्होंने ਸਭ 2-3 ਮਿੰਟ ਰੁਕ ਜਾਓ, ਵੇਖ ਲਈਏ ਕਿ ਮੁਹੰਮਦ ਸੈਨ ਕੀ ਕਹਿਣਾ ਚਾਹ ਰਹੇ ਨੇ, ਦੀ ਗੱਲ ਸੁਣ ਲਈਏ, ਸ਼ਾयद हो सकता भाई सियानी बात गल। तो बड़ी बुनियादी बात मैं कर रहा था कि आमिर नजीर एक मुखालिफ है जमात का, वो एक सवाल लेके आया है, ये कहना कि हम इसका जवाब नहीं देते, जाओ भागो, ये रवैया ठीक नहीं है। ये कहते हैं कि सही मिर्जा है साहब ने जो बात लिखी है वो दुरुस्त है, इसका ये सवाल बनता ही नहीं है, यार और मैं ये मेरे सबसे को की बेहतरीन यार, जवाब है। देखो यार आपकी तरह उन्हें मुख्तलिफ कहानियां कुनियां कि सुना के आगे तो अगर फिर, किसी को इधर म्यूट क्योंकि करके जो अपनी बात कहानियां करो तो फिर मिर्जाइयों ने रोने लग बनाई हुई पड़ते हैं हैं अल कि फजलों अली में, साहब हमें म्यूट कर वो दिया। वाली तो मिर्जा साहब की अगर तालीम के कोई बंदा खिलाफ है। वैसे बात करे तो ਸਾਹਿਬ बात ਦੂਜਾ करने ਆਪਸ਼ਨ नहीं ਨਹੀਂ ਹੈ ਤੁਹਾਡੇ ਕੋਲ, ਇਸਤੇਮਾਲ ਕਰੋ। देते, नहीं करन देना, फिर होंगे, फिर नहीं नहीं, करो शिकायत करो लाणगे, करो शिकायत ऑप्शन लाणगे, फिर
کہ میں نے نہیں آپ کہہ رہے استعمال کرو. میں تو استعمال بھی نہیں کرتا یار. بات یہ ہے کہ جب کوئی مخالف کوئی سوال لے کے آئے تو یہ رویہ ٹھیک نہیں ہوتا کہ بھائی جاؤ دوڑو اسی جواب نہیں دیندے، اسی نہیں دیندے جواب، اسی کیوں جواب دئیے. یہ میں بات کر رہا تھا کہ اگر جماعت احمدیہ اصلاح پسند کا یہ رویہ ہے تو جماعت احمدیہ عالمگیر کا یہ رویہ نہیں ہے. ہم نے کہا ہے چوہان جواب صاحب، ہمارا یہ ہے کہ مسیح موعود نے اگر بات لکھ دی ہے تو وہ درست ہے. چوہان صاحب جواب دیا تو دیا ہے. چنگا جواب دیتا تھی، آپ بہت اچھا کہتے جواب ہیں دیتا. اصلاح پسند والے کہتے ہیں ہم جواب نہیں دیتے. چوہان ہم تو صاحب جواب دے رہے ہیں ویکھو ہن ایک کڈی بری کہ گل ہے مسیح جو تسی موعود کر جو بھی رہے ہو. لکھتے ہیں وہ چوہان درست صاحب ابھی ہوتا کتنی بری بات ہے جو آپ کر رہے ہو کہ مجھے بات نہیں کرنے دے رہے. ہے. حکیمانہ بات میں نے کی ہے کہ مسیح موعود جو بھی چوہان لکھتے ہیں وہ صاحب یہ درست ہوتا کتنی بری بات ہے کہ میں بات کرنے کی کوشش کر رہا ہوں، لگاتار آپ بات نہیں کرنے دے رہے. ہے. آپ بات کیوں کرنے کی کوشش کر رہے ہیں جبکہ آپ کے پاس دلیل بھی نہیں ہے اور روحانیت سے بھی آپ آ رہی ہیں آپشن استعمال کرو کہ نیٹ اور ہوتی آپ کی ہے. خلافت جو ہے وہ بھی دھوئیں کے چوہان بغیر ہے. صاحب پلیز تو آپ آپ کے پلے تو کچھ رہا ہی نہیں. استعمال کرو گا جب چوہان صاحب ہوں ذرا تھوڑی دیر خاموش ہو سر، میں نے گل کر لیں اس وقت بولتے رہے ہو. میں نے ہوں مائک نہ کھولے چوہان صاحب مہربانی. اچھا بات یہ ہے، میں یہ کہنا چاہ رہا تھا کہ ہماری جماعت جو ہے میرے پاس ابھی کچھ دن پہلے میں نے وہ ویڈیو ریکارڈ کی ہے، بلکہ میں نے اس کی وہ سیو کی ہے، اسکرین ریکارڈنگ کو کہتے ہیں. خلیفۃ المسیح خامس طلب نصر العزیز فرما رہے ہیں ایک مربی صاحب کو، اور اتفاق سے وہ جو مربی صاحب ہیں وہ ہیں بھی جرمنی کے مشنی انچارج ہیں. جب وہ ملاقات پہ گئے تو حضرت صاحب نے ان کو کہا ہے کہ جو اعتراضات آج کل یہ مخالفین اٹھا رہے ہیں ان کے جوابات تیار کریں. موٹے موٹے اعتراضات تو یہ اٹھاتے رہتے ہیں، ان کا تو پتہ ہے، ان کے جوابات دیے بھی جا رہے ہیں، دیے جا چکے ہیں اور دیے جائیں گے. ان اور پر ویڈیو جو تیار پتلے یہ چوہان پتلے صاحب نہ کرو، چوہان اعتراضات صاحب ہیں نہیں، ان چوہان کے صاحب جواب غلط بھی بات آپ یار، دیں. چوہان صاحب میں قسم خدا کی ابھی اٹس انف، انف از انف. اب بات کرنے دو مجھے. موٹے چوہان صاحب موٹے بات اور کرنے، پتلے چوہان صاحب پتلے بات کرنے دو، اعتراضات. چوہان صاحب بات کرنے دو، ایسے نہ کرو. اچھا چوہان صاحب میں سیریس سنجیدہ بات کر رہا ہوں تو کرنے دو نا، نہ کرو ایسے. اچھا تو یہ خلیفۃ المسیح نے یہ جماعت کو، جماعت احمدیہ عالمگیر کو یہ ہدایت دی ہے مربی صاحب کو، اور انہوں نے کہا ہے کہ جو نئے اعتراض جو پہلے ایڈریس نہیں ہوئے ان کے بھی جواب دیں. انہوں نے کہا جواب تو کوئی مشکل نہیں ہوتا، جواب تو ادھر سے مل جاتے ہیں، جواب تو دیے جا سکتے ہیں، ادھر ہی جواب ہوتا ہے. لیکن جو دشمن نئے نئے اعتراض لے کے آتا ہے وہ دیکھیں کون سے نئے اعتراض ہیں، ان کو بھی ایڈریس کریں. میرے پاس یہ دلیل تھی، اس لیے میں کہہ رہا تھا کہ آپ کو فرق نہیں پڑتا. اگر یہ ایک نیا اعتراض ہے، یہ پہلے کسی وہ بھی نیچے پاکٹ نیچے بک آپ میں کا ایک نہیں ہے. خارج زدہ کتا بھی آ گیا، اس کو بھی دیکھ لیں. چوہان صاحب نہ کرو، میں ایسے نہ کرو نا. اچھا یہ نیا اعتراض ہے، اس کا جواب پاکٹ بک میں نہیں دیا ہوا. عامر نذیر صاحب کیا اس اعتراض کا جواب پاکٹ بک میں ہے، یا اس اعتراض جو آپ نے کیا یہ پہلے کسی نے کیا ہے، ایڈریس کیا گیا؟ نہیں یہ ایک نیا اعتراض ہے. سو میں شکر گزار ہوں یہ مخالف کا کہ یہ مخالف ایک نیا اعتراض لے کے آیا. مجھے پتا چل گیا کہ ہاں بھی یہ بھی اعتراض ہے جو مخالف کر رہا ہے. میں اس کو جواد بھائی کے سامنے بھی عزت سے رکھوں گا کہ جواد بھائی یار یہ دیکھو یہ نیچے مسائل. مرزائی کا اعتراض آیا ہے کہ ثابت کریں قرآن سے کہ لڑکیاں تحفہ میں چوہان صاحب قبول کی جا سکتی ہیں. چوہان صاحب یہ جان کے وہ خراب ایک کر رہے ہو نا مرزائی محفل نے کو، اعتراض کیا نیچے. یہ اب جان کے کر رہے ہو نا عامر بات، نذیر صاحب اور چوہان نہیں صاحب وہ بس نیچے دیکھیں ایک مرزائی کا یہ گالیاں جان دیتے کے اعتراض کر ہے. رہے ہو نا، لیکن یہ اب جان کے کر رہے ہو نا آپ. بات یہ ہے کہ اس جو کا نام اعتراض وہ لے ہے کے آئے ہیں ظہیر احمد. اس کا حل ظہیر یہ ہے ہمارے احمد کہ مرزائی اعتراض مخالفین کا جو ہیں سوال ہے عامر کہ نذیر صاحب، قرآن سے طارق چوہان ثابت کریں. صاحب، سوائے گالیاں جھگڑا یہ ان کا قرآن پہ کرنا ٹھہرنا ہوتا ہے. نہیں. یہ ظہیر احمد کا سوال ہے، وہ مرزائی ہے. چتلی والی میں نے جو تو کوئی گالی نہیں دی ابھی تک. چلے یہ ظہیر اب احمد مرزائی کا سوال ہے نیچے. اب بات یہ ہے کہ یہ جو اعتراض آیا ہے یہ اعتراض ایک نیا اعتراض ہے. اس کو کوئی اچھا پڑھا لکھا ہے احمدی جو جس کا مطالعہ اچھا ہے، جو جواب اچھے دیتا ہے، جو دشمن کے دانت کھٹے بھی کرنا جانتا ہے اور دلائل سے وہ جیسے بند کر انس سکتا ہے، رضا جو کہتا وہی ہے ان کا کہ جواب دیں گے انشاءاللہ. مرزا صاحب کے زمانے میں اگر حضرت محمد صلی اللہ علیہ وسلم بھی آئیں گے تو وہ ان کی بیعت کریں گے. ایسے آپ کے مربی ہیں جن کو کوئی حیا شرم بھی کوئی نہیں ہے. ایسے بے حیاؤں سے آپ نے جواب لینا ہے. ہمارے پاس کچھ ایسے دوست ہیں جو بڑی اچھی گفتگو کرتے ہیں، گفتگو کرنا جانتے ہیں اور بڑے اچھے جواب دیتے ہیں. ایسے دوست ہیں ہمارے پاس، وہ دیں گے جواب لیکن ایسے انشاءاللہ. دوست جو ہیں ان لوگوں سے بات نہیں کریں گے، نہ طارق چوہان صاحب سے، نہ عامر نذیر صاحب سے. چلو ایک نیا اعتراض تو یار ٹروتھ سیکر ہی دیکھو، ایک نیا اعتراض ہمیں پتا چلا ہے کہ یہ دشمن ہمارا مخالف جو ہے یہ کس طرح کے اعتراض لے کے آتا ہے. نیا یہ پہلے اعتراض ایڈریس کیسے ہی آ نہیں گیا؟ ہوا. یہ حقیقت نہیں پہلے الوحی میں نے تو سنا حدیث یار. خاص میں لکھی ہوئی ہے،
एतराज नया आया है, चलो आपको पता ही नहीं इस एतराज ट्रूथ सीकर, ये एतराज इस नया तरह एतराज आपने आया पहले है। सुना है कि वो कह रहा हो कि ये हवाला ढूंढ के दो मुझे? 118 साल बाद नवा मैंने तो नहीं एतराज सुना। आया है, ये आपका हाल है कि आप कह रहे हैं नया एतराज है। चले आमिर नजीर साहब, ये कभी नया एतराज है या पढ़ी पुराना नहीं एतराज शायद। है? चलो अब पूछ लेते हैं, ये जिसने एतराज किया उससे पूछ लेते हैं। ओ भाई आमिर नजीर साहब मुखालफ किधर गए ने? ये पुराना एतराज चलता आ रहा है कि एक नवा एतराज है? नया बिल्कुल फ्रेश। हेलो तारक चौहान साहब, जो एतराज करने वाला बंदा 15 साल है पुराना ये तो एतराज पूछ है लो। ये। और इसका जवाब ये है कि वो मिर्जा साहब किसने ने एतराज किया जो पहले, ये वाला बताओ जरा, किसने पहले एतराज किया था? ये मैंने तो बहुत पहले तो सुना सारे लोग नजीर हैं से जो ये। एतराज करने वाले हैं, हमेशा बताओ एतराज किसने, करते रहे। आपने आपने इससे पहले किसके मुंह से एतराज सुना है? बताओ। ये वही लोग हैं जो निशान 85 पे एतराज करते हैं, पर ये वाला एतराज किसके मुंह से हालांकि सुना है? वो इसका एक हवाला अजीम दो। शान निशान है। मैंने नहीं सुना ये पहले इस तरह एतराज किया निशान हो। 85 नहीं था, आपने सुना हुआ? यार मैं इस एतराज की बात कर रहा हूँ, आप निशान 85 पे जा रहे हो। तो वो ये सारे निशान यहीं लिखे हुए हैं, हेलो हेलो, आओ पई ये जंबा जंबवी जमदीयत, निशान 85। आओ पई ये जंबवी अहमियत। गल किते नहीं करो जाते किते ने, वो पे जी सलाह पसंद है अहमदी। मिर्जाइयत हमारी क्या हुआ जो मुखन्नस है खलीफा हमारा। लट्टू सीकर देखो अब गाली निकालने पे आ गया ये तारक चौहान साहब। ये ये मुखन्नस इनके पास गाली है। होती है जो मिर्जा साहब ने फिर निकाली हुई है। मैदान में तो निकलना किसी मुखन्नस का काम नहीं है। ये हमारे जो आपकी मुखालिफ गाली बात सारे यही करेगा काबिल सही है। ट्रूथ सीकर। ये मिर्जा साहब गाली बात से आपके ख्याल में आमिर नजीर हो जाए या कहते तारिक हैं चौहान हो जाए। मैदान में निकलना किसी मुखन्नस का काम नहीं है। ट्रूथ सीकर अब देखो ये हरकतें करते ये हैं किस वजह से मिर्जा साहब ने ये कहा था? क्या उन्होंने इतने- गाली दी थी? ये भी सारा मुखन्नस ब्रॉड में लफ्ज बस गाली है। तारिक चौहान साहब अब चीखे मारते रहते हैं। इसी तरह आमिर नजीर साहब भी अपनी ब्रॉड पे सारा वक्त मारे गए चीखें गालियां बुराइयां हमारी करते खुद रहते हैं हर सीकर रोज। की कभी चीख नहीं निकली, चाहे इसकी दुम पे पाँव भी आ जाए ये कभी नहीं चीखता, सब्र करता है हमेशा। देखें जी, इतने लोगों ने देखा है कि जमात अहमदिया किस तरह बात करती है, जमात अहमदिया इस्लाम पसंद कैसे बात करती है, सब ने देख लिया आज। जमात अहमदिया इस्लाम पसंद जिंदाबाद, ताजदार खत्म नबूवत जिंदाबाद, हजरत मसीह नबूवत की तोहमत लगाने वाले मुर्दाबाद। चलो ऐसे तो फिर ऐसे ही सही। जी जवाद भाई यार, आप तशरीफ लाए ऊपर यार, को थोड़ा टाइम दे इनको समझाएं। अस्सलाम वालेकुम मोहम्मद हुसैन साहब, ठीक है। और हुसैन साहब अभी मैं सुन रहा था तारक चौहान